अल्हम्दुलिल्लाह अल्हम्दुलिल्लाह वकफ़ा वस्सलातु वस्सलामु अला इबादिहिल्लज़ीना इस्तफ़ा ख़ुसूसन अला अफ़ज़लिहिम व ख़ातमिन नबिय्यीन मुहम्मदिनिल अमीन व अला आलिहि व अस्हाबिहि अजमईन। औज़ु बिल्लाहि मिनश शैतानिर रजीम बिस्मिल्लाहिर रहमानिर रहीम। क़ाल अल्लाहु अज़्ज़ा व जल फ़ी किताबिहिल करीम अम्मा यतसाअलून अनिन नबइल अज़ीम अल्लज़ी हुम फ़ीहि मुख़्तलिफ़ून कल्ला सयअलमून सुम्मा कल्ला सयअलमून। सदक़ल्लाहुल अलिय्युल अज़ीम। रब्बि इश्रह ली सदरी व यस्सिर ली अमरी वहलुल उक़दतम मिन लिसानी यफ़क़हू क़ौली। अल्लाहुम्मा अरिनल हक़्क़ हक़्क़न वरज़ुक़ना इत्तिबाअहू व अरिनल बातिला बातिलन वरज़ुक़ना इज्तिनाबा। आमीन या रब्बल आलमीन। अजीज़ दोस्तों, पंजाबी दौरा तर्जमा कुरान ਦੇ ਹਵਾਲੇ ਨਾਲ ਇਸ ਵੇਲੇ ਅਸੀਂ ਆਪਣੀ 117ਵੀਂ ਮਜਲਿਸ ਦਾ ਆਗਾਜ਼ ਕਰਨ ਲੱਗੇ ਹਾਂ ਔਰ 117ਵੀਂ ਮਜਲਿਸ ਤੋਂ ਪਹਿਲੇ ਸਾਡੀਆਂ 116 ਮਜਲਿਸਾਂ ਹੋ ਚੁੱਕੀਆਂ ਜਿਨ੍ਹਾਂ ਦੇ ਵਿੱਚ ਅਸੀਂ ਸੂਰਾ ਫਾਤਿਹਾ ਤੋਂ ਲੈ ਕੇ ਤੇ ਸੂਰਾ ਮੁਰਸਲਾਤ ਜਿਹੜੀ 29ਵੇਂ ਸਿਪਾਰੇ ਦੀ ਆਖਰੀ ਸੂਰਤ ਹੈ ਇੱਥੋਂ ਤੱਕ ਅਸੀਂ ਪੜ੍ਹ ਲਿਆ। ਹੁਣ ਸਾਡਾ 30ਵਾਂ ਸਿਪਾਰਾ ਰਹਿ ਗਿਆ ਔਰ ਅੱਜ ਅਸੀਂ ਆਪਣੀ ਇਸ 117 ਨੰਬਰ ਕਲਾਸ ਦਾ ਆਗਾਜ਼ ਜਿਹੜਾ ਨਾ 30ਵੇਂ ਸਿਪਾਰੇ ਦੀ ਪਹਿਲੀ ਸੂਰਤ ਜਿਹੜੀ ਹੈ ਨਾਬਾ, ਇਹਦਾ ਨਾਮ ਆ ਸੂਰਾ ਨਾਬਾ, ਇੱਥੋਂ ਅਸੀਂ ਆਗਾਜ਼ ਕਰਨ ਲੱਗੇ ਹਾਂ। ਔਰ ਇਹ ਸੂਰਤਾਂ ਜਿਹੜੀਆਂ ਉਹ ਮੱਕੇ ਦੇ ਵਿੱਚ ਨਾਜ਼ਲ ਹੋਈਆਂ ਔਰ ਇਹਨਾਂ ਦਾ ਜ਼ਮਾਨਾ ਵੀ ਬਿਲਕੁਲ ਜੋ ਹੈ ਨਾ ਉਹ ਪਹਿਲੇ 4 ਸਾਲ ਹੀ ਉਹ ਉਸੇ ਦੇ ਦੌਰਾਨ ਇਹ ਸੂਰਤਾਂ ਜਿਹੜੀਆਂ ਨਾਜ਼ਲ ਹੋਈਆਂ, ਯਾਨੀ ਵਹੀ ਦੇ ਨਜ਼ੂਲ ਤੋਂ ਲੈ ਕੇ ਕੋਈ 5-6 ਸਾਲ ਦੇ ਵਿੱਚ 4-5 ਸਾਲ ਦਾ ਅਰਸਾ ਵਾ ਜਿਹਦੇ 'ਚ ਨਾਜ਼ਲ ਹੋਈਆਂ। ਇਸ ਤਰ੍ਹਾਂ ਅੱਗੇ ਪਿੱਛੇ ਫਰਮਾਇਆ ਅੰਮਾ ਯਤਸਾਲੂਨ। ਹੁਣ ਇਹਦੇ ਤੋਂ ਅੰਦਾਜ਼ਾ ਹੁੰਦਾ ਕਿ ਕੋਈ ਗੱਲਾਂ ਬਾਤਾਂ ਹੋ ਰਹੀਆਂ, ਯਾਨੀ ਕੀ ਗੱਲਾਂ ਬਾਤਾਂ ਹੋ ਰਹੀਆਂ। ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੇ ਇੱਕ ਦਾਵਤ ਪੇਸ਼ ਕੀਤੀ ਹੈ ਅਹਿਲੇ ਮੱਕਾ ਦੇ ਅੱਗੇ ਔਰ ਉਹ ਦਾਵਤ ਜਿਹੜੀ ਹੈ ਉਹਦਾ ਇੱਕ ਅਹਿਮ ਨੁਕਤਾ ਇਹ ਹੈ ਕਿ ਤੁਸੀਂ ਸਭ ਨੇ ਜਾਂ ਤਮਾਮ ਇਨਸਾਨਾਂ ਨੇ ਇੱਕ ਦਿਨ ਖਤਮ ਹੋ ਜਾਣਾ, ਮਰ ਜਾਣਾ। ਮਰਨ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਣਾ ਔਰ ਉਹਨਾਂ ਦੇ ਦੁਨੀਆ ਦੇ ਅਮਲ ਜਿਹੜੇ ਆ ਇਹਨਾਂ ਦੀ ਪੁੱਛ ਪਰੀਤ ਹੋਣੀ ਆ, ਮੁਹਾਸਬਾ ਹੋਣਾ ਜਿਹਨੂੰ ਕਹਿੰਦੇ ਆ। ਫਿਰ ਚੰਗੇ ਅਮਲਾਂ ਵਾਲੇ ਜਿਹੜੇ ਆ ਉਹਨਾਂ ਨੂੰ ਜੰਨਤ ਮਿਲੇਗੀ, ਬੁਰੇ ਅਮਲਾਂ ਵਾਲੇ ਜਿਹੜੇ ਉਹਨਾਂ ਨੂੰ ਜਹੰਨਮ ਮਿਲੇਗੀ। ਇਹ ਜਹੰਨਮ ਤੋਂ ਬਚਣ ਵਾਸਤੇ ਤੇ ਜੰਨਤ ਹਾਸਲ ਕਰਨ ਵਾਸਤੇ ਇੱਕ ਰਹਿਨਮਾਈ ਅੱਲਾ ਨੇ ਭੇਜੀ ਹੈ। ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੂੰ ਪੈਗੰਬਰ ਬਣਾਇਆ, ਜ਼ਰੀਆ ਬਣਾਇਆ ਉਸ ਰਹਿਨਮਾਈ ਦਾ। ਜਿਹੜਾ ਉਸ ਰਹਿਨਮਾਈ ਨੂੰ ਇਖਤਿਆਰ ਕਰ ਲਏਗਾ ਉਹ ਜੰਨਤੀ ਬਣ ਜਾਏਗਾ, ਜਿਹੜਾ ਉਸ ਰਹਿਨਮਾਈ ਨੂੰ ਨਜ਼ਰ ਅੰਦਾਜ਼ ਕਰੇਗਾ ਉਹ ਫਿਰ ਜਹੰਨਮ 'ਚ ਜਾਏਗਾ। ਇਹ ਲੁੱਬੇ ਲਬਾਬ ਆ। ਤੇ ਹੁਣ ਘਰ ਘਰ ਇਹ ਗੱਲਾਂ ਹੋ ਰਹੀਆਂ ਔਰ ਇਸੇ ਤੋਂ ਇਹ ਬਾਤ ਵੀ ਪਤਾ ਚੱਲਦੀ ਹੈ ਕਿ ਇਹ ਦਾਵਤ ਹੁਣ ਇੰਨੇ ਜ਼ੋਰ ਦੇ ਨਾਲ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੇ ਦਿੱਤੀ ਹੈ ਕਿ ਹੁਣ ਘਰ ਘਰ ਗੱਲਾਂ ਹੋ ਰਹੀਆਂ ਇਸ ਦਾਵਤ ਦੀਆਂ। ਅਗਰ ਤੇ ਦਾਵਤ ਜਿਹੜੀ ਹੈ ਉਹ ਇੰਨੇ ਜ਼ੋਰ ਨਾਲ ਨਾ ਦਿੱਤੀ ਗਈ ਹੁੰਦੀ ਨਾ ਤੇ ਫਿਰ ਉਹਦਾ ਲੋਕੀ ਨੋਟਿਸ ਨਹੀਂ ਲੈਂਦੇ। ਜਿਸ ਤਰ੍ਹਾਂ ਅਸੀਂ ਸੂਰਾ ਹਾਮੀਮ ਸਜਦਾ ਦੇ 'ਚ ਹੀ ਪੜ੍ਹਦੇ ਹਾਂ ਨਾ, ਵਕਾਲ ਅੱਲਜ਼ੀਨਾ ਕਫਰੂ ਲਾ ਤਸਮਾਊ ਲਿਹਾਜ਼ਲ ਕੁਰਾਨ। ਇਹ ਕਾਫਰ ਕਹਿੰਦੇ ਆ ਕੁਰਾਨ ਨਾ ਸੁਣੋ। ਵਲਗਊ ਫੀਹ ਲਅੱਲਕੁਮ ਤਗਲਿਬੂਨ, ਸ਼ੋਰ ਕਰੋ ਜਦੋਂ ਜਿਸ ਵੇਲੇ ਸੁਣਾਇਆ ਜਾਵੇ ਸ਼ਾਇਦ ਕਿ ਤੁਸੀਂ ਗਾਲਬ ਆ ਜਾਓ। ਇਸੇ ਤਰ੍ਹਾਂ ਇਹ ਸੂਰਾ ਹਾਮੀਮ ਸਜਦਾ ਵੀ ਮੱਕੇ 'ਚ ਨਾਜ਼ਲ ਹੋਈ ਹੈ, ਜ਼ਰਾ ਬਾਅਦ 'ਚ ਨਾਜ਼ਲ ਹੋਈ ਹੈ। ਫਿਰ ਇਸੇ ਤਰ੍ਹਾਂ ਬਾਅਦ ਦੇ ਵਿੱਚ ਨਾਜ਼ਲ ਹੋਣ ਵਾਲੀ ਸੂਰਾ ਯੂਨਸ ਆ ਜਿਹਦੇ 'ਚ ਉਹਨਾਂ ਨੇ ਇਹ ਆਖਿਆ
एती बे कुरान गैर हाजा बदल है मुहम्मद सल्लल्लाहु अलैहि वसल्लम इस कुरान की जगह कोई दूसरा कुरान लैके आओ ਜਾਂ ਇਹਦੇ ਵਿੱਚ ਤਬਦੀਲੀ ਕਰੋ। यानी ਇਹ ਹੁਣ ਗੱਲ ਇੱਥੋਂ ਤੱਕ ਪਹੁੰਚ ਚੁੱਕੀ ਸੀਗੀ ਸੂਰਾ ਯੂਨਸ ਔਰ ਸੂਰਾ ਹਾਮੀਮ ਸਜਦਾ ਦੇ ਵੇਲੇ। ਲੇਕਿਨ ਉਸ ਤੋਂ ਪਹਿਲਾਂ ਫਿਰ ਇਹ ਉਹ ਜਿੱਦਾਂ ਕਹਿੰਦੇ ਆ ਨਾ ਕਿ ਹੱਲ ਚੱਲ ਪਾ ਦਿੱਤੀ ਸੀ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਦੀ ਇਸ ਦਾਵਤ ਨੇ, ਉਹਦਾ ਨਕਸ਼ਾ ਇੱਥੇ ਦੱਸਿਆ ਜਾ ਰਿਹਾ। ਫਰਮਾਇਆ ਅਮਾ ਯਤਸਾਲੂਨ, क्या ਇਹ ਲੋਗ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਸਵਾਲ ਜਵਾਬ ਕਰਦੇ ਆ? ਕਿਸ ਚੀਜ਼ ਦਾ ਸਵਾਲ ਜਵਾਬ ਕਰ ਰਿਹਾ? ਅਨਿਨ ਨਾਬਾਇਲ ਅਜ਼ੀਮ, ਉਹ ਇੱਕ ਵੱਡੀ ਖਬਰ ਦੇ ਬਾਰੇ ਚ, ਯਾਨੀ ਉਹ ਖਬਰ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੇ ਦਿੱਤੀ ਹੈ ਨਾ ਕਿ ਕਿਆਮਤ ਵਾਕਿਆ ਹੋਣੀ ਆ, ਉਹਨੂੰ ਮਤਲਬ ਇਹ ਕਿ ਉਹਨੂੰ ਡਿਸਕਸ ਕਰਦੇ ਆ, ਉਹਦੇ ਬਾਰੇ ਗੁਫ਼ਤਗੂ ਕਰਦੇ ਆ। ਅੱਲਾਜ਼ੀ ਹੁਮ ਫੀਹ ਮੁਖਤਲਿਫੂਨ, ਜਿਹਦੇ ਬਾਰੇ ਚ ਇਹਨਾਂ ਦੇ ਵਿੱਚ ਇਖਤਲਾਫ ਹੈ। ਮਤਲਬ ਇਹ ਹੈ ਕਿ ਜਿਹਦੇ ਬਾਰੇ ਚ ਲੋਕ ਮੁਖਤਲਿਫ ਹੈ, ਇਖਤਲਾਫ ਕਰ ਰਿਹਾ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨਾਲ। ਔਰ ਇਹਨਾਂ ਦੇ ਵਿੱਚੋਂ ਵੀ ਕੁਛ ਲੋਕ ਜਿਹੜੇ ਆ ਉਹਨੂੰ ਕਿਸੇ ਦਰਜੇ ਦੇ ਵਿੱਚ ਮੰਨਦੇ ਹੋਣਗੇ ਜਾਂ ਮੰਨਦੇ ਹੋਣਗੇ, ਔਰ ਕੁਛ ਤਾਂ ਫਿਰ ਉਹ ਇਖਤਲਾਫ ਕਰਦੇ ਹੋਣਗੇ। ਜਿੱਦਾਂ ਕੁਰਾਨ ਕਰੀਮ ਦੇ ਵਿੱਚ ਆਉਂਦਾ, ਉਹ ਕਹਿੰਦੇ ਕਿ ਆਇਜ਼ਾ ਮਿਤਨਾ ਵਕੁਨਾ ਤਰਾਬਾ ਜ਼ਾਲਿਕਾ ਰਜਮ ਬਈਦ। ਇਸੇ ਤਰ੍ਹਾਂ ਉਹ ਕਹਿੰਦੇ ਹੈ ਹੀ ਹਾਤ ਲਿਮਾ ਤੂਅਦੂਨ, ਨਾਮੁਮਕਿਨ ਹੈ ਜੋ ਕੁਛ ਤੁਸੀਂ ਯਕੀਨ ਦਹਾਨੀ ਕਰਵਾਉਂਦੇ ਹੋ ਕਿ ਮਰਨ ਤੋਂ ਬਾਅਦ ਉੱਠਣਾ ਨਹੀਂ ਹੋ ਸਕਦਾ, ਜਿੱਦਾਂ ਅਸੀਂ ਕਹਿੰਦੇ ਹਾਂ। ਕੱਲਾ ਸਯਅਲਮੂਨ, ਬਿਲਕੁਲ ਨਹੀਂ, ਇਹ ਇਹਨਾਂ ਨੂੰ ਸਮਝ ਆ ਜਾਏਗੀ, ਇਹਨਾਂ ਨੂੰ ਪਤਾ ਲੱਗ ਜਾਏਗਾ। ਸੁੰਮਾ ਕੱਲਾ ਸਯਅਲਮੂਨ, ਫਿਰ ਅਸੀਂ ਕਹਿੰਦੇ ਹਾਂ ਕਿ ਇਹ ਗੱਲ ਨੂੰ ਨੋਟ ਕਰ ਲੈਣ ਕਿ ਇਹਨਾਂ ਨੂੰ ਇਹ ਪਤਾ ਲੱਗ ਜਾਏਗਾ, ਯਾਨੀ ਬਹੁਤ ਜਲਦੀ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਹੋਣ ਵਾਲੀ ਗੱਲ ਹੈ ਜਾਂ ਨਾ ਅਨਹੋਣੀ ਗੱਲ ਹੈ। ਅਲਮ ਨਜਅਲਿਲ ਅਰਦਾ ਮਿਹਾਦਾ, ਹੁਣ ਅੱਲਾਹ ਤਾਲਾ ਫਰਮਾਉਂਦਾ ਕਿਆ ਅਸੀਂ ਇਹਨਾਂ ਵਾਸਤੇ ਜ਼ਮੀਨ ਜਿਹੜੀ ਹੈ ਉਹਨੂੰ ਵਿਛਾਇਆ ਨਹੀਂ, ਯਾਨੀ ਇਸ ਤਰ੍ਹਾਂ ਦੀ ਉਹਨੂੰ ਬਣਾ ਦਿੱਤਾ ਹੈ ਕਿ ਇਹ ਇਨਸਾਨਾਂ ਦੇ ਰਹਿਣ ਵਾਸਤੇ ਮੌਜ਼ੂ ਬਣਾ ਦਿੱਤਾ ਹੈ, ਔਰ ਇਹਦੇ ਉੱਤੇ ਸਾਰੀਆਂ ਸਹੂਲਤਾਂ ਇਨਸਾਨਾਂ ਦੀਆਂ ਜਿਹੜੀਆਂ ਮੁਹੱਈਆ ਕਰ ਦਿੱਤੀਆਂ। ਅਲਮ ਨਜਅਲਿਲ ਅਰਦਾ ਮਿਹਾਦਾ ਵਲ ਜਿਬਾਲਾ ਔਤਾਦਾ, ਔਰ ਕਿਆ ਅਸੀਂ ਇਹ ਪਹਾੜ ਜਿਹੜੇ ਆ ਇਹਨਾਂ ਨੂੰ ਇਹਦੇ ਜ਼ਮੀਨ ਦੇ ਵਿੱਚ ਮੇਖਾਂ ਦੀ ਤਰ੍ਹਾਂ ਗੱਡ ਨਹੀਂ ਦਿੱਤਾ। ਵਖਲਕਨਾकुम ਅਜ਼ਵਾਜਾ, ਔਰ ਅਸੀਂ ਤੁਹਾਨੂੰ ਜੋੜੇ ਪੈਦਾ ਕੀਤਾ। ਉਹ ਕੁਰਾਨ ਕਰੀਮ 'ਚ ਆਉਂਦਾ ਨਾ, ਅੱਲਾਹ ਤਾਲਾ ਫਰਮਾਉਂਦਾ ਹਰ ਚੀਜ਼ ਦਾ ਅਸੀਂ ਜੋੜਾ ਬਣਾਇਆ। ਤੇ ਇਸੇ ਤਰ੍ਹਾਂ ਮਤਲਬ ਇਹ ਹੈ ਵੀ ਕਿ ਇੱਕ ਹੀ ਜੋੜੇ 'ਚੋਂ ਮਰਦ ਵੀ ਪੈਦਾ ਹੋ ਜਾਂਦਾ, ਔਰਤ ਵੀ, ਨਰ ਵੀ ਪੈਦਾ, ਮਾਦਾ ਵੀ, ਲੜਕੀ ਵੀ ਲੜਕਾ ਵੀ। ਤੇ ਫਰਮਾਇਆ ਵਜਅਲਨਾ ਨੌਮਕੁਮ ਸੁਬਾਤਾ, ਫਿਰ ਤੁਹਾਡੀ ਨੀਂਦ ਨੂੰ ਤੁਹਾਡੇ ਵਾਸਤੇ ਅਸੀਂ ਆਰਾਮ ਦਾ ਜ਼ਰੀਆ ਬਣਾ ਦਿੱਤਾ। ਕਿੰਨਾ ਹੀ ਥੱਕਿਆ ਹੁੰਦਾ ਬੰਦਾ, ਔਰ ਜਦੋਂ ਲੇਟਦਾ ਤਾਂ ਥਕਾਵਟ ਦੀ ਵਜ੍ਹਾ ਤੋਂ ਜਿਸਮ ਟੁੱਟ ਰਿਹਾ ਹੁੰਦਾ, ਨੀਂਦ ਆ ਨਹੀਂ ਰਹਿੰਦੀ, ਲੇਕਿਨ ਇੱਕ ਵਾਰੀ ਆ ਜਾਂਦੀ ਹੈ ਤੇ ਫਿਰ ਫਰੈਸ਼ ਹੋ ਜਾਂਦਾ। ਵਜਅਲਨਾ ਲੈਲਾ ਲਿਬਾਸਾ, ਔਰ ਰਾਤ ਨੂੰ ਅਸੀਂ ਤੁਹਾਡੇ ਵਾਸਤੇ ਇੱਕ ਪਰਦਾ ਬਣਾ ਦਿੱਤਾ। ਯਾਨੀ ਹਰ ਚੀਜ਼ ਦੇ ਉੱਤੇ ਇੱਕ ਜਿਹੜਾ ਨਾ ਤੁਸੀਂ ਸਮਝ ਲਓ ਐਸੀ ਕੈਫੀਅਤ ਤਾਰੀ ਹੋ ਜਾਂਦੀ ਹੈ ਜਿੱਦਾਂ ਰਾਤ ਨੂੰ ਅਸੀਂ ਸੌਣ ਲੱਗਿਆ ਲਾਈਟ ਬੰਦ ਕਰ ਦਿੰਦੇ ਹਾਂ, ਬਿਲਕੁਲ ਇਹੀ ਸਮਾਂ ਅੱਲਾਹ ਤਾਲਾ ਨੇ ਬਣਾਇਆ। ਵਜਅਲਨਾ ਨਹਾਰਾ ਮਆਸ਼ਾ, ਔਰ ਦਿਨ ਨੂੰ ਅਸੀਂ ਫਿਰ ਰੋਸ਼ਨ ਕਰ ਦਿੱਤਾ ਤਾਂ ਕਿ ਤੁਸੀਂ ਆਪਣੀ ਰੋਜ਼ੀ ਰੋਟੀ ਤਲਾਸ਼ ਕਰੋ। ਦਿਨ ਨੂੰ ਅਸੀਂ ਮਾਸ਼ ਵਾਸਤੇ ਬਣਾਤਾ। ਤੇ ਵਬਨੈਨਾ ਫੌਕਕੁਮ ਸਬਅਨ ਸ਼ਿਦਾਦਾ, ਔਰ ਤੁਹਾਡੇ ਉੱਤੇ ਅਸੀਂ 7 ਮਜ਼ਬੂਤ ਬਣਾ ਦਿੱਤੇ, ਮਤਲਬ ਆਸਮਾਨ। ਵਜਅਲਨਾ ਸਿਰਾਜਮ ਵਹਾਜਾ, ਔਰ ਅਸੀਂ ਜਿਹੜਾ ਨਾ ਉਹ ਇੱਕ ਚਮਕਦਾ ਹੋਇਆ ਚਿਰਾਗ ਸੂਰਜ ਨੂੰ ਜਿਹੜਾ ਨਾ ਉਹ ਬਣਾ ਦਿੱਤਾ ਇਸੇ ਆਸਮਾਨ ਦੇ ਵਿੱਚ। ਉਹਨੂੰ ਵੀ ਇਹ ਸੂਰਜ ਵੀ ਯਾਨੀ ਆਸਮਾਨ ਦੇ ਨੀਚੇ ਉਹ ਵੀ ਆਪਣਾ ਕੰਮ ਜਿਹੜਾ ਨਾ ਉਹ ਕਰ ਰਿਹਾ।
व अंदलना मिनल मुसिरात मां अन सज्जाजा, और फिर इसे ही आसमान जमीन दे मतलब दरम्यान है ਉਹ ਬੱਦਲੀਆਂ ਵੀ ਆ, ਉਹ ਬੱਦਲ ਵੀ ਹੈ ਜਿਹੜੇ ਪਾਣੀ ਜਿਨ੍ਹਾਂ ਦੇ ਵਿੱਚ ਪਾਣੀ ਹੁੰਦਾ ਹੈ। ਔਰ ਇਸ ਤਰ੍ਹਾਂ ਅਸੀਂ ਜਿਹੜਾ ਨਾ ਉਹ ਇੱਕ ਮੂਸਲਾਧਾਰ ਬਾਰਿਸ਼ ਹੈ ਜਿਹਨੂੰ ਕਹਿੰਦੇ ਆ, ਮਤਲਬ ਇਹ ਆ ਵੀ ਕਾਫੀ ਬਾਰਿਸ਼ ਅਸੀਂ ਇੱਦਾਂ ਪਾਣੀ ਮੁਹੱਈਆ ਕਰ ਦਿੰਦੇ ਹਾਂ, ਬਰਸਾ ਦਿੰਦੇ ਹਾਂ। ਔਰ ਲਿਨੁਖਰਿਜ ਬਿਹੀ ਹੱਬਨ व ਨਬਾਤਾ, ਤਾਂ ਕਿ ਇਹਦੇ ਨਾਲ ਫਿਰ ਅਸੀਂ ਤੁਹਾਡੇ ਵਾਸਤੇ ਅਨਾਜ ਪੈਦਾ ਕਰੀਏ ਔਰ ਸਬਜ਼ਾ ਪੈਦਾ ਕਰੀਏ। व जन्नातिन अल्फाफा, और फिर इसे दे जरिए ਜਿਹੜਾ ਨਾ ਉਹ ਯਾਨੀ ਇਸੇ ਪਾਣੀ ਦੇ ਜ਼ਰੀਏ ਜਿਹੜਾ ਅਸੀਂ ਤੁਹਾਡੇ ਵਾਸਤੇ ਜਿਹੜਾ ਉਹ ਪੈਦਾ ਕਰ ਦਿੰਦੇ ਹਾਂ ਬਾਗਾਤ, ਜਿਹੜੇ ਬੜੇ ਸੰਘਣੇ ਹੁੰਦੇ ਆ, ਪੱਤੇ ਬਾਗਾਂ ਦੇ ਆਮ ਤੌਰ 'ਤੇ ਪੌਦਿਆਂ ਦੇ ਪੱਤੇ ਬਹੁਤ ਜ਼ਿਆਦਾ ਹੁੰਦੇ ਆ ਨਾ, ਤੇ ਪੱਤਿਆਂ ਦੇ ਵਿੱਚ ਯਾਨੀ ਪੱਤਿਆਂ ਨਾਲ ਕਿੱਦਾਂ ਉਹਨੂੰ ਕਵਾਂਗੇ, ਯਾਨੀ ਪੱਤਿਆਂ ਦੇ ਨਾਲ ਭਰੇ ਹੋਏ ਬਾਗ। ਇਨ ਯੌਮਲ ਫਸਲ ਕਾਨ ਮੀਕਾਤਾ, ਇਹ ਕਿਸੇ ਜਗ੍ਹਾ ਤੇ ਤੁਸੀਂ ਦੇਖੋ ਕਿ ਬਾਗ ਜਿਹੜਾ ਨਾ ਉਹ ਅਲੱਗਾ ਹੀ ਤੁਹਾਨੂੰ ਨਜ਼ਰ ਆਏਗਾ। ਕਿਸੇ ਜਗ੍ਹਾ ਤੇ ਬਾਗ ਹੋਵੇ, ਆਮ ਜ਼ਮੀਨ ਦੀ ਨਿਸਬਤ ਉਹ ਬਾਗ ਜਿਹੜਾ ਨਾ ਉਹਦੇ ਉਹ ਹਰਾ ਭਰਾ ਜਿਹਾ ਨਜ਼ਰ ਆਏਗਾ, ਸੰਘਣਾ ਨਜ਼ਰ ਆਏਗਾ। ਤੇ ਅੱਗੇ ਫਰਮਾਇਆ ਇਨ ਯੌਮਲ ਫਸਲ ਕਾਨ ਮੀਕਾਤਾ, ਬੇਸ਼ੱਕ ਫੈਸਲੇ ਦਾ ਦਿਨ ਮੁਕਰਰ ਹੈ। ਯਾਨੀ ਇੱਥੇ ਇਹ ਸਾਰੀਆਂ ਗੱਲਾਂ ਦੱਸ ਕੇ ਅੱਲਾਹ ਤਾਲਾ ਫਰਮਾਉਂਦਾ ਕਿ ਇਹ ਸਾਰਾ ਕੁਛ ਜਿਹੜਾ ਹੈ ਨਾ, ਇਹ ਤੁਹਾਨੂੰ ਕੀ ਲੱਗਦਾ ਹੈ? ਆ ਜਿੰਨੀਆਂ ਚੀਜ਼ਾਂ ਅਸੀਂ ਪੜ੍ਹੀਆਂ ਵਾ ਕਿ ਜ਼ਮੀਨ ਨੂੰ ਅਸੀਂ ਤੁਹਾਡੇ ਵਾਸਤੇ ਵਿਛਾਇਆ, ਪਹਾੜਾਂ ਨੂੰ ਕਿੱਲਾਂ ਦੀ ਤਰ੍ਹਾਂ ਗੱਢਿਆ, ਔਰ ਤੁਹਾਨੂੰ ਜਿਹੜਾ ਨਾ ਉਹ ਜੋੜੇ ਜੋੜੇ ਪੈਦਾ ਕੀਤਾ, ਤੁਹਾਨੂੰ ਫਿਰ ਨੀਂਦ ਦੇ ਜ਼ਰੀਏ ਫਰੈਸ਼ ਹੋਣ ਦਾ ਇੰਤਜ਼ਾਮ ਕੀਤਾ, ਰਾਤ ਨੂੰ ਪਰਦਾ ਬਣਾਇਆ ਹੈ, ਔਰ ਦਿਨ ਨੂੰ ਮਾਸ਼ ਵਾਸਤੇ ਜਿਹੜਾ ਉਹ ਮੁਕਰਰ ਕੀਤਾ, ਔਰ ਇਸ ਆਸਮਾਨ ਬਣਾਏ ਸੱਤ ਤੁਹਾਡੇ ਉੱਤੇ, ਔਰ ਫਿਰ ਚਮਕਦਾ ਹੋਇਆ ਸੂਰਜ ਬਣਾਇਆ, ਔਰ ਫਿਰ ਬੱਦਲਾਂ ਦੇ ਜ਼ਰੀਏ ਪਾਣੀ ਬਰਸਾਉਣ ਦਾ ਇੰਤਜ਼ਾਮ ਕੀਤਾ ਤਾਂ ਕਿ ਅਸੀਂ ਇੱਦਾਂ ਤੁਹਾਡੇ ਵਾਸਤੇ ਜਿਹੜਾ ਨਾ ਉਹ ਅਨਾਜ ਪੈਦਾ ਹੋਵੇ ਅਤੇ ਸਬਜ਼ਾ ਪੈਦਾ ਹੋਵੇ। ਅਤੇ ਇਸੇ ਤਰ੍ਹਾਂ ਬਾਗਾਤ। ਹੁਣ ਇਹ ਇੰਨਾ ਕੁਛ ਜਿਹੜਾ ਕੀਤਾ ਗਿਆ ਵਾ, ਇਹ ਬੇਕਾਰ ਹੀ ਹੈ ਮਾਜ਼ ਅੱਲਾ। ਯਾਨੀ ਅਗਰ ਬਸ ਇਹ ਆ ਕਿ ਤੁਸੀਂ ਖਾਧਾ ਪੀਤਾ ਅਤੇ ਮਰ ਗਏ ਔਰ ਕੋਈ ਪੁੱਛ ਪ੍ਰੀਤ ਨਹੀਂ, ਅੱਛਾ ਫਿਰ ਇਹਦਾ ਮਤਲਬ ਤਾਂ ਇਹ ਬਣ ਗਿਆ ਵੀ ਜਿਹਨੇ ਨੇਕੀ ਕੀਤੀ ਆ ਉਹਨੂੰ ਵੀ ਕੁਛ ਨਹੀਂ ਲੱਭਿਆ। ਇੱਕ ਇਨਸਾਨ ਜਿਹੜਾ ਉਹ ਨੇਕੀ ਕਰਦਾ ਔਰ ਇੱਕ ਜਿਹੜਾ ਬਦਮਾਸ਼ੀ ਕਰਦਾ, ਉਹ ਜਿਹੜਾ ਬਦਮਾਸ਼ੀ ਕਰਦਾ ਉਹਨੇ ਤਾਂ ਚਲੋ ਮੌਜ ਕਰ ਲਈ ਨਾ ਦੁਨੀਆ 'ਚ, ਗਾਂਹ ਤਾਂ ਜ਼ਿੰਦਗੀ ਮਤਲਬ ਉਹਦੇ ਖਿਆਲ ਦੇ ਵਿੱਚ ਗਾਂਹ ਜ਼ਿੰਦਗੀ ਨਹੀਂ ਹੈਗੀ, ਅਤੇ ਉਹਨੇ ਜਿਹੜੀ ਹੈਗੀ ਆ ਉਹ ਮੌਜਾਂ ਨਾਲ ਕੱਢ ਲਈ। ਉਹ ਦੂਆ ਜਿਹੜਾ ਉਹਨੂੰ ਚਾਂਸ ਵੀ ਮਿਲਿਆ ਅਤੇ ਉਹਨੇ ਨਹੀਂ ਅਵੇਲ ਕੀਤਾ। ਅਤੇ ਇਹ ਕਿਹਾ ਫਿਰ ਇਹਦਾ ਮਤਲਬ ਤਾਂ ਅਗਰ ਅਸੀਂ ਦੇਖੀਏ ਤਾਂ ਜਿਹੜੇ ਨੇਕ ਲੋਕ ਆ ਘਾਟੇ 'ਚ ਜਾਣਗੇ, ਵੱਧ ਫਾਇਦੇ 'ਚ ਜਾਣਗੇ, ਕਿਉਂਕਿ ਮਰਨ ਤੋਂ ਬਾਅਦ ਉੱਠਣਾ ਨਹੀਂ ਗਾ। ਲਿਹਾਜ਼ਾ ਜਿਨ੍ਹਾਂ ਨੇ ਜਿੱਦਾਂ ਕਹਿੰਦੇ 4 ਦਿਨਾਂ ਦੀ ਜ਼ਿੰਦਗੀ ਤੇ ਖਾ ਲੈ ਪੀ ਲੈ ਮੌਜ ਉਡਾ, ਮੌਜ ਤਾਂ ਉਹਨਾਂ ਨੇ ਉਡਾ ਲਈ, ਕਿਉਂਕਿ ਮਰਨ ਤੋਂ ਬਾਅਦ ਤਾਂ ਉੱਠਣਾ ਹੀ ਨਹੀਂ। ਉਹ ਜਿਹੜਾ ਫੂਕ ਫੂਕ ਕੇ ਕਹਿੰਦੇ ਕਦਮ ਰੱਖਦਾ ਰਿਹਾ, ਸੋਚ ਸੋਚ ਕੇ ਗੱਲਾਂ ਕਰਦਾ ਰਿਹਾ ਹੈਂ, ਕਿਸੇ ਨਾਲ ਜ਼ਿਆਦਤੀ ਨਾ ਹੋ ਜਾਏ, ਕਿਸੇ ਦਾ ਹੱਕ ਨਾ ਮਾਰਿਆ ਜਾਵੇ ਹੈਂ, ਉਹ ਬਸ ਮਰ ਗਿਆ ਅਤੇ ਬਸ ਉਹ ਤਾਂ ਇੱਦਾਂ ਕਰਦਾ ਕਰਦਾ ਮਰ ਗਿਆ ਅਤੇ ਗੱਲ ਖਤਮ ਹੋ ਗਈ। ਜਿਹੜੀ ਜ਼ਿੰਦਗੀ ਉਹਨੇ ਕੱਢੀ ਉਹ ਵੀ ਸਹਿਕ ਕੇ ਜਿਹਨੂੰ ਕਿਆ ਕੱਢੀ, ਕੁਛ ਨਹੀਂ ਲੱਭਾ ਉਹਨੂੰ। ਤਾਂ ਫਿਰ ਅੱਲਾ ਕਹਿੰਦਾ ਇਹ ਗਲਤ ਹੈ। ਆਫਾ ਨਜ ਅਲ ਮੁਸਲਿਮੀਨ ਕਲ ਮੁਜਰਮੀਨ, ਕਿਆ ਅਸੀਂ ਜਿਹੜਾ ਉਹ ਮੁਜਰਮਾਂ ਨੂੰ ਅਤੇ ਫਰਮਾਂ ਬਰਦਾਰਾਂ ਨੂੰ ਇੱਕੋ ਜਿਹਾ ਕਰ ਦੇਵਾਂਗੇ? ਨਹੀਂ, ਇੱਥੇ ਤਾਂ ਇੱਕੋ ਜਿਹਾ ਵੀ ਨਹੀਂ ਹੁੰਦਾ। ਅਗਰ ਆਖਰਤ ਦੇ ਬਾਰੇ 'ਚ ਅਸੀਂ ਇਹ ਸਮਝੀਏ ਕਿ ਆਖਰਤ ਨਹੀਂ ਹੋਣੀ, ਤਾਂ ਫਿਰ ਤਾਂ ਘਾਟੇ 'ਚ ਤਾਂ ਜਿਹੜੇ ਉਹ ਹੀ ਰਹੇ ਜਿਨ੍ਹਾਂ ਨੇ ਤਕਵੇ ਦੀ ਜ਼ਿੰਦਗੀ ਗੁਜ਼ਾਰੀ। ਅਤੇ ਇਹ ਫਰਮਾਇਆ ਕਿ ਇਹ ਸਾਰਾ ਕੁਛ ਜਿਹੜਾ ਨਾ ਇਹਨੂੰ ਤੁਸੀਂ ਸਮਝਦੇ ਹੋ ਵੀ ਇਹ ਬੇਮਕਸਦ ਹੈ। ਨਹੀਂ, ਇਹ ਸਾਰਾ ਇਹਤਮਾਮ, ਜਿੱਦਾਂ ਅਸੀਂ ਕਹਿੰਦੇ ਹਾਂ ਕਿ ਇੰਨਾ ਸਾਰਾ
ਜਿਹੜਾ ਮੈਂ ਇੱਕ ਬਾਅਦ ਔਕਾਤ ਕਿਸੇ ਬੰਦੇ ਨੂੰ ਅਸੀਂ ਕਹਿੰਦੇ ਆ ਨਾ ਕਿ ਉਹ ਜਦੋਂ ਲਾਪਰਵਾਹੀ ਕਰਦਾ ਹੈ ਤੇ ਜਾਂ ਸਾਡੀ ਔਲਾਦ ਲਾਪਰਵਾਹੀ ਕਰਦੀ, ਅਸੀਂ ਕਹਿੰਦੇ ਆ ਕਿ ਮੈਂ ਇੰਨਾ ਐਵੇਂ ਖੱਜਲ ਹੁੰਦਾ ਰਿਹਾ। ਜਾਨੀ ਜੇ ਤੈਨੂੰ ਮਤਲਬ ਹੈ ਕਿ ਤੂੰ ਤੇਰੇ ਨਜ਼ਦੀਕ ਇਹਦੀ ਕੋਈ ਅਹਿਮੀਅਤ ਨਹੀਂ ਸੀ ਤੇ ਮੈਂ ਖਾਮ ਖਾ ਖਪਦਾ ਰਿਹਾ। ਇਹ ਗੱਲ ਅੱਲਾਹ ਤਾਲਾ ਕਹਿੰਦਾ ਕਿ ਮੈਂ ਖਾਮ ਖਾ ਕੀਤਾ ਜੇ ਉਹ ਦਿਨ ਨਹੀਂ ਆਉਣਾ। ਠੀਕ ਹੈ ਨਾ। ਲਿਹਾਜ਼ਾ ਸਮਝ ਲਓ ਇਨ ਯੌਮਲ ਫਸਲ ਕਾਨ ਮੀਕਾਤਾ, ਬੇਸ਼ੱਕ ਫੈਸਲੇ ਦਾ ਦਿਨ ਜਿਹੜਾ ਹੈ ਉਹ ਮੁਕਰਰ ਹੈ। ਯੌਮ ਯੁਨਫਖੁ ਫਿਸਸੂਰ, ਜਿਸ ਦਿਨ ਸੂਰ ਦੇ ਵਿੱਚ ਫੂਕ ਮਾਰ ਦਿੱਤੀ ਜਾਏਗੀ। ਫਤਅਤੂਨ ਅਫਵਾਜਾ, ਤੇ ਤੁਸੀਂ ਜਿਹੜਾ ਨਾ ਆ ਜਾਓਗੇ ਫੌਜ ਦੀਆਂ ਫੌਜ ਦੀ ਫੌਜ, ਜਿੱਦਾਂ ਫੌਜਾਂ 'ਚ ਆਉਂਦੀਆਂ ਨਾ, ਮਤਲਬ ਕਬਰਾਂ 'ਚੋਂ ਨਿਕਲੋਗੇ ਤੇ ਉਧਰ ਆ ਜਾਓਗੇ ਜਿੱਧਰੋਂ ਆਵਾਜ਼ ਆ ਰਹੀ ਹੈ, ਜਿੱਧਰੋਂ ਸੂਰ ਦੀ ਆਵਾਜ਼ ਆਦੀ ਹੈ ਉਧਰ ਫਿਰ ਪਹੁੰਚੋਗੇ। वफुतिहत समाओ फकानत अबवाबा, और आसमान जड़ा है वो खोल दिता जाएगा और ਉਹਦੇ ਵਿੱਚ ਰਸਤੇ ਹੀ ਰਸਤੇ ਬਣ ਜਾਣਗੇ। और इसे तरह वो आंदा ना कि कुरान हकीम च आंदा कि आसमान जड़ा वो जड़ा बिल्कुल जड़ा ना ਉਹ ਜਿਹੜਾ ਜਿੱਦਾਂ ਕਿ ਕੋਈ ਚੀਜ਼ ਜਿਹੜੀ ਟੁੱਟ ਫੁੱਟ ਦਾ ਸ਼ਿਕਾਰ ਹੋ ਜਾਂਦੀ ਹੈ, ਇਹ ਸੂਰਤ ਹਾਲ ਹੋ ਜਾਏਗੀ। ਵਸੁਯਰਤਿਲ ਜਿਬਾਲ, ਔਰ ਇਹ ਪਹਾੜ ਜਿਹੜੇ ਆ ਇਹ ਚਲਾ ਦਿੱਤੇ ਜਾਣਗੇ। ਔਰ ਦੂਸਰੇ ਮੁਕਾਮ ਤੇ ਆਉਂਦਾ ਨਾ ਕਿ ਉੱਡਦੇ ਫਿਰਨਗੇ। ਜਿਵੇਂ ਉਹ ਪੇਂਜਾ ਜਿਹੜਾ ਹੁੰਦਾ ਹੈ ਉਹਦੇ 'ਚ ਜਦੋਂ ਰੂੰ ਪਿੰਜਦੇ ਆ ਨਾ, ਤਾਂ ਉਹ ਤੁਸੀਂ ਕਦੇ ਜਿਹਨੇ ਦੇਖਿਆ ਉਹਨੂੰ ਪਤਾ, ਜਿਹਨੇ ਨਹੀਂ ਦੇਖਿਆ ਉਹਨੂੰ ਪਤਾ। ਉਹ ਪਿੰਜੇ ਦੇ ਵਿੱਚ ਰੂੰ ਜਿਹੜੀ ਆ ਨਾ ਉਹ ਉੱਡੀ ਫਿਰਦੀ ਹੁੰਦੀ ਹੈ, ਜਿਵੇਂ ਆਸਮਾਨ ਤੇ ਪਹਾੜ ਉੱਡੇ ਫਿਰਦੇ ਆ ਨਾ। ਅਸੀਂ ਉੱਪਰ ਵੇਖੀਏ ਤਾਂ ਬੱਦਲ, ਸੌਰੀ ਪਹਾੜ ਨਹੀਂ ਉੱਡੇ ਫਿਰਦੇ, ਬੱਦਲ ਉੱਡੇ ਫਿਰਦੇ ਆ। ਇਹ ਪਹਾੜ ਵੀ ਬੱਦਲਾਂ ਤਰ੍ਹਾਂ ਉੱਡੇ ਫਿਰਨਗੇ। ਤੇ ਬਲਕਿ ਫਰਮਾਇਆ ਫਕਾਨਤ ਸਰਾਬਾ, ਔਰ ਇਹ ਹੋ ਜਾਣਗੇ ਜਿਵੇਂ ਰੇਤ ਹੁੰਦੀ ਆ, ਜਿਵੇਂ ਚਮਕਦੀ ਰੇਤ ਹੁੰਦੀ ਹੈ, ਇਦਾਂ ਹੋ ਜਾਣਗੇ। ਰੇਤ ਉੱਡੀ ਫਿਰਦੀ ਹੈ, ਇਹ ਵੀ ਉੱਡੇ ਫਿਰਨਗੇ। ਇਨ੍ਹਾਂ ਜਹੰਨਮ ਕਾਨਤ ਮਿਰਸਾਦਾ, ਔਰ ਬੇਸ਼ੱਕ ਜਹੰਨਮ ਜਿਹੜੀ ਹੈ ਉਹ ਤੇ ਝੌਰ ਲਾਈ ਬੈਠੀ। ਝੌਰ ਸਮਝਦੇ ਹੋ ਕਿਹਨੂੰ ਕਹਿੰਦੇ? ਜਿਹਨੂੰ ਉਰਦੂ 'ਚ ਕਹਿੰਦੇ ਗਾਤ। ਯਾਨੀ ਜਿਸ ਤਰ੍ਹਾਂ ਇੱਕ ਚੀਜ਼ ਜਿਹੜੀ ਹੈ ਨਾ, ਉਹ ਕੋਈ ਹਿਰਨ ਜਾ ਰਿਹਾ ਹੁੰਦਾ ਤੇ ਉਹ ਹੁਣ ਬੇਖਬਰ ਜਾ ਰਿਹਾ ਹੁੰਦਾ, ਲੇਕਿਨ ਕੋਈ ਚੀਤਾ ਜਾਂ ਕੋਈ ਸ਼ੇਰ ਉਹਨੂੰ ਦੇਖ ਰਿਹਾ ਹੁੰਦਾ, ਔਰ ਉਹਨੇ ਇੱਕ ਮਤਲਬ ਉਹਦੇ ਜਿਸਮ ਨੂੰ ਤੁਸੀਂ ਦੇਖੋ ਜਾਂ ਉਹਦੀ ਚੀਤੇ ਦੀ ਅਦਾ ਨੂੰ ਦੇਖੋ, ਤੇ ਉਹ ਬੜਾ ਜਿਹੜਾ ਨਾ ਉਹ ਇੱਕ ਇੰਤਜ਼ਾਰ 'ਚ ਹੁੰਦਾ ਕਿ ਮੇਰੇ ਰੇਂਜ ਦੇ ਵਿੱਚ ਆ ਜਾਵੇ। ਇਹ ਇਸੇ ਤਰ੍ਹਾਂ ਉਹਨੂੰ ਕਹਿੰਦੇ ਝੌਰ ਲਾਉਣਾ। ਗਾਤ ਲਾਉਣਾ ਵੀ ਉਹਨੂੰ ਹੀ ਕਹਿੰਦੇ ਆ। ਇਹ ਜਹੰਨਮ ਜਿਹੜੀ ਆ ਬਸ ਉਹ ਝੌਰ ਲਾਈ ਬੈਠੀ ਆ। ਕੋਈ ਕਾਬੂ ਜਦੋਂ ਹੀ ਟਾਈਮ ਆਵੇ ਤੇ ਬਸ ਸਿੱਟਾਂ ਵਿੱਚ ਅੰਦਰ ਜਹੰਨਮ ਦੇ ਢਿੱਡ ਭਰਾਂ। ਉਹ ਜਿੱਦਾਂ ਆਉਂਦਾ ਨਾ ਕਿ ਜਿਸ ਵੇਲੇ ਉਹ ਜਹੰਨਮੀਆਂ ਨੂੰ ਪਾਇਆ ਜਾਏਗਾ ਜਹੰਨਮ 'ਚ, ਤੇ ਅੱਲਾ ਪੁੱਛੇਗਾ ਹਾਲ ਲਿਮ ਤਲਾਤੀ, ਤੂੰ ਭਰ ਗਈ? ਤੇ ਜਹੰਨਮ ਕਹੇਗੀ ਹਾਲ ਮੈਂ ਮਜ਼ੀਦ, ਯਾਨੀ ਕੋਈ ਹੈ ਤੇ ਲਿਆਓ, ਉਹ ਜਗ੍ਹਾ ਤੇ ਬੜੀ ਹੈ। ਲਿਤਾਗੀਨ ਮਾਆਬਾ, ਔਰ ਸਰਕਸ਼ਾਂ ਦਾ ਠਿਕਾਣਾ ਇਹ ਜਹੰਨਮ ਬਣਨੀ ਹੈ। ਲਾਬਿਸੀਨ ਫੀਹਾ ਅਹਕਾਬਾ, ਤੇ ਫਿਰ ਪਏ ਰਹਿਣਗੇ ਉੱਥੇ ਮੁੱਦਤਾਂ ਜਹੰਨਮ ਦੇ ਵਿੱਚ ਇਹ ਸਰਕਸ਼ ਲੋਕ। ਲਾ ਯਜ਼ੂਕੂਨ ਫੀਹਾ ਬਰਦਮ ਵਲਾ ਸ਼ਰਾਬਾ, ਔਰ ਉੱਥੇ ਇਹ ਨਹੀਂ ਚਖਣਗੇ ਕੋਈ ਠੰਡੀ ਸ਼ੈ, ਨਾ ਕੋਈ ਜਿਹੜਾ ਨਾ ਪੀਣ ਵਾਲਾ ਕੋਈ ਮੁਨਾਸਬ ਪਾਣੀ, ਕੋਈ ਮਸ਼ਰੂਬ, ਕੁਛ ਜਿੱਦਾਂ ਅਸੀਂ ਕਹਿੰਦੇ ਹਾਂ ਕੁਛ ਜਿਹੜਾ ਨਾ ਉਹ ਖਾਣ ਪੀਣ ਨੂੰ ਨਹੀਂ ਲੱਭੇਗਾ ਇਹਨਾਂ ਨੂੰ। ਇੱਲਾ ਹਮੀਮਮ ਵ ਗਸਾਕਾ, ਸਵਾਏ ਇਹਨਾਂ ਨੂੰ ਮਿਲੇਗਾ ਉਬਲਦਾ ਹੋਇਆ ਪੀਪ ਵਾਲਾ ਪਾਣੀ। ਉਹ ਪੀਪ ਹੀ ਹੋਏਗੀ ਜਹੰਨਮੀਆਂ ਦੀ, ਜਿਹੜੀ ਪਾਣੀ ਦੀ ਸ਼ਕਲ ਦੇ ਵਿੱਚ ਇਹਨਾਂ ਨੂੰ ਦਿੱਤੀ ਜਾਏਗੀ। ਜਜ਼ਾਅਮ ਵਿਫਾਕਾ, ਔਰ ਇਹ ਬਦਲਾ ਹੋਵੇਗਾ ਪੂਰਾ ਪੂਰਾ, ਯਾਨੀ ਉਹਨਾਂ ਦੇ ਅਮਾਲ ਦੇ ਬਰਾਬਰ ਬਦਲਾ ਮਿਲੇਗਾ ਉਹਨਾਂ ਨੂੰ। ਇਨਹੁਮ ਕਾਨੂ ਲਾ ਯਰਜੂਨਾ ਹਿਸਾਬਾ, ਬੇਸ਼ੱਕ
ਇਹ ਉਹ ਬਦਕਿਸਮਤ ਹੈ। ਲਾ ਯਰਜੂਨਾ ਹਿਸਾਬ ਆ, ਜਿਨ੍ਹਾਂ ਨੂੰ ਤੋਕੋ ਹੀ ਨਹੀਂ ਸੀ ਕਿ ਹਿਸਾਬ ਵੀ ਦੇਣਾ ਵਾ। ਯਾਨੀ ਜਿਹਨੂੰ ਪਤਾ ਹੋਵੇ ਵੀ ਇਹ ਮੈਂ ਮਤਲਬ ਹੈ ਕਿ ਹਿਸਾਬ ਦੇਣਾ ਹੈ, ਜਾਂ ਮੈਂ ਬੈਂਕ ਤੋਂ ਕਰਜ਼ ਲਈ ਜਾਣਾ ਹੈ, ਜਾਂ ਮੈਂ ਦੁਕਾਨ ਤੋਂ ਕਰਜ਼ ਉਧਾਰ ਚੱਕੀ ਜਾਣਾ, ਮੈਂ ਇਹ ਮੁੜ ਕੇ ਮੋੜਨਾ ਵੀ ਹੈ, ਉਹ ਹਿਸਾਬ ਵੀ ਰੱਖਦਾ ਕਿੰਨਾ ਕੁ ਹੋ ਗਿਆ। ਜਿਹਨੂੰ ਇਹ ਹੋਵੇ ਕਿ ਮੈਂ ਮੋੜਨਾ ਨਹੀਂ, ਅੱਜ ਕੱਲ੍ਹ ਬਾਅਦ ਔਕਾਤ ਦੁਕਾਨ ਤੋਂ ਸੌਦਾ ਉਧਾਰ ਲਈ ਜਾਣਗੇ, ਫਿਰ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਮੋੜਨਾ ਹੀ ਨਹੀਂ। ਉਹਨਾਂ ਦੀ ਕੋਸ਼ਿਸ਼ ਹੁੰਦੀ ਜਿੰਨਾ ਜ਼ਿਆਦਾ ਲੈ ਲਓ, ਮੁੜ ਕੇ ਅਸੀਂ ਭੱਜ ਜਾਣਾ, ਅਸੀਂ ਕਿਹੜਾ ਵਾਪਸ ਕਰਨਾ। ਲਿਹਾਜ਼ਾ ਜਿੰਨਾ ਲੈ ਲਿਆ ਉਹੀ ਨਫੇ ਦਾ। ਤੇ ਫਰਮਾਇਆ ਇਹਨਾਂ ਨੂੰ ਤੇ ਉਮੀਦ ਹੀ ਨਹੀਂ ਸੀ, ਤਵੱਕੋ ਹੀ ਨਹੀਂ ਸੀ ਵੀ ਇਹ ਹਿਸਾਬ ਵੀ ਦੇਣਾ, ਲਿਹਾਜ਼ਾ ਇਹ ਬੇਹਿਸਾਬੀ ਬੁਰਾਈ ਕਰਦੇ ਰਹੇ ਨਾ। ਵਕਜ਼ਬੂ ਬਿਆਯਾਤਿਨਾ ਕਿਜ਼ਾਬਾ, ਔਰ ਇਹਨਾਂ ਨੇ ਸਾਡੀਆਂ ਆਇਤਾਂ ਨੂੰ ਝੁਠਲਾਇਆ, ਬੜਾ ਜਿੱਦਾਂ ਕਹਿੰਦੇ ਆ ਨਾ ਖੂਬ ਯਾਨੀ ਚੰਗਾ ਰੱਖ ਕੇ ਇਹਨਾਂ ਨੇ ਸਾਡੀਆਂ ਆਇਤਾਂ ਨੂੰ ਜਿਹੜਾ ਨਾ ਉਹ ਝੂਠ ਸਮਝਿਆ। ਯਾਨੀ ਕੋਈ ਗੁੰਜਾਇਸ਼ ਹੀ ਨਹੀਂ ਸੀ ਇਹਨਾਂ ਦੇ ਕੋਲ ਇਹਨਾਂ ਦੇ ਗੱਲਾਂ ਬਾਤਾਂ 'ਚ ਵੀ ਇਹ ਸੱਚ ਵੀ ਹੋ ਸਕਦਾ, ਜਿਨ੍ਹਾਂ 'ਚ ਅਸੀਂ ਦੱਸਦੇ ਸੀ ਕਿ ਵੀ ਇਹ ਹਿਸਾਬ ਕਿਤਾਬ ਹੋਣਾ, ਤੁਹਾਨੂੰ ਇਹ ਭਰਨਾ ਪੈਣਾ ਜੋ ਤੁਸੀਂ ਕਰਦੇ ਹੋ। ਵकुल्ल शैइन अहसैनाहु किताबा, ਔਰ ਹਰ ਸ਼ੈ ਜਿਹੜੀ ਹੈ ਯਾਨੀ ਜੋ ਵੀ ਇਹਨਾਂ ਨੇ ਕੀਤੀ ਹੈ, ਇਹਨਾਂ ਦਾ ਜੋ ਵੀ ਅਮਲ ਹੈ, ਉਹ ਅਸੀਂ ਗਿਣ ਰੱਖਿਆ ਹੋਇਆ ਆਪਣੀ ਕਿਤਾਬ 'ਚ, ਗਿਣ ਲਿਖਿਆ ਹੋਇਆ ਆਪਣੀ ਕਿਤਾਬ 'ਚ। ਯਾਨੀ ਸਭ ਜਿਹੜਾ ਨਾ ਉਹ ਮੌਜੂਦ ਹੈ ਹਿਸਾਬ ਕਿਤਾਬ ਵਾਲੀ ਕਿਤਾਬ 'ਚ, ਅਮਾਲਨਾਮੇ 'ਚ। ਫਜ਼ੂਕੂ ਫਲਨ ਨਜ਼ੀਦਕੁਮ ਇਲਾ ਅਜ਼ਾਬਾ, ਤੇ ਫਿਰ ਅਸੀਂ ਉਸ ਦਿਨ ਕੀ ਕਵਾਂਗੇ ਕਿ ਹੁਣ ਲਓ ਮਜ਼ੇ ਜਹੰਨਮ ਦੇ, ਔਰ ਹੁਣ ਇੱਥੇ ਅਸੀਂ ਤੁਹਾਨੂੰ ਕੋਈ ਚੀਜ਼ ਹੋਰ ਨਹੀਂ ਦੇਣੀ। ਯਾਨੀ ਇਹ ਜੋ ਕੁਝ ਤੁਹਾਨੂੰ ਦੇਣਾ ਸੀ ਇਹ ਦੇ ਦਿੱਤਾ, ਹੁਣ ਤੁਸੀਂ ਇਸੇ ਨਾਲ ਗੁਜ਼ਾਰਾ ਕਰਨਾ। ਹਾਂ, ਇੱਕ ਚੀਜ਼ ਅਸੀਂ ਹੋਰ ਵੀ ਵਧਾਵਾਂਗੇ, ਫਲਨ ਨਜ਼ੀਦਕੁਮ ਇਲਾ ਅਜ਼ਾਬਾ, ਹਾਂ ਅਜ਼ਾਬ ਦੇ ਵਿੱਚ ਵਾਧਾ ਕਰਦੇ ਰਵਾਂਗੇ। ਯਾਨੀ ਜੋ ਖਾਣਾ ਪੀਣਾ ਉਹ ਤਾਂ ਤੁਹਾਨੂੰ ਇਹੋ ਹੀ ਮਿਲਣਾ ਹੈ ਆਖਰ ਤੱਕ, ਇਹਦੇ 'ਚ ਕੋਈ ਹੋਰ ਅਜ਼ਾਫੀ ਡਿਸ਼ ਨਹੀਂ ਆਉਣੀ। ਇਹ ਪੀਪ ਆ ਜਾਂ ਉਹ ਥੋੜ ਦਾ ਦਰਖਤ ਹੈ ਜਾਂ ਹੋਰ ਗੰਦ ਬਲਾਵਾ ਜਿਹੜੀ ਪਹਿਲੇ ਦਿਨ ਹੀ ਤੁਹਾਨੂੰ ਲੱਭ ਗਈ ਹੈ, ਇਹ ਹੀ ਆ ਤੁਹਾਡੇ ਵਾਸਤੇ, ਹਾਂ ਜਦੋਂ ਤੱਕ ਤੁਸੀਂ ਜਹੰਨਮ 'ਚ ਰਹਿਣਾ। ਪਰ ਇੱਕ ਚੀਜ਼ ਜਿਹੜੀ ਹੈ ਨਾ ਉਹ ਤੁਹਾਨੂੰ ਪਹਿਲੇ ਨਾਲੋਂ ਹੋਰ ਵਧਾ ਕੇ ਦੇਵਾਂਗੇ, ਔਰ ਉਹ ਹੈ ਕਿ ਨਵਾਂ ਅਜ਼ਾਬ, ਰੰਗ ਦਾ ਅਜ਼ਾਬ, ਰੰਗ ਦੀਆਂ ਤਕਲੀਫਾਂ। ਫਜ਼ੂਕੂ ਫਲਨ ਨਜ਼ੀਦਕੁਮ ਇਲਾ ਅਜ਼ਾਬਾ, ਬਸ ਤੁਹਾਨੂੰ ਹੋਰ ਕੁਛ ਨਹੀਂ ਲੱਭਣਾ ਸਿਵਾਏ ਅਜ਼ਾਬ ਦੇ ਇਜ਼ਾਫੇ ਤੋਂ ਜਾਂ ਨਵੇਂ ਅਜ਼ਾਬ ਤੋਂ ਇਲਾਵਾ ਹੋਰ ਕੁਛ ਨਹੀਂ ਲੱਭਣੀ। ਰੰਗ ਦਾ ਅਜ਼ਾਬ ਆਏਗਾ। ਇਨ ਲਿਲ ਮੁੱਤਕੀਨਾ ਮਫਾਜ਼ਾ, ਬੇਸ਼ੱਕ ਜਿਹੜੇ ਪਰਹੇਜ਼ਗਾਰ ਸੀ, ਇਹ ਤੇ ਤਾਗੀਨ ਸੀ ਨਾ, ਸਰਕਸ਼ੀ ਕਰਨ ਵਾਲੇ। ਉਹ ਪਿੱਛੇ ਅਸੀਂ ਪੜ੍ਹਿਆ ਨਾ ਆਇਤ ਨੰਬਰ 22 ਦੇ ਵਿੱਚ, ਲਿਤਾਗੀਨਾ ਮਾਆਬਾ, ਇਹ ਤਾਂ ਉਹਨਾਂ ਦਾ ਠਿਕਾਣਾ ਸੀ। ਹੁਣ ਜਿਹੜੇ ਮੁੱਤਕੀ ਪਰਹੇਜ਼ਗਾਰ ਔਰ ਅੱਲਾਹ ਤਾਲਾ ਦੀ ਜਿਹੜੀ ਆ ਉਹ ਅੱਲਾਹ ਦੇ ਤਕਵੇ ਨਾਲ ਜ਼ਿੰਦਗੀ ਗੁਜ਼ਾਰਦੇ ਰਹੇ, ਬਚ ਕੇ ਜ਼ਿੰਦਗੀ ਗੁਜ਼ਾਰਦੇ ਰਹੇ, ਜੰਨਤ ਦੇ ਉਮੀਦਵਾਰ ਬਣ ਕੇ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ। ਇਨ ਲਿਲ ਮੁੱਤਕੀਨਾ ਮਫਾਜ਼ਾ, ਬੇਸ਼ੱਕ ਮੁੱਤਕੀ ਲੋਕ ਹੀ ਕਾਮਯਾਬ ਹੋਣਗੇ, ਉਹ ਫਾਸਕ ਫਾਜਰ ਕਾਮਯਾਬ ਨਹੀਂ ਹੋਣਗੇ। ਹਦਾਇਕ व अनाबा, और ਇਹਨਾਂ ਵਾਸਤੇ ਉਹ ਬਾਗਾਤ ਔਰ ਅੰਗੂਰ ਹੋਣਗੇ। व कवाइबा अतराबा, और ਇਹਨਾਂ ਵਾਸਤੇ ਉਹ ਹਮ ਉਮਰ ਬੀਵੀਆਂ ਹੋਣਗੀਆਂ, ਜਿਨ੍ਹਾਂ ਨੂੰ ਆਮ ਤੌਰ 'ਤੇ ਅਸੀਂ ਹੂਰਾਂ ਕਹਿੰਦੇ ਹਾਂ। व कासन दिहाका, और ਇਹਨਾਂ ਨੂੰ ਉਹ ਜਾਮ ਲੱਭਣਗੇ ਜਿਹੜੇ ਛਲਕਦੇ ਹੋਏ ਹੋਣਗੇ। ਮਤਲਬ ਉਹ ਇੱਕ ਮਿਸਲ ਮਸ਼ਹੂਰ ਹੈ ਨਾ, ਛਲਕਦੇ ਜਾਮ ਮਸ਼ਰੂਬ ਦੇ। ਲਾ ਯਸਮਾਊਨਾ ਫੀਹਾ ਲਗਵਮ ਵਲਾ ਕਿਜ਼ਾਬਾ, ਔਰ ਉਹਦੇ ਵਿੱਚ ਇਹ ਨਾ ਕੋਈ ਬੇਹੂਦਾ ਚੀਜ਼ ਦੇਖਣਗੇ ਔਰ ਨਾ ਕੋਈ ਬੇਹੂਦਾ ਚੀਜ਼ ਇਹ ਸੁਣਨਗੇ, ਨਾ ਕੋਈ ਝੂਠ ਖਰਾਫਾਤ ਉੱਥੇ ਇਹਨਾਂ ਨੂੰ ਵੇਖਣ ਵਾਸਤੇ ਮਿਲਣਗੀਆਂ। ਜਜ਼ਾ ਮਿਰ ਰੱਬਿਕਾ ਅਤਾਨ ਹਿਸਾਬਾ, ਇਹ ਜਜ਼ਾ ਹੋਏਗੀ ਤੁਹਾਡੇ ਰੱਬ ਵੱਲੋਂ, ਔਰ ਇਹ ਹੋਏਗੀ ਮਤਲਬ ਇਹ ਆ ਕਿ ਉਹਨਾਂ ਦੇ ਅਮਲਾਂ ਦੇ ਲਿਹਾਜ਼ ਨਾਲ। ਯਾਨੀ
ਇਹ ਨਹੀਂ ਹੋਏਗਾ ਕਿ ਉਹਨਾਂ ਦੇ ਅਮਲਾਂ ਤੋਂ ਘੱਟ ਅੱਲਾ ਦੇਗਾ, ਵਧਾ ਕੇ ਹੀ ਦੇਗਾ। ਰੱਬ समावात वल अर्द वमा बैनहुमा, और ਇਹ ਉਸ ਰੱਬ ਦੇ ਵੱਲੋਂ ਹੋਣਾ ਵਾ ਜਿਹੜਾ ਆਸਮਾਨਾਂ ਜ਼ਮੀਨ ਦਾ ਔਰ ਉਹਦੇ ਦਰਮਿਆਨ ਜੋ ਕੁਛ ਵੀ ਹੈ ਉਹ ਸਭ ਦਾ ਮਾਲਕ ਹੈ। ਅਰ ਰਹਿਮਾਨ, ਜਿਹੜਾ ਬਹੁਤ ਜ਼ਿਆਦਾ ਮਿਹਰਬਾਨ ਹੈ ਔਰ ਹਰ ਵੇਲੇ ਰਹਿਮ ਕਰਨ ਵਾਲਾ ਹੈ। ਲਾ ਯਮਲਿਕੂਨ ਮਿਨਹੁ ਖਿਤਾਬਾ, ਔਰ ਇਹ ਜਿਹੜੇ ਇੱਥੇ ਐਡੀਆਂ ਐਡੀਆਂ ਗੱਲਾਂ ਕਰਦੇ ਆ ਕਿ ਕਿੱਦਾਂ ਹੋ ਜਾਣਾ, ਅੰਮਾ ਯਤਸਾਲੂਨ ਅਨ ਨਬਲ ਅਜ਼ੀਮ, ਜਿਹੜੇ ਇਹਦੇ ਤੋਂ ਇਖਤਲਾਫ ਕਰਦੇ ਆ, ਅੱਲਾ ਦੀ ਹੁਮ ਫੀਹ ਮੁਖਤਲਿਫੂਨ, ਫਰਮਾਇਆ ਲਾ ਯਮਲਿਕੂਨ ਮਿਨਹੁ ਖਿਤਾਬਾ, ਇਹ ਤੇ ਉਹਦੇ ਸਾਹਮਣੇ ਗੱਲ ਵੀ ਨਹੀਂ ਕਰ ਸਕਣਗੇ। ਯੌਮ ਯਕੂਮ रूह वल मलाइकतु सफ़ा, यानी उस आसमाना ज़मीन और जो कुछ ਉਹਦੇ ਦਰਮਿਆਨ ਆ ਉਹਦਾ ਰੱਬ ਜਿਹੜਾ ਹਾਲਾਂਕਿ ਇੰਤਹਾਈ ਮਿਹਰਬਾਨ ਆ, ਪਰ ਇਹ ਜੁਰਤ ਨਹੀਂ ਕਰਨਗੇ, ਉਹ ਹਿੰਮਤ ਨਹੀਂ ਕਰਨਗੇ ਉਹਦੇ ਨਾਲ ਗੱਲ ਕਰਨ ਦੀ। ਉਸ ਵੇਲੇ ਕੋਈ ਇਖਤਿਆਰ, ਲਾ ਯਮਲਿਕੂਨ ਮਿਨਹੁ ਖਿਤਾਬਾ, ਕੋਈ ਇਹਨਾਂ ਦੀ ਹਿੰਮਤ ਨਹੀਂ ਹੋਏਗੀ, ਕੋਈ ਇਖਤਿਆਰ ਨਹੀਂ ਹੋਗਾ ਗੱਲ ਕਰਨ। ਯੌਮ ਯਕੂਮ रूह वल मलाइकतु सफ़ा, जिस वेले जिब्राइल अमीन भी, रूहुल कुदस भी और दूसरे फरिश्ते भी, यानी सब तो वड्डा फरिश्ता भी ते फिर बाकी मतहत फरिश्ते भी, वल मलाइका तो सफ़ा, और बाकी फरिश्ते सफ़ दर सफ़, जेड़ा ना वो क़यामत दा एक माहौल है ना, वजा रब्बुका वल मलक सफ़न सफ़ा, वो दस्या कि इस तरह सफ बंदी की हुई होएगी। ला यतकल्लमूना इल्ला मन आज़ना लहुर रहमान, और कोई भी इन्नी जुर्रत नहीं रखता होगा कि वो अपनी मर्जी दे नाल अल्लाह दे नाल कोई गल कर सके। इल्ला मन आज़ना लहुर रहमान, सवाए कि अल्लाह ही उन्होंने इजाजत देवे कि गल कर। मतलब यह है कि यानी जिस तरह तुसी समझ लो कि बादशाह के दरबार दे विच बंदा हाज़र होंदा ना, या बंदा हाज़र हुंदा सी, ते ओहदा जिहड़ा अंदाज हुंदा सी, वो ते मतलब यह कि वो आम तौर दे उत्ते बादशाह को पहला इजाजत ले जाते सी, फलां बंदा हाज़र होने की इजाजत चाहता वा, ते बादशाह कहता सी इजाजत है आ जा, वो आ गया, हुण आके खड़ो गया चुपचाप। हुण बादशाह उन्होंने कहता सी अर्ज करो, क्या अर्ज करना चाहते हो। हुण वो बोलेगा। इस तरह समझ लो कि अल्लाह ताला जिसनों कुछ पूछेगा, ठीक है ना, तो जिदा अल्लाह ने रसूलों को पूछना कि तुहानू असी जिहड़ा पैगाम दिता सी वो तुसी पहुँचाया सी कि नहीं पहुँचाया, तो जवाब फिर उस वेले रसूल देणगे कि जी असी पहुँचा दिता सी, अपने ज़माने च ए लोग है जिन्हां तक असी पहुँचाया, ठीक है ना। इस तरह जिहड़ा भी गल करेगा ना, वो आपकी मर्जी नाल नहीं शुरू हो जाएगा, वो अल्लाह दे मकामो मरतबे दे एतबार नाल अल्लाह दे इज़न का इंतज़ार करेगा कि अल्लाह बोलण की इजाज़त देवे तो मैं अपनी गल करां। वकाला सवाब, जिदा मैं हुण तुहानूं मिसाल दित्ती है ना कि वो पहला तो वो बादशाह का जिहड़ा वो की समझ लो दरबारी जिहड़ा खास दरबारी है, वो जाके बादशाह सलामत के सामने हाजिर होएगा। हजूर का इकबाल बुलंद हो, फलां साइल हाज़री की इजाज़त चाहता है। वो फिर बादशाह कहता है हाज़र किया जाए, साइल को हाज़र किया जाए, हैं, यानी जेड़ा साइल है चल के आया मेरे को, उन्होंने मेरे सामने हाज़र किया जाए। वो फिर उन्होंने फड़ के लै आंदा तो उन्होंने उत्थे खड़ा करके ना खड़ा कर दिंदा। हुण बादशाह जदों जे वो बादशाह जिहड़ा ना वो मूँह तां चकेगा, ਉਹਦੇ ਵੱਲ देख के फिर बादशाह ਨੂੰ कहता हाँ पूछो क्या पूछना चाहते हो या क्या मांगना चाहते हो, हैं, या क्या तुम्हारा मसला है जिसके लिए तुम जो है वो हाजिर हुए। हुण उन्हें पूछा तो हुण उन्हें बोलना, पहला नहीं बोलिया। हो इस तरह अल्लाह ताला के सामने कोई नहीं बोल सकेगा, बस वो जिन्हों अल्लाह ताला इज़न देगा। वकाला सवाबा, और वो भी
ਜਿਹੜੀ ਗੱਲ ਕਰੇਗਾ ਨਾ ਉਹ ਗੱਲ ਕਰੇਗਾ ਠੀਕ ਠੀਕ, ਗੱਲ ਦੇ ਵਿੱਚ ਕੋਈ ਵਰਡ ਨਹੀਂ ਹੋਣ ਲੱਗਾ। ਜਿਸ ਤਰ੍ਹਾਂ ਆਮ ਤੌਰ ਦੇ ਉੱਤੇ ਇਹ ਹੁੰਦਾ ਨਾ ਕਿ ਅਗਰ ਕੋਈ ਆਦਮੀ ਯਾਨੀ ਕਿਸੇ ਵੱਡੇ ਆਦਮੀ ਦੇ ਕੋਲ ਹਾਜ਼ਰ ਹੋਵੇ ਔਰ ਉਹ ਆਦਮੀ ਉਹਨੂੰ ਜਿਹੜਾ ਨਾ ਇਜਾਜ਼ਤ ਦੇਵੇ, ਪੁੱਛੇ ਕਿ ਹਾਂ ਬਈ, ਜਿੱਦਾਂ ਮਤਲਬ ਸਮਝ ਲਓ ਦੁਨੀਆ ਦੇ ਕਿਸੇ ਬਾਦਸ਼ਾਹ ਦੇ ਸਾਹਮਣੇ ਇੱਕ ਬੰਦਾ ਜਿਹੜਾ ਉਹ ਹਾਜ਼ਰ ਹੋਇਆ ਔਰ ਬਾਦशाह ने कहा हाँ तुम किस लिए हाजिर हुए हो, तो मतलब ਇਹ ਹੈ ਕਿ ਉਹ ਗੈਰ ਜ਼ਰੂਰੀ ਗੱਲਾਂ ਕਰਨੀਆਂ ਸ਼ੁਰੂ ਕਰ ਦੇਵੇ, ਗੈਰ ਜ਼ਰੂਰੀ ਬਹਿਸ ਉੱਥੇ ਕੋਈ ਕਰ ਦੇਵੇ, ਨਵਾਂ ਕੋਈ ਮਸਲਾ ਛੇੜ ਦੇਵੇ ਜਿਹਦਾ ਕੋਈ ਤਲਕ ਨਹੀਂ, ਠੀਕ ਹੈ ਨਾ, ਜਾਂ ਉਹ ਝੂਠ ਕਵੇ, ਠੀਕ ਹੈ। ਹੁਣ ਉਹ ਹੋ ਸਕਦਾ ਬਾਦਸ਼ਾਹ ਦੇ ਸਾਹਮਣੇ ਝੂਠ ਬੋਲ ਦੇਵੇ, ਲੇਕਿਨ ਉਸ ਬਾਦਸ਼ਾਹ ਦੇ ਸਾਹਮਣੇ ਨਾ ਤੇ ਉਹ ਝੂਠ ਬੋਲ ਸਕਦਾ ਨਾ ਵੱਧ ਘੱਟ ਗੱਲ ਕਰ ਸਕਦਾ। ਇਹ ਗੱਲ ਦੱਸੀ ਜਾ ਰਹੀ। ਉਹ ਜਿਹੜੀ ਗੱਲ ਕਰੇਗਾ ਵਕਾਲਾ ਸਵਾਬ ਆ, ਉਹ ਬਿਲਕੁਲ ਪੂਰੀ ਪੂਰੀ ਨਾਪ ਤੋਲ ਕੇ ਗੱਲ ਕਰੇਗਾ, ਝੂਠ ਨਹੀਂ। ਇਸ ਵਾਸਤੇ ਕਿ ਜਿਹਦੇ ਸਾਹਮਣੇ ਗੱਲ ਕਰ ਰਿਹਾ ਉਹਨੂੰ ਉਸ ਗੱਲ ਦਾ ਉਸ ਤੋਂ ਜ਼ਿਆਦਾ ਪਤਾ, ਉਹ ਗੈਬ ਦਾ ਜਾਣਨ ਵਾਲਾ। ਜ਼ਾਲਿਕਲ ਯੌਮੁਲ ਹਕ, ਇਹ ਦਿਨ ਜਿਹੜਾ ਬਿਲਕੁਲ ਬਰਹਕ ਹੈ, ਅਟਲ ਹੈ, ਇਹ ਦਿਨ ਤੇ ਆਉਣਾ ਹੀ ਆਉਣਾ। ਫਮਨ ਸ਼ਾਅ ਅਤਖਜ਼ਾ ਇਲਾ ਰੱਬਿhi ਮਾਆਬਾ, ਤੇ ਜਿਹੜਾ ਵੀ ਚਾਹਵੇ ਉਹ ਆਪਣੇ ਰੱਬ ਦੇ ਕੋਲ ਟਿਕਾਣਾ ਬਣਾਉਣ ਦੀ ਕੋਸ਼ਿਸ਼ ਕਰ ਲਵੇ, ਯਾਨੀ ਆਪਣੇ ਰੱਬ ਦੇ ਕੋਲ ਅੱਛਾ ਟਿਕਾਣਾ ਬਣਾਉਣ ਦੀ, ਜੰਨਤ ਹਾਸਲ ਕਰਨ ਦੀ ਕੋਸ਼ਿਸ਼ ਕਰ ਲਵੇ। ਇੰਨਾ ਅੰਦਰਨਾकुम ਅਜ਼ਾਬਨ ਕਰੀਬਾ, ਔਰ ਅਸੀਂ ਤੁਹਾਨੂੰ ਤੰਬੀਹ ਕਰ ਦਿੱਤੀ ਹੈ ਕਿ ਅਜ਼ਾਬ ਬੜੀ ਛੇਤੀ ਆਉਣ ਵਾਲਾ, ਨੇੜੇ ਜਾਂ ਦੂਰ ਨਹੀਂ। ਯੌਮ ਯੰਜ਼ੁਰੁਲ ਮਰਉ ਮਾ ਕਦਮਤ ਯਦਾ, ਜਿਸ ਵੇਲੇ ਦੇਖ ਲਏਗਾ ਹਰ ਬੰਦਾ ਉਸਨੇ ਅੱਗੇ ਕੀ ਭੇਜਿਆ, ਯਾਨੀ ਉੱਥੇ ਆਪਣੇ ਅਮਾਲ ਉਹਨੇ ਜਿਹੜੇ ਕਰਕੇ ਅੱਗੇ ਭੇਜਿਆ, ਉਹ ਉੱਥੇ ਜਿਹੜਾ ਆ ਕੇ ਵੇਖ ਲਏਗਾ। ਵ ਯਕੂਲੁਲ ਕਾਫਿਰ, ਔਰ ਉਸ ਵੇਲੇ ਉਹ ਨਾਸ਼ੁਕਰਾ ਕਾਫਰ ਜਿਹਦੇ ਕੋਲ ਅੱਲਾ ਦਾ ਪੈਗਾਮ ਪਹੁੰਚਿਆ ਸੀਗਾ ਔਰ ਉਹਨੇ ਉਸ ਪੈਗਾਮ ਦੀ ਕਦਰ ਨਹੀਂ ਕੀਤੀ ਸੀ, ਕੁਰਾਨ ਦੀ ਕਦਰ ਨਹੀਂ ਕੀਤੀ ਸੀ, ਉਸ ਵੇਲੇ ਕਹੇਗਾ ਕੁਰਾਨ ਨੂੰ ਨਹੀਂ ਸਿੱਖਿਆ ਸਮਝਿਆ ਸੀ, ਯਾ ਲੈਤਨੀ, ਹਾਏ ਮੇਰੀ ਕਿਸਮਤ, ਕਾਸ਼ ਕੁੰਤ ਤੁਰਾਬਾ, ਮੈਂ ਜਦੋਂ ਮਰਿਆ ਸੀ ਤੇ ਫਿਰ ਮੈਨੂੰ ਮਿੱਟੀ 'ਚ ਦੱਬ ਦਿੱਤਾ ਸੀ ਤੇ ਉੱਥੇ ਮੈਂ ਮਿੱਟੀ 'ਚ ਰਲ ਗਿਆ ਸੀ ਤੇ ਰਲਿਆ ਹੀ ਰਹਿੰਦਾ, ਯਾਨੀ ਮੈਨੂੰ ਦੁਬਾਰਾ ਇਨਸਾਨ ਨਾ ਬਣਾਇਆ ਜਾਂਦਾ ਤੇ ਮੈਂ ਸੌਖਾ ਸੀਗਾ। ਹੁਣ ਮੈਨੂੰ ਦੁਬਾਰਾ ਬਣਾ ਦਿੱਤਾ ਤੇ ਹੁਣ ਮੈਨੂੰ ਆਪਣੇ ਅਮਲਾਂ ਦਾ ਹਿਸਾਬ ਦੇਣਾ ਪੈਂਦਾ, ਇਹ ਬਹੁਤ ਔਖਾ ਕੰਮ ਹੈ, ਹੁਣ ਨਹੀਂ ਮੈਂ ਬਚਦਾ। ਤੇ ਉਹ ਅਫਸੋਸ ਕਰੇਗਾ। ਅੱਲਾ ਕਹਿੰਦਾ ਉਸ ਅਫਸੋਸ ਤੋਂ ਪਹਿਲੇ ਪਹਿਲੇ ਆਪਣੇ ਆਪ ਨੂੰ ਠੀਕ ਕਰ ਲਓ। ਅੱਛਾ ਜੀ, ਹੁਣ ਇਸ ਸੂਰਾ ਨਾਬਾ ਸੀ ਤੇ ਉਸ ਤੋਂ ਅੱਗੇ ਸੂਰਾ ਨਾਜ਼ਿਆਤ ਆ ਗਈ ਆ। ਉਹ ਸੂਰਾ ਨਾਜ਼ਿਆਤ ਹੁਣ ਅਸੀਂ ਪੜ੍ਹਨ ਲੱਗੇ ਹਾਂ। ਬਿਸਮਿल्लाहिर रहमानिर रहीम, ਸ਼ੁਰੂ ਅੱਲਾਹ ਤਾਲਾ ਦੇ ਨਾਮ ਦਾ ਨਾਲ ਜਿਹੜਾ ਨਹਾਇਤ ਮਿਹਰਬਾਨ ਔਰ ਹਰ ਵੇਲੇ ਰਹਿਮ ਕਰਨ ਵਾਲਾ। ਵਨ ਨਾਜ਼ਿਆਤ ਗਰਕਾ, ਇਹ ਹੁਣ ਕਸਮਾਂ ਜਾਂ ਗਵਾਹੀਆਂ ਜਿਹੜੀਆਂ ਆ ਰਹੀਆਂ ਨਾ, ਇਹ ਫਰਿਸ਼ਤਿਆਂ ਦੀ ਕਸਮ ਜਾਂ ਫਰਿਸ਼ਤਿਆਂ ਦੀ ਗਵਾਹੀ ਆ ਰਹੀ ਆ। ਇਹ ਮੈਂ ਕਈ ਦਫਾ ਦੱਸ ਚੁੱਕਿਆ ਕਿ ਇਹ ਵਾਓ ਵਾਲੀ ਕਸਮ ਜਿਹੜੀ ਹੁੰਦੀ ਹੈ ਇਹਦੇ 'ਚ ਗਵਾਹੀ ਵੀ ਹੁੰਦੀ ਹੈ ਔਰ ਇਹਦੇ ਵਿੱਚ ਕਸਮ ਦਾ ਮਫਹੂਮ ਵੀ ਹੁੰਦਾ। ਵਨ ਨਾਜ਼ਿਆਤ ਗਰਕਾ, ਕਸਮ ਹੈ ਜਾਂ ਗਵਾਹੀ ਹੈ, ਉਹਨਾਂ ਮਤਲਬ ਇਹ ਹੈ ਕਿ ਉਹਨਾਂ ਦੀ ਜਿਹੜੇ ਇਨਸਾਨ ਦੇ ਅੰਦਰ ਗਰਕ ਹੋ ਜਾਂਦੇ ਆ, ਯਾਨੀ ਜਿਸ ਵੇਲੇ ਫਰਿਸ਼ਤੇ ਇਨਸਾਨ ਦੀ ਰੂਹ ਕੱਢਦੇ ਆ ਤੇ ਜ਼ਾਹਿਰ ਬਾਤ ਹੈ ਜਾਨ ਕੱਢਦੇ ਆ, ਤੇ ਉਹ ਮਤਲਬ ਇਹ ਕਿ ਇਨਸਾਨ ਦੇ ਅੰਦਰ ਤੱਕ ਰਸਾਈ ਹਾਸਲ ਕਰਦੇ ਆ ਨਾ। ਜਿਸ ਤਰ੍ਹਾਂ ਤੁਸੀਂ ਮਛਲੀ ਪਕੜਨੀ ਹੋਵੇ ਤੇ ਸਮੁੰਦਰ ਦੇ ਵਿੱਚ ਵੜੋਗੇ ਤੇ ਮਛਲੀ ਪਕੜੋਗੇ ਨਾ। ਹੁਣ ਉਹ ਜਾਨ ਜਿਸਮ ਦੇ ਕਿਸੇ ਹਿੱਸੇ ਦੇ ਵਿੱਚ ਹੈਗੀ ਆ ਤੇ ਉੱਥੋਂ ਕੱਢਣੀ ਆ ਉਹ, ਤੇ ਉਹ ਜਿੱਦਾਂ ਪਾਣੀ ਦੇ ਵਿੱਚ ਗੋਤਾ ਲਾਈਦਾ, ਗਰਕ ਹੋਣਾ ਮੁਰਾਦ ਇਹ ਆ। ਗਰਕਾ, ਜਿੱਦਾਂ ਗਰਕ ਕਹਿੰਦੇ ਆ, ਗਰਕ ਹੋ ਗਿਆ, ਡੁੱਬ ਗਿਆ, ਇਸੇ ਤਰ੍ਹਾਂ ਉਹ ਬੰਦੇ ਦੇ ਜਿਸਮ ਦੇ ਵਿੱਚ ਗਰਕ ਹੋ ਕੇ ਤੇ ਫਿਰ ਇਹ ਕੰਮ ਕਰਦੇ ਆ, ਜਾਨ ਕੱਢਣ ਦਾ, ਜਾਨ ਨੂੰ ਖਿੱਚਦੇ ਆ। ਵਨ ਨਾਜ਼ਿਆਤ, ਯਾਨੀ ਉਹ ਖਿੱਚਣ ਵਾਲੇ ਆ, ਗਰਕ ਹੋ ਕੇ।
ਇਨਸਾਨੀ ਜਿਸਮ ਦੇ ਵਿੱਚ ਗਰਕ ਹੋ ਕੇ ਤੇ ਉਹਦੀ ਜਾਨ ਖਿੱਚ ਕੇ ਲਿਆਉਂਦੇ ਆ। ਵਨਾਸ਼ਿਤਾਤ ਨਸ਼ਤਾ, ਔਰ ਉਹਨਾਂ ਦੀ ਗਵਾਹੀ ਹੈ ਜਿਹੜੇ ਫਿਰ ਉੱਥੇ ਗੰਢਾਂ ਖੋਲ ਲੈਂਦੇ ਆ। ਇਹ ਹੁਣ ਅਸਲ ਦੇ ਵਿੱਚ ਇਹ ਦੋਨੋਂ ਗਵਾਹੀਆਂ ਜਾਂ ਕਸਮਾਂ ਅਲੱਗ ਅਲੱਗ ਵੀ ਹੋ ਸਕਦੀਆਂ। ਯਾਨੀ ਇੱਕ ਤੇ ਉਹਨਾਂ ਦੀ ਜਾਨ ਕੱਢਣੀ ਹੈ ਨਾ ਜਿਹੜੇ ਸਰਕਸ਼ ਹੈ, ਨਾਫਰਮਾਨ ਆ। ਇੱਕ ਉਹਨਾਂ ਦੀ ਜਾਨ ਕੱਢਣੀ ਹੈ ਜਿਹੜੇ ਨੇਕ ਆ, ਜਿਹੜਾ ਨਾ ਉਹ ਭਲੇ ਲੋਕ ਆ। ਅੱਛਾ, ਇਹ ਗੱਲ ਸਮਝ ਲਓ ਕਿ ਜਿਹੜਾ ਸਾਨੂੰ ਨਜ਼ਰ ਆ ਰਿਹਾ ਹੁੰਦਾ ਨਾ ਉਹ ਕੁਝ ਹੋਰ ਹੁੰਦਾ। ਉਹ ਤੇ ਜਿਹੜੀ ਜ਼ਾਹਰੀ ਬਿਮਾਰੀ ਹੈ ਨਾ ਉਹਦੀ ਵਜ੍ਹਾ ਤੋਂ ਇੱਕ ਬੰਦਾ ਜਿਹੜਾ ਤਕਲੀਫ ਹੁੰਦਾ, ਕਿਸੇ ਬੰਦੇ ਦਾ ਐਕਸੀਡੈਂਟ ਹੋਇਆ, ਬੇਸ਼ੱਕ ਉਹ ਨੇਕ ਹੀ ਹੋਏਗਾ ਤਾਂ ਉਹ ਐਕਸੀਡੈਂਟ ਦੀ ਵਜ੍ਹਾ ਤੋਂ ਉਹਨੂੰ ਤਕਲੀਫ ਹੋ ਰਹੀ ਹੈ ਨਾ ਜਿਸਮਾਨੀ, ਤੇ ਉਹ ਹਾਏ ਹਾਏ ਕਰ ਰਿਹਾ ਹੋਏਗਾ ਤੇ ਉਹਦੀ ਜਾਨ ਨਿਕਲ ਰਹੀ ਹੈ, ਤੇ ਤੁਸੀਂ ਕਹੋ ਕਿ ਜੀ ਇਹ ਤਾਂ ਵਾਦਾ ਹੈ। ਔਰ ਇਸੇ ਤਰ੍ਹਾਂ ਜਿਹੜਾ ਨਾ ਉਹ ਬੜੇ ਬੜੇ ਨੇਕ ਤੋਂ ਮੁਰਾਦ ਇਹ ਆ ਕਿ ਦੇਖੋ ਨਬੀ ਸੱਲੱਲਾਹੁ ਅਲੈहि ਵਸੱਲਮ ਦਾ ਜਿਹੜਾ ਆਖਰੀ ਵਕਤ ਆ ਨਾ ਉਹਦੇ ਵਿੱਚ ਨਬੀ ਸੱਲੱਲਾਹੁ ਅਲੈहि ਵਸੱਲਮ ਵੀ ਕਾਫੀ ਜਿਹੜਾ ਨਾ ਉਹ ਮਤਲਬ ਇਹ ਆ ਕਿ ਇਸ ਤਰ੍ਹਾਂ ਦੀ ਆਪ ਜਿਹੜਾ ਨਾ ਉਹ ਸੂਰਤ ਹਾਲ 'ਚ ਰਹੇ ਆ, ਬਿਮਾਰ ਰਹੇ ਆ, ਆਪ ਬਿਮਾਰੀ ਤਕਲੀਫ ਹੁੰਦੀ ਹੈ, ਤਕਲੀਫ 'ਚ ਰਹੇ ਆ। ਤੇ ਜਿਹੜਾ ਨਾ ਉਹ ਇਹ ਇੱਕ ਜ਼ਾਹਰੀ ਹੈ। ਇਹ ਜਿਹੜਾ ਜਾਨ ਕੱਢਣ ਦਾ ਅਮਲ ਹੈ ਇਹਦਾ ਨਹੀਂ ਕਿਸੇ ਨੂੰ ਪਤਾ ਲੱਗਦਾ। ਉਹ ਸਾਡੇ ਐਵੇਂ ਅਸੀਂ ਕਹਿ ਦਿੰਦੇ ਹਾਂ ਕਿ ਅੱਜ ਇਹ ਬੜੀ ਸਖਤੀ 'ਚ ਹੈ ਤੇ ਇਹ ਬੜੀ ਨਰਮੀ 'ਚ ਹੈ, ਉਹ ਬਿਮਾਰੀ ਦੀ ਵਜ੍ਹਾ ਤੋਂ ਕੋਈ ਮਾਮਲਾਤ ਹੁੰਦੇ। ਬਾਕੀ ਉਹ ਜਿਹੜੀ ਕੈਫੀਅਤ ਹੈ ਨਾ ਉਹ ਤਾਂ ਅੱਲਾ ਨੂੰ ਹੀ ਪਤਾ ਹੈ, ਠੀਕ ਹੈ ਨਾ, ਕਿ ਉਹ ਕਿੱਦਾਂ ਨਿਕਲਦੀ ਹੈ, ਕਿਉਂਕਿ ਉਹ ਸਾਡੇ ਵਾਸਤੇ ਗਾਇਬ ਹੈ। ਤੇ ਬਹਰਹਾਲ ਇਹ ਸਮਝ ਲਓ ਕਿ ਉਹ ਬਦਾਂ ਦੀ ਜਿਹੜੀ ਜਾਨ ਕੱਢਦੇ ਆ ਗਰਕ ਹੋ ਕੇ, ਇੱਕ ਤੇ ਉਹ ਆ। ਇੱਕ ਹੈਗੇ ਆ ਜਿਹੜੇ ਨੇਕਾਂ ਦੀ ਜਾਨ ਕੱਢਦੇ ਆ। ਜਾਨ ਤੇ ਫਿਰ ਕੱਢਣੀ ਪੈਗੀ, ਨੇਕ ਵੀ ਹੈ ਭਾਵਾਂ ਬਦ ਵੀ ਹੈ, ਠੀਕ ਹੈ ਨਾ। ਇਸੇ ਤੋਂ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਇੱਕ ਹਦੀਸ ਦੇ ਵਿੱਚ ਫਰਮਾਇਆ, ਆਪ ਨੇ ਕਿਹਾ ਕਿ ਨੇਕ ਬੰਦੇ ਦੀ ਜਾਨ ਉਹ ਇਸ ਤਰ੍ਹਾਂ ਕੱਢ ਲੈਂਦੇ ਆ ਜਿਵੇਂ ਜਿਹੜਾ ਨਾ ਉਹ ਕਿਸੇ ਮਸ਼ਕ ਹੁੰਦੀ ਹੈ ਨਾ, ਪਾਣੀ ਵਾਲੀ ਚਮੜੇ ਦੀ ਮਸ਼ਕ ਹੁੰਦੀ ਸੀ ਪੁਰਾਣੇ ਜ਼ਮਾਨੇ 'ਚ, ਤੇ ਉਹਦੇ 'ਚੋਂ ਕਤਰਾ ਕਤਰਾ ਜਿਹੜਾ ਨਾ ਐਵੇਂ ਡੁੱਲਦਾ ਰਹਿੰਦਾ ਸੀ, ਤੇ ਉਹ ਜਿਵੇਂ ਮਤਲਬ ਆ ਕਿ ਉਹ ਲੀਕ ਹੋ ਜਾਂਦਾ ਸੀ ਕਤਰਾ, ਬਾਵਜੂਦ ਇਸਦੇ ਕਿ ਉਹਦਾ ਮੂੰਹ ਕੁੱਟਿਆ। ਤੇ ਜਿੰਨਾ ਕੋ ਕਤਰਾ ਜਿਹੜਾ ਲੀਕ ਹੋਇਆ, ਯਾਨੀ ਹੁਣ ਬਾਵਜੂਦ ਉਹ ਜਿਹਨੇ ਉਹਨੂੰ ਘੁੱਟ ਕੇ ਬੰਨਿਆ ਉਹਨੂੰ ਨਹੀਂ ਮਹਿਸੂਸ ਹੋਇਆ ਕਤਰਾ ਡਿੱਗਦਾ, ਤੇ ਇੱਦਾਂ ਹੀ ਉਸ ਨੂੰ ਵੀ ਨਹੀਂ ਮਹਿਸੂਸ ਹੋਏਗਾ ਜਾਨ ਦਾ ਨਿਕਲਣਾ, ਠੀਕ ਹੈ ਨਾ। ਜਿਹੜੀ ਉਹ ਰੂਹ ਕਬਜ਼ ਕਰਦੇ ਆ ਉਹ ਅਮਲ, ਔਰ ਉਹਦਾ ਸਾਨੂੰ ਨਹੀਂ ਪਤਾ ਲੱਗਦਾ ਦੇਖਣ ਨਾਲ ਕਿ ਜੀ ਉਹ ਕਿਸ ਤਰ੍ਹਾਂ ਉਹ ਕੱਢ ਕੇ ਲੈ ਗਿਆ। ਬਹਰਹਾਲ ਇਹ ਪਹਿਲਾ ਜਿਹੜਾ ਨਾ ਉਹ ਵਨਾਜ਼ਿਆਤ ਗਰਕਾ, ਗਵਾਹੀ ਹੈ ਉਹਨਾਂ ਦੀ ਕਿ ਜਿਹੜੇ ਇਨਸਾਨ ਦੇ ਜਿਸਮ ਦੇ ਵਿੱਚ ਗਰਕ ਹੋ ਕੇ, ਯਾਨੀ ਉਹ ਫਰਿਸ਼ਤੇ ਫਿਰ ਉੱਥੋਂ ਜਾਨ ਕੱਢ ਕੇ ਖਿੱਚ ਕੇ ਲਿਆਉਂਦੇ ਆ ਉਹਨੂੰ, ਉਹ ਨਿਕਲਦੀ ਵੀ ਨਹੀਂ ਨਾ, ਉਹ ਲੱਤਾਂ ਫਸਾਉਂਦੀ ਹੋਣੀ ਹੈ, ਜ਼ਾਹਰਾ ਦੁਨੀਆ 'ਚ ਜਾਣ ਨੂੰ ਦਿਲ ਨਹੀਂ ਕਰਦਾ। ਵਨਾਸ਼ਿਤਾਤ ਨਸ਼ਤਾ, ਔਰ ਗਵਾਹੀ ਹੈ ਜਾਂ ਕਸਮ ਹੈ ਉਹਨਾਂ ਦੀ ਜਿਹੜੇ ਆਰਾਮ ਦੇ ਨਾਲ ਜਿਹੜਾ ਨਾ ਉਹ, ਯਾਨੀ ਉਹਨਾਂ ਨੂੰ ਉਹ ਗੰਢ ਖੋਲ੍ਹਣ ਦੀ ਕੋਈ ਦਿੱਕਤ ਨਹੀਂ ਹੁੰਦੀ। ਯਾਨੀ ਇੱਦਾਂ ਸਮਝ ਲਓ ਵੀ ਜਿਵੇਂ ਹੌਲੀ ਦੇਣੀ ਪੋਲੀ ਦੇਣੀ, ਗੰਢ ਖੋਲ੍ਹੀ ਤੇ ਜਾਨ ਨਿਕਲ ਗਈ, ਇਸ ਤਰ੍ਹਾਂ ਦਾ ਹਿਸਾਬ ਕਿਤਾਬ। ਬਹਰਹਾਲ ਇਹ ਫਿਰ ਸਮਝ ਲਓ, ਇਹਨੂੰ ਅਸੀਂ ਕਿਸੇ ਬੰਦੇ ਨੂੰ ਦੁਨੀਆ ਦੇ ਵਿੱਚ ਮਰਦਿਆਂ ਦੇਖ ਕੇ ਹਿਸਾਬ ਨਹੀਂ ਲਾਣਾ, ਇਹ ਅੱਲਾ ਦੀਆਂ ਅੱਲਾ ਹੀ ਜਾਣਦਾ। ਕਈ ਬੜੇ ਬਦ ਹੁੰਦੇ। ਹੁਣ ਫਿਰੌਨ ਜਿਹੜਾ ਪਾਣੀ 'ਚ ਡੁੱਬ ਗਿਆ, ਉਹ ਕਿਸੇ ਨੇ ਵੇਖਿਆ ਲੱਤਾਂ ਮਾਰਦਾ, ਹੱਥ ਮਾਰਦਾ, ਸਮਝ ਆਈ ਨਾ। ਹੁਣ ਫਿਰੌਨ ਪਾਣੀ 'ਚ ਗਰਕ ਹੋਇਆ, ਬੰਦੇ ਗਰਕ ਹੋ ਹੀ ਜਾਂਦੇ ਆ, ਪਾਣੀ 'ਚ ਡੁੱਬ ਕੇ ਮਰ ਜਾਂਦੇ ਆ। ਹੁਣ ਉਹ ਚਲੋ ਸਾਡੇ ਸਾਹਮਣੇ ਤੇ ਕੋਈ ਬੰਦਾ ਮਰਦਾ ਤੇ ਉਹ ਲੱਤਾਂ ਮਾਰਦਾ, ਹੱਥ ਮਾਰਦਾ, ਹਾਏ ਹਾਏ ਕਰਦਾ। ਫਿਰੌਨ ਨੇ ਤੇ ਇੱਕ ਵਾਰੀ ਵੀ ਹਾਏ ਨਹੀਂ ਕੀਤਾ ਹੋਣਾ, ਉਹ ਮੂੰਹ 'ਚ ਪਾਣੀ ਪੈ ਗਿਆ, ਅੱਖਾਂ 'ਚ ਪੈ ਗਿਆ, ਢਿੱਡ ਭਰ ਗਿਆ, ਤੇ ਬੋਲਣ ਨਹੀਂ ਗਿਆ ਹੋਣਾ, ਬੇਹੋਸ਼ ਹੋ ਗਿਆ ਹੋਵੇਗਾ। ਇਸੇ ਤਰ੍ਹਾਂ ਇੱਕਦਮ ਬੰਬ ਦਾ ਧਮਾਕਾ ਹੁੰਦਾ ਤੇ ਭਾਵੇਂ ਜਿਹੜਾ ਨਾ ਉਹਨੂੰ ਉਹ ਹਾਲ ਹੂਲ ਕਰਨ ਦਾ ਟਾਈਮ ਹੀ ਨਹੀਂ ਲੱਗਦਾ, ਉਹ ਇੱਕਦਮ ਹੀ ਖਤਮ ਹੋ ਜਾਂਦਾ। ਤੇ ਲਿਹਾਜ਼ਾ ਇਹ ਇੱਕ ਹੋਰ ਚੀਜ਼ ਹੈ। ਫਿਰ ਫਰਮਾਇਆ ਵਸਾਬਿਹਾਤ ਸਬਹਾ, ਔਰ ਫਿਰ ਤੇਜ਼ੀ ਦੇ ਨਾਲ ਹਵਾ ਦੇ ਵਿੱਚ ਤਰਦੇ ਹੋਏ ਇਹ ਜਿਹੜਾ ਨਾ ਉਹ ਅੱਗੇ बढ़न ਵਾਲੇ, ਯਾਨੀ ਉਹ ਫਿਰ ਜਿਸ ਵੇਲੇ ਜਾਨ ਕੱਢ ਲੈਂਦੇ ਆ
ਤੇ ਫਿਰ ਹੁਣ ਉਹਨਾਂ ਨੇ ਉਹਨੂੰ ਉਹਦੇ ਟਿਕਾਣੇ ਤੇ ਪਹੁੰਚਾਉਣਾ ਹੈ। ਫਰਿਸ਼ਤਿਆਂ ਨੇ ਜਾਨ ਕੱਢਣ ਤੋਂ ਬਾਅਦ, ਉਹ ਜਾਨ ਕੱਢਣਗੇ ਭਾਵੇਂ ਨੇਕ ਹੈ ਭਾਵੇਂ ਬਦ ਹੈ, ਉਹਨਾਂ ਨੂੰ ਫਿਰ ਆਪਣੇ ਆਪਣੇ ਟਿਕਾਣੇ ਤੇ ਪਹੁੰਚਾਉਣਾ ਤਾਂ ਹੈ ਨਾ। ਤੇ ਉਹ ਫਿਰ ਯਾਨੀ ਅਸਲ ਦੇ ਵਿੱਚ ਉਹ ਫਿਰ ਹਵਾ ਦੇ ਵਿੱਚ ਤਰਦੇ ਜਾਂਦੇ ਆ, ਵੱਸਾ ਬਿਹਾ ਤੇ ਸਾਬਾ, ਔਰ ਫਿਰ ਤੇਜ਼ੀ ਦੇ ਨਾਲ ਤਰਨ ਵਾਲੇ, ਉੱਡਣ ਵਾਲੇ ਕਹਿ ਲਓ, ਹਵਾ ਵਿੱਚ ਤਰਨ ਵਾਲੇ ਜਾਂ ਹਵਾ 'ਚ ਉੱਡਣ ਵਾਲੇ। ਫੱਸਾ ਬਿਕਾ ਤੇ ਸਬਕਾ, ਔਰ ਫਿਰ ਉਹ ਮਤਲਬ ਇਹ ਆ ਕਿ ਦੌੜ ਕੇ ਜਾਣ ਵਾਲੇ, ਯਾਨੀ ਉਹ ਤੇਜ਼ੀ ਨਾਲ ਜਾਣ ਵਾਲੇ, ਸਬਕਤ ਕਰਨ ਵਾਲੇ, ਯਾਨੀ ਜਿੱਦਾਂ ਕੰਮ ਪੂਰਾ ਹੋ ਜਾਂਦਾ ਨਾ ਤੇ ਉਹ ਫਿਰ ਭੱਜਦੇ ਆ ਕਿ ਅਸੀਂ ਇਹਨੂੰ ਆਪਣੀ ਜਗ੍ਹਾ ਤੇ ਪਹੁੰਚਾਈਏ। ਯਾਨੀ ਇਹ ਨਹੀਂ ਕਿ ਉੱਥੇ ਮਤਲਬ ਹੈ ਕਿ ਜਿੱਦਾਂ ਪੁਲਿਸ ਜਿਹੜੀ ਆ ਉਹ ਕਿਸੇ ਮੁਜਰਮ ਨੂੰ ਗ੍ਰਿਫਤਾਰ ਕਰਦੀ ਆ ਤੇ ਕਦੀ ਇਸ ਹੋਟਲ ਤੇ ਲੈ ਕੇ ਬੈਠ ਗਈ, ਕਦੀ ਉੱਥੇ ਲੈ ਕੇ ਬਹਿ ਗਏ। ਮਤਲਬ ਇਹ ਆ ਵੀ ਇੱਥੇ ਕਿਤੇ ਤੋੜ ਭੰਨ ਹੋ ਜਾਏ, ਕੋਈ ਮੁੱਕ ਮਕਾ ਹੋ ਜਾਏ ਹੈਂ, ਤੇ ਇੱਥੇ ਹੁਣੇ ਕੋਈ ਪੈਸੇ ਲੈ ਜਾਏ ਤੇ ਇਹਨੂੰ ਥਾਣੇ ਨਾ ਹੀ ਲੈ ਜਾਣਾ ਪਵੇ। ਇੱਦਾਂ ਦੇ ਇੰਤਜ਼ਾਰ ਕਰਦੇ ਨਾ ਬਾਜ਼ ਜਿਹੜਾ ਨਾ ਉਹ ਮੁਜਰਮਾਂ ਦਾ, ਜਾਂ ਜਿਨ੍ਹਾਂ ਨੂੰ ਫੜ ਲੈਂਦੇ ਆ ਵੀ ਇੱਥੇ ਕੋਈ ਤੋੜ ਭੰਨ ਕਰ ਲਈਏ। ਤੇ ਨਹੀਂ, ਉਹ ਤੇ ਜਾਨ ਕੱਢਦੇ ਆ ਤੇ ਫਿਰ ਉਹਨਾਂ ਦੀ ਤੇਜ਼ੀ ਹੁੰਦੀ ਹੈ, ਉਹਨਾਂ ਦੀ ਸਬਕਤ ਹੁੰਦੀ ਹੈ, ਦੌੜ ਲੱਗੀ ਹੁੰਦੀ ਹੈ ਕਿ ਅਸੀਂ ਇਹਨੂੰ ਜਮ੍ਹਾਂ ਕਰਵਾਈਏ, ਇਸ ਰੂਹ ਨੂੰ ਜਾ ਕੇ ਜਾਂ ਜਾਨ ਨੂੰ ਜਮ੍ਹਾਂ ਕਰਾਈਏ। ਫਲ ਮੁਦੱਬਿਰਾਤ ਅਮਰਾ, ਤੇ ਉਹ ਤਦਬੀਰ ਕਰਨ ਵਾਲੇ, ਇਹ ਸਾਰੀ ਮਨਸੂਬਾਬੰਦੀ ਅੱਲਾ ਦੇ ਹੁਕਮ ਦੇ ਮੁਤਾਬਕ ਹੁੰਦੀ ਹੈ। ਅੱਲਾ ਦੇ ਹੁਕਮ ਦੇ ਮੁਤਾਬਕ ਆਪਣੀ ਮਨਸੂਬਾਬੰਦੀ ਕਰਕੇ ਕੰਮ ਕਰਨ ਵਾਲੇ ਫਰਿਸ਼ਤਿਆਂ, ਉਹਨਾਂ ਦੀ ਗਵਾਹੀ ਹੈ। ਇਹ ਇੰਨੀਆਂ ਗਵਾਹੀਆਂ ਜਾਂ ਇੰਨੀਆਂ ਕਸਮਾਂ ਜਿਹੜੀਆਂ ਇਸ ਤੋਂ ਬਾਅਦ ਅੱਲਾਹ ਤਾਲਾ ਫਰਮਾ ਰਿਹਾ ਹੈ ਕਿ ਯੌਮ ਤਰਜੁਫੁ ਰਾਜਿਫਾ, ਜਿਸ ਦਿਨ ਜ਼ਮੀਨ ਜਿਹੜੀ ਹੈ, ਯੌਮ ਤਰਜੁਫੁ ਰਾਜਿਫਾ, ਮਤਲਬ ਜ਼ਮੀਨ ਦੇ ਬਾਰੇ 'ਚ ਜਿਸ ਦਿਨ ਕੰਬਣ ਵਾਲੀ ਕੰਬੇਗੀ, ਮਤਲਬ ਇਹ ਆ ਲਰਜ਼ਣ ਵਾਲੀ ਲਰਜ਼ੇਗੀ। ਜਦੋਂ ਜ਼ਲਜ਼ਲਾ ਆਉਂਦਾ ਨਾ, ਹੁਣ ਤਾਂ ਮਾੜਾ ਇਹ ਜ਼ਲਜ਼ਲਾ ਤਾਂ ਥੋੜ੍ਹਾ ਹੁੰਦਾ, ਜ਼ਮੀਨ ਜਿਹੜੀ ਆ ਉਹ ਕੰਬਦੀ ਹੈ ਜ਼ਲਜ਼ਲੇ ਦੇ ਨਾਲ, ਤੇ ਜਿਸ ਵੇਲੇ ਉਹ ਜ਼ਲਜ਼ਲਾ ਆਏਗਾ ਉਹ ਤਾਂ ਬਹੁਤ ਸਖਤ ਹੋਏਗਾ ਨਾ। ਤੇ ਜਿਸ ਵੇਲੇ ਉਹ ਜ਼ਲਜ਼ਲੇ ਨਾਲ ਜ਼ਮੀਨ ਜਿਹੜੀ ਆ ਉਹ ਲਰਜ਼ੇਗੀ ਜਾਂ ਕੰਬੇਗੀ, ਤਤਬਾਉ ਹਰ ਰਾਦਿਫਾ, ਔਰ ਉਸ ਤੋਂ ਬਾਅਦ ਆਏਗਾ ਦੂਸਰਾ ਜ਼ਲਜ਼ਲਾ, ਦੂਸਰਾ ਝਟਕਾ। ਇੱਕ ਪਹਿਲਾ ਝਟਕਾ, ਫਿਰ ਦੂਸਰਾ ਝਟਕਾ। ਕੁਲੂਬ ਯੌਮਇਜ਼ਿਨ ਵਾਜਿਫਾ, ਔਰ ਉਸ ਦਿਨ ਜਿਹੜਾ ਨਾ ਬਹੁਤ ਸਾਰੇ ਦਿਲ ਜਿਹੜੇ ਆ ਉਹਨਾਂ ਨੂੰ ਝਟਕਾ ਲੱਗਾ ਹੋਏਗਾ। ਉਹ ਦਿਲ ਧੜਕਦੇ ਹੋਣਗੇ ਵੀ ਪਤਾ ਨਹੀਂ ਕੀ ਬਣਨਾ। ਉਹ ਜ਼ਾਹਿਰ ਹੈ ਜਦੋਂ ਇਮਤਿਹਾਨ ਦਾ ਰਿਜ਼ਲਟ ਆਉਣਾ ਹੁੰਦਾ ਨਾ, ਤੇ ਉਦੋਂ ਵੈਸੇ ਤਾਂ ਤਕਰੀਬਨ ਸਭ ਦੇ ਦਿਲ ਨੂੰ ਧੜਕਾ ਲੱਗਾ ਹੁੰਦਾ, ਲੇਕਿਨ ਜਿਨ੍ਹਾਂ ਨੇ ਜਿੱਦਾਂ ਦੇ ਪੇਪਰ ਕੀਤੇ ਹੁੰਦੇ ਉਸ ਹਿਸਾਬ ਦਾ ਧੜਕਾ ਹੁੰਦਾ। ਅਬਸਾਰਹੁਮ ਖਾਸ਼ਿਆ, ਔਰ ਉਹਨਾਂ ਦੀਆਂ ਅੱਖਾਂ ਜਿਹੜੀਆਂ ਉਹ ਖਾਲੀ ਖਾਲੀ ਝੁਕੀਆਂ ਹੋਈਆਂ, ਜਿੱਦਾਂ ਕਹਿੰਦੇ ਅੱਖਾਂ ਤੋਂ ਹੀ ਖੌਫ ਜ਼ਦਾ ਜਿਹਾ ਲੱਗਣਗੇ। ਯਕੂਲੂਨਾ ਆਇਨਾ ਮਰਦੂਦੂਨਾ ਫਿਲ ਹਾਫਿਰਾ, ਔਰ ਹੁਣ ਕਹਿੰਦੇ ਆ ਕਿ ਕਿਆ ਅਸੀਂ ਪਹਿਲੀ ਹਾਲਤ ਦੇ ਉੱਤੇ ਫਿਰ ਲੈ ਆਏ ਜਾਵਾਂਗੇ। ਯਾਨੀ ਉਸ ਵੇਲੇ ਤੇ ਇਹਨਾਂ ਦੀਆਂ ਅੱਖਾਂ ਜਿਹੜੀਆਂ ਉਹ ਬਿਲਕੁਲ ਜਿੱਦਾਂ ਕਹਿੰਦੇ ਨਾ ਉਹ ਡਰੀ ਹੋਈ ਗਾਂ ਉਸ ਤਰ੍ਹਾਂ ਹੋਣਗੀਆਂ। ਲੇਕਿਨ ਅੱਜ ਬੜੇ ਅੱਖਾਂ ਚੱਕ ਕੇ ਗੱਲਾਂ ਕਰਦੇ ਆ। ਯਕੂਲੂਨਾ, ਹੁਣ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਇਹ ਕਹਿੰਦੇ ਸੀ ਨਾ ਕਿ ਉਹਦੇ ਨਾਲ ਆਉਣਾ, ਤੇ ਉਹ ਕਹਿੰਦੇ ਸੀ ਅਜੀਬ ਜੀ ਗੱਲ ਹੈ, ਅਸੀਂ ਫਿਰ ਦੁਬਾਰਾ ਜਿਹੜਾ ਉੱਦਾਂ ਹੀ ਬਣਾ ਦੇਵਾਂਗੇ। ਯਕੂਲੂਨਾ ਆਇਨਾ ਲਮਰਦੂਦੂਨਾ ਫਿਲ ਹਾਫਿਰਾ, ਉਹ ਕਹਿੰਦੇ ਕਿ ਅੱਛਾ ਕੀ ਅਸੀਂ ਦੁਬਾਰਾ ਫਿਰ ਉੱਦਾਂ ਦੇ ਬਣਾ ਦਿੱਤਾ ਜਾਵਾਂਗੇ, ਯਾਨੀ ਮਰਨ ਤੋਂ ਮਿੱਟੀ ਚ ਰਲਣ ਤੋਂ ਬਾਅਦ ਦੁਬਾਰਾ ਉੱਦਾਂ ਦੇ ਬਣਾ ਦੇਵਾਂਗੇ। ਆਇਜ਼ਾ ਕੁੰਨਾ ਇਜ਼ਾਮਾ ਨਖਰਾ, ਉਦੋਂ ਬਣ ਜਾਵਾਂਗੇ ਜਿਸ ਵੇਲੇ ਸਾਡੀਆਂ ਹੱਡੀਆਂ 'ਚੋਂ ਮਿੱਖ ਵੀ ਖਤਮ ਹੋ ਗਈ। ਯਾਨੀ ਹੱਡੀਆਂ ਦੇ ਵਿੱਚ ਇੱਕ ਮਿੱਖ ਜਿਹੀ ਵੀ ਹੁੰਦੀ ਹੈ ਨਾ, ਤੇ ਹੁਣ ਜਿਸ ਵੇਲੇ ਬੰਦਾ ਮਰ ਜਾਏਗਾ, ਮਿੱਟੀ 'ਚ ਰਲ ਜਾਏਗਾ, ਉਹ ਮਿੱਖ ਮੁੱਖ ਖਤਮ ਹੋ ਜਾਏਗੀ, ਹੱਡੀਆਂ ਵੀ ਬੁੱਸੀਆਂ ਤਰੱਕੀਆਂ ਬਣ ਜਾਣਗੀਆਂ ਖਾਲੀ। ਤੇ ਉਹ ਕਹਿੰਦਾ ਅੱਛਾ ਫਿਰ ਸਾਨੂੰ ਦੁਬਾਰਾ ਜਿਹੜਾ ਉਹਨਾਂ ਹੱਡੀਆਂ ਨੂੰ ਜੋੜ ਕੇ ਸਾਨੂੰ ਫਿਰ ਉਸ ਤਰ੍ਹਾਂ ਬਣਾ ਦਿੱਤਾ ਜਾਏਗਾ। ਇਹ ਕਹਿਣ ਦਾ ਮਤਲਬ ਹੈ ਉਹਨਾਂ ਦਾ, ਇਹ ਉਹ ਮੁਸ਼ਰਿਕਾਂ ਦਾ ਸਵਾਲ ਹੈ। ਕਾਲੂ,
ਤੇ ਫਿਰ ਆਪੇ ਹੀ ਕਹਿੰਦੇ ਆ, ਇਹ ਹੁਣ ਗੱਲਾਂ ਕਰਦੇ ਆ ਨਾ ਬਹਿ ਬਹਿ ਕੇ ਇੱਕ ਦੂਸਰੇ ਨਾਲ ਕਿ ਜੀ ਇਹ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਤੇ ਇਦਾਂ ਕਹਿੰਦੇ ਆ ਕਿ ਮਰਨ ਤੋਂ ਬਾਅਦ ਤੁਸੀਂ ਫਿਰ ਜ਼ਿੰਦਾ ਹੋ ਜਾਣਾ। ਉਹ ਹੱਡੀਆਂ ਕਿੱਦਾਂ ਬਣਨਗੀਆਂ ਜਿਹਨਾਂ 'ਚ ਮਿੱਖ ਵੀ ਖਤਮ ਹੋ ਗਈ। ਕਾਲੂ, ਔਰ ਫਿਰ ਕਹਿੰਦੇ ਆ ਤਿਲ ਕਾ ਇਜ਼ਨ ਕਰਤੁਨ ਖਾਸਿਰਾ, ਫਿਰ ਤੇ ਜੀ ਬੜਾ ਹੀ ਘਾਟੇ ਵਾਲਾ ਸੌਦਾ ਬਣ ਜਾਏਗਾ ਜੇ ਦੁਬਾਰਾ ਸਾਨੂੰ ਉਦਾਂ ਦੇ ਬਣਾਤਾ, ਫਿਰ ਤੇ ਹਿਸਾਬ ਦੇਣਾ ਹੀ ਪਏਗਾ। ਯਾਨੀ ਇਹ ਤੰਜ਼ਨ ਕਹਿੰਦੇ ਆ ਕਿ ਯਾਰ ਜੇ ਫਿਰ ਇਦਾਂ ਹੀ ਬਣਾ ਹੀ ਲਏਗਾ ਅੱਲਾ ਤਾਂ ਫਿਰ ਤਾਂ ਹਿਸਾਬ ਦੇਣਾ ਹੀ ਪਏਗਾ ਨਾ, ਜ਼ਾਹਰ ਹੈ। ਅੱਲਾ ਨੇ ਬੜੀ ਮਿਹਨਤ ਕਰਕੇ ਬਣਾਇਆ ਹੋਣਾ ਸਾਨੂੰ, ਹੈ। ਇਹ ਮਤਲਬ ਆਪਣੇ ਘਰਾਂ 'ਚ ਬਹਿ ਕੇ, ਬੇਲੀਆਂ 'ਚ ਬਹਿ ਕੇ ਅੱਗੇ ਪਿੱਛੇ ਇਹ ਡਿਸਕਸ਼ਨ ਕਰਦੇ ਆ, ਕਿਉਂਕਿ ਇਹ ਪਹਿਲੇ ਤਕਰੀਬਨ 4 ਸਾਲ ਹੈ ਨਾ ਜਿਹਨਾਂ ਦੇ ਵਿੱਚ ਇਹ ਸੂਰਤਾਂ ਨਾਜ਼ਲ ਹੋਣੀਆਂ, 4-5 ਸਾਲ। ਉਦੋਂ ਦਾਵਤ ਜਿਹੜੀ ਹੈ ਨਾ ਉਹ ਪਹੁੰਚ ਰਹੀ ਹੈ ਬੜੇ ਪੂਰੇ ਜ਼ੋਰ ਸ਼ੋਰ ਨਾਲ, ਤੇ ਇਸ ਤਰ੍ਹਾਂ ਦੀ ਗੱਲਾਂ ਕਰ ਰਿਹਾ। فَإِنَّمَا هِيَ زَجْرَةٌ وَاحِدَةٌ, ਅੱਲਾਹ ਤਾਲਾ ਕਹਿੰਦਾ ਹਾਂ ਅੱਲਾ ਤੇ ਬਸ ਇੱਕ ਜਿਹੜਾ ਜ਼ਜਰ ਹੈ ਤੇ ਬਸ ਉਹਦੇ ਨਾਲ ਹੀ ਸਾਰਾ ਕੰਮ ਜਿਹੜਾ ਨਾ ਹੋ ਜਾਣਾ। فَإِنَّمَا هِيَ زَجْرَةٌ وَاحِدَةٌ, ਨਹੀਂ ਉਹ ਤੇ ਬਸ ਇੱਕ ਹੀ ਜ਼ਜਰ ਹੋਏਗੀ, ਇੱਕ ਹੀ ਡਾਂਟ ਹੋਏਗੀ, ਇੱਕ ਆਵਾਜ਼ ਹੋਏਗੀ। ਉਹ ਜਿਹੜਾ ਸੂਰ 'ਚ ਆਵਾਜ਼ ਹੀ ਆਉਣੀ ਹੈ ਨਾ, ਉਹ ਤੇ ਇੱਕ ਹੀ ਆਵਾਜ਼ ਹੋਏਗੀ। ਫਾਇਜ਼ਾ ਹੁਮ ਬਿਸਾਹਿਰਾ, ਤੇ ਉਹ ਮੈਦਾਨ 'ਚ ਪਹੁੰਚ ਜਾਣਗੇ। ਯਾਨੀ ਬਸ ਉਹ ਇੱਕ ਆਵਾਜ਼ ਹੈ, ਆਪੇ ਹੀ ਨਿਕਲ ਕੇ ਪਹੁੰਚਦੇ। ਅੱਲਾ ਨੇ ਕੀ ਕਰਨਾ ਹੈ? ਅੱਲਾ ਨੇ ਕੋਈ ਮੁਸ਼ੱਕਤ ਨਹੀਂ ਕਰਨੀ ਹੈ। ਅੱਲਾ ਨੂੰ ਕੋਈ ਮੁਸ਼ੱਕਤ ਨਹੀਂ ਹੋਣੀ, ਇਹਨਾਂ ਨੇ ਆਪ ਹੀ ਭੱਜ ਕੇ ਉੱਥੇ ਪਹੁੰਚਣਾ ਜਿੱਥੋਂ ਆਵਾਜ਼ ਆ ਰਹੀ ਹੈ, ਉੱਥੇ ਹੀ ਇਕੱਠੇ ਕਰਨੇ। ਹਲ ਅਤਾਕਾ ਹਦੀਸੋ ਮੂਸਾ, ਤੇ ਅੱਲਾਹ ਤਾਲਾ ਫਰਮਾਉਂਦਾ ਕਿਆ ਤੁਹਾਡੇ ਕੋਲ ਮੂਸਾ अलैहिस्सलाम ਦੀ ਗੱਲ ਜਿਹੜੀ ਆ ਉਹ ਪਹੁੰਚੀ ਹੈ? ਸਵਾਲੀਆ ਅੰਦਾਜ਼। ਉਹ ਮੂਸਾ अलैहिस्सलाम ਦਾ ਵਾਕਿਆ ਜਾਂ ਮੂਸਾ अलैहिस्सलाम ਦੀ ਗੱਲ ਤੁਹਾਡੇ ਕੋਲ ਪਹੁੰਚੀ ਆ। ਇਜ਼ ਨਾਦਾਹੂ ਰੱਬੁਹੂ ਬਿਲਵਾਦਿਲ ਮੁਕੱਦਸ ਤੁਆ, ਜਦੋਂ ਉਹਨਾਂ ਨੂੰ ਉਹਦੇ ਰੱਬ ਨੇ, ਮੂਸਾ अलैहिस्सलाम ਦੇ ਰੱਬ ਨੇ ਸੱਦਿਆ ਤੁਆ ਦੀ ਮੁਕੱਦਸ ਵਾਦੀ 'ਚ। ਇਹ ਉਹ ਜਦੋਂ ਮਦੀਨ ਤੋਂ ਆ ਰਿਹਾ ਸੀ ਤੇ ਫਿਰ ਉੱਥੇ ਰਾਤ ਦੇ ਟਾਈਮ ਜਿਹੜਾ ਨਾ ਉਹ ਉਹਨਾਂ ਨੇ ਰੌਸ਼ਨੀ ਦੇਖੀ ਤੇ ਉੱਥੇ ਅੱਲਾਹ ਤਾਲਾ, ਮਤਲਬ ਇਹ ਕਿ ਉੱਥੇ ਫਿਰ ਅੱਲਾ ਨੇ ਇਹਨਾਂ ਨੂੰ ਮੁਖਾਤਬ ਕੀਤਾ। ਇਹ ਜਿਹੜਾ ਵਾਕਿਆ ਨਾ ਮੂਸਾ अलैहिस्सलाम ਦਾ, ਇਹ ਸੂਰਾ ਰਾਫ ਦੇ ਵਿੱਚ, ਸੂਰਾ ਤਾਹਾ ਦੇ ਵਿੱਚ, ਸੂਰਾ ਕਸਸ ਦੇ ਵਿੱਚ ਜਿਹੜਾ ਨਾ ਇਹ ਪੂਰੀ ਤਫਸੀਲ ਦੇ ਨਾਲ ਇਹ ਵਾਕਿਆ ਜਿਹੜਾ ਨਾ ਉਹਨਾਂ ਉੱਥੇ ਮੌਜੂਦ ਹੈ। ਉੱਥੇ ਜ਼ਿਆਦਾ ਤਫਸੀਲ ਮੌਜੂਦ ਹੈ ਸੂਰਾ ਕਸਸ, ਸੂਰਾ ਤਾਹਾ, ਸੂਰਾ ਅਰਾਫ ਦੇ ਵਿੱਚ। ਇੱਥੇ ਤੇ ਫਿਰ ਉਹ ਸ਼ੁਰੂ 'ਚ ਅਸਲ ਦੇ ਵਿੱਚ ਇਸੇ ਤੋਂ ਇਹਨਾਂ ਦੀ ਤਫਸੀਰ ਜ਼ਿਆਦਾ ਨਹੀਂ ਹੁੰਦੀ ਕਿ ਇਹ ਸ਼ੁਰੂ 'ਚ ਤਾਂ ਫਿਰ ਇੱਕ ਸਿਰਫ ਹੈਡਲਾਈਨ ਦੇ ਤੌਰ ਦੇ ਉੱਤੇ ਗੱਲਾਂ ਅੱਲਾ ਨੇ ਦੱਸੀਆਂ ਨਾ ਸ਼ੁਰੂ ਦੀਆਂ ਸੂਰਤਾਂ 'ਚ। ਇਹ ਹੁਣ ਇਸ ਸਪਾਰੇ ਦੀਆਂ ਸਾਰੀਆਂ ਸੂਰਤਾਂ ਜਿਹੜੀਆਂ ਨਾ ਉਹ ਸਮਝ ਲਓ ਕਿ ਉਹ ਪਹਿਲੇ 4 ਸਾਲ ਦੇ ਜ਼ਮਾਨੇ 'ਚ ਨਾਜ਼ਲ ਹੋਈਆਂ ਨਾ, ਤੇ ਮੱਕੀ ਸੂਰਤਾਂ ਦੀ ਗੱਲ ਹੋ ਰਹੀ। ਤੇ ਹੁਣ ਉਹ ਫਿਰ ਹੈਡਲਾਈਨ ਹੀ ਉਹਦੇ 'ਚ ਦੱਸੀਆਂ ਗਈਆਂ। ਤਫਸੀਲ ਫਿਰ ਜਿਹੜਾ ਨਾ ਉਹ ਬਾਅਦ ਸੂਰਤਾਂ ਦੇ ਵਿੱਚ ਫਿਰ ਆਈ ਹੈ। ਜਿੱਦਾਂ ਉਹ ਕੁਰਾਨ ਕਰੀਮ 'ਚ ਆਇਆ ਕਿਤਾਬੁਨ ਅੰਜ਼ਲਨਾਹੂ, ਨਹੀਂ, ਕਿਤਾਬੁਨ ਉਹਕਿਮਤ ਆਯਾਤੁਹੂ ਸੁੰਮਾ ਫੁസ്സിਲਤ ਮਿਨ ਲਦੁਨ ਹਕੀਮਨ ਖਬੀਰ। ਇਹ ਉਹ ਕਿਤਾਬ ਹੈ ਜਿਹਦੀਆਂ ਆਯਾਤ ਨੂੰ ਪਹਿਲੇ ਮੁਹਕਮ ਕੀਤਾ ਗਿਆ, ਫਿਰ ਇਹਨਾਂ ਦੀ ਤਫਸੀਰ ਕੀਤੀ ਗਈ ਇੱਕ ਹਕੀਮ ਔਰ ਖਬਰਦਾਰ ਜ਼ਾਤ ਦੀ ਤਰਫੋਂ। ਤੇ ਹੁਣ ਇਹ ਜਿਹੜਾ ਨਾ ਬਸ ਅਸੀਂ ਵੀ ਇਹਨੂੰ ਮੁਖਤਸਰ ਹੀ ਕਰਾਂਗੇ। ਉੱਥੇ ਫਰਮਾਇਆ ਮੂਸਾ अलैहिस्सलाम ਨੂੰ, ਇਜ਼ਹਬ ਇਲਾ ਫਿਰੌਨ ਦੀ ਤਰਫ ਜਾਓ, ਇन्नहु तग़ा, ਉਹ ਬੜਾ ਸਰਕਸ਼ ਹੈ। ਫकुल हल लका इला अन तज़क्का, और ਉਹਨੂੰ ਕਹੋ ਯਾਨੀ ਫਿਰੌਨ ਨੂੰ ਜਾ ਕੇ ਕਹੋ ਕਿ ਤੂੰ ਇਹ ਚਾਹੁੰਦਾ ਵਾ ਕਿ ਤੇਰਾ ਤਜ਼ਕੀਆ ਹੋ ਜਾਏ, ਯਾਨੀ ਤੂੰ ਠੀਕ ਹੋ ਜਾਵੇਂ, ਤੇਰੀਆਂ ਖਰਾਬੀਆਂ ਦੂਰ ਹੋ ਜਾਣ, ਹੈ। ਯਾਨੀ ਐਸਾ ਤੂੰ ਚਾਹੁੰਦਾ ਤੇ ਫਿਰ ਮੈਂ ਆਇਆ ਇਸੇ ਕੰਮ ਨੂੰ। व अहदियका इला रब्बिका, और ताकि मैं ਤੈਨੂੰ ਤੇਰੇ ਰੱਬ ਵਾਲੀ ਰਾਹ ਦਿਖਾਵਾਂ। ਯਾਨੀ ਤੂੰ ਆਪਣੇ ਰੱਬ ਦੀ ਦੂਰ ਰਾਹ ਤੋਂ ਹਟਿਆ ਹੋਇਆ ਤੇ ਤੁਹਾਨੂੰ ਤੇਰੇ ਆਪਦੇ ਰੱਬ ਦੀ ਜਿਹੜਾ ਤੇਰੇ ਰੱਬ ਦੀ ਜੇ ਰੱਬੇਕਾ, ਤੇਰੇ ਰੱਬ ਦੀ ਜਿਹੜੀ ਰਾਹ ਨਾ ਉਹ ਹਦਾਇਤ ਵਾਲੀ ਉਹ ਦਿਖਾਵਾਂ ਤਾਂ ਕਿ ਤੂੰ ਠੀਕ ਹੋ ਜਾਏ। ਫਤਖਸ਼ਾ, ਤੇਰੇ ਵਿੱਚ ਖਸ਼ੀਅਤ ਪੈਦਾ ਹੋ ਜਾਏ, ਹੈ, ਤੇਰੇ ਵਿੱਚ ਖੌਫੇ ਖੁਦਾ ਆ ਜਾਵੇ, ਤੇਰੇ ਅਮਲ ਠੀਕ ਹੋ ਜਾਣ। ਫਅਰਾਹੁਲ ਆਯਾਤਲ ਕੁਬਰਾ,
ਤੇ ਫਿਰ ਉਹਨੂੰ ਦਿਖਾਈਆਂ ਵੱਡੀਆਂ ਵੱਡੀਆਂ ਨਿਸ਼ਾਨੀਆਂ ਵੀ, ਮੌਜਜ਼ੇ ਵੀ। ਯਦੇ ਬੈਜ਼ਾ, ਆਸਾ ਮੂਸਵੀ, ਦਿਖਾਇਆ ਸੱਪ ਬਣਦਾ। ਫਕਸ ਦਾ ਬਾਬਾ ਆਸਾ, ਤੇ ਪਰ ਉਹਨੇ ਉਹ ਨਹੀਂ ਮੰਨਿਆ। ਉਹਨੇ ਉਹਨੂੰ ਉਹਦੀ ਤਕਜ਼ੀਬ ਕਰ ਦਿੱਤੀ, ਯਾਨੀ ਉਹਨੇ ਕਹਾ ਨਹੀਂ ਨਹੀਂ ਇਹ ਕੋਈ ਅੱਲਾ ਦਾ ਮੌਜਜ਼ਾ ਨਹੀਂ ਹੈ, ਐਵੇਂ ਝੂਠ ਹੈ। ਵਾਸਾ, ਔਰ ਉਹਨੇ ਕਹਾ ਮੈਂ ਨਹੀਂ ਇਹਨੂੰ ਮੰਨਦਾ, ਨਾਫਰਮਾਨੀ ਕੀਤੀ, ਉਹਨੇ ਇਨਕਾਰ ਕਰ ਦਿੱਤਾ। ਔਰ ਫਿਰ ਕੀ ਕੀਤਾ, ਸੁਮਾ ਅਦਬਾਰਾ ਯਸਾ, ਫਿਰ ਉਹਨੇ ਆਪਣਾ ਮੂੰਹ ਫੇਰਿਆ ਤੇ ਦੌੜ ਭੱਜ ਸ਼ੁਰੂ ਕਰ ਦਿੱਤੀ। ਯਸਾ ਸਹੀ ਕਰਨਾ, ਦੌੜ ਭੱਜ ਕਰਨਾ। ਮਤਲਬ ਇਹ ਆ ਕਿ ਮੂਸਾ अलैहिस्सलाम ਨੇ ਉਹ ਜਿਹੜੇ ਮੌਜਜ਼ੇ ਦਿਖਾਏ ਸੀ, ਉਹਨਾਂ ਮੌਜਜ਼ਿਆਂ ਨੂੰ ਨਾਕਾਮ ਕਰਨ ਵਾਸਤੇ, ਹਰਾਉਣ ਵਾਸਤੇ, ਉਹਨਾਂ ਦੇ ਮੁਕਾਬਲੇ ਤੇ ਜਾਦੂਗਰ ਲਿਆਉਣ ਵਾਸਤੇ ਭੱਜ ਦੌੜ ਸ਼ੁਰੂ ਕਰ ਦਿੱਤੀ ਕਿ ਮੈਂ ਵੀ ਜਾਦੂਗਰ ਲਿਆ ਕੇ ਆਣਾ ਜਿਹੜੇ ਇਦਾਂ ਦੇ ਸੱਪ ਸੁੱਪ ਬਣਾਉਣ, ਤਾਂ ਕਿ ਮੂਸਾ अलैहिस्सलाम ਜਿਹੜਾ ਨਾ ਉਹ ਹਾਰ ਜਾਣ। ਇਹ ਤਫਸੀਲ ਜਿੱਦਾਂ ਮੈਂ ਦੱਸਿਆ ਨਾ ਉੱਥੇ ਹੀ ਆ। ਫਹਸ਼ਰਾ ਫਨਾਦਾ, ਤੇ ਉਹਨੇ ਫਿਰ ਜਮਾ ਕਰ ਲਿਆ, ਯਾਨੀ ਆਪਣੀ ਆਵਾਮ ਨੂੰ ਵੀ ਜਮਾ ਕਰ ਲਿਆ ਤੇ ਜਾਦੂਗਰ ਵੀ ਆ ਗਏ। ਫਨਾਦਾ, ਤੇ ਫਿਰ ਉਹਨੇ ਪੁੱਛਿਆ, ਪੁਕਾਰਿਆ ਕੌਮ ਨੂੰ, ਔਰ ਉਹਨਾਂ ਨੂੰ ਕਹਿਣ ਲੱਗਾ ਅਨਾ ਰੱਬੁਕੁਮੁਲ ਆਲਾ, ਮੈਂ ਆ ਤੁਹਾਡਾ ਸਭ ਤੋਂ ਵੱਡਾ ਰੱਬ, ਸਭ ਤੋਂ ਬੁਲੰਦ ਰੱਬ ਮੈਂ ਆ ਤੁਹਾਡਾ। ਔਰ ਇਹ ਨੋਟ ਕਰ ਲਓ ਕਿ ਇਹ ਬੁਲੰਦ ਰੱਬ ਜਿਹੜਾ ਨਾ, ਉਹ ਉਹਨੇ ਕੋਈ ਇਹ ਨਹੀਂ ਕਿਹਾ ਕਿ ਮੈਂ ਤੁਹਾਨੂੰ ਪੈਦਾ ਕਰਨ ਵਾਲਾ, ਇਹ ਉਹ ਕਹਿ ਵੀ ਨਹੀਂ ਸਕਦਾ ਸੀਗਾ ਕਿ ਮੈਂ ਤੁਹਾਨੂੰ ਪੈਦਾ ਕੀਤਾ। ਬਲਕਿ ਸੂਰਾ ਆਰਾਫ ਦੀ ਆਇਤ ਨੰਬਰ 127 ਦੇ ਵਿੱਚ ਇਹ ਗੱਲ ਸਾਬਤ ਹੁੰਦੀ ਹੈ ਕਿ ਫਿਰੌਨ ਨੇ ਵੀ ਅੱਗੇ ਬੁੱਤ ਰੱਖੇ ਸੀ। ਫਿਰੌਨ ਖੁਦ ਵੀ ਬੁੱਤ ਪੂਜਦਾ ਸੀ। ਹੁਣ ਅੰਦਾਜ਼ਾ ਕਰੋ ਕਿ ਉਹ ਖੁਦ ਵੀ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਤੁਹਾਡਾ ਰੱਬ ਆ, ਫਿਰ ਅੱਗੇ ਉਹਦੇ ਵੀ ਬੁੱਤ ਹੈਗੇ ਆ। ਤੇ ਫਿਰ ਇਸ ਰੱਬ ਦਾ ਕੀ ਮਤਲਬ ਹੋਇਆ? ਇਸ ਰੱਬ ਦਾ ਇਹ ਮਤਲਬ ਨਹੀਂ ਸੀਗਾ ਕਿ ਮੈਂ ਅਸਮਾਨ ਤੋਂ ਤੁਹਾਨੂੰ ਰੋਜ਼ੀ ਲਾ ਕੇ ਦਿੰਦਾ, ਮੈਂ ਤੁਹਾਨੂੰ ਜੰਮਿਆ ਵਾਂ ਹੈਂ, ਜਾਂ ਤੁਹਾਨੂੰ ਹੱਥ ਪੈਰ ਅੱਖਾਂ ਕੰਨ ਮੈਂ ਦਿੱਤੇ ਆ। ਇਸ ਵਾਸਤੇ ਕਿ ਇਹ ਗੱਲ ਜਿਹੜੀ ਆ ਉਹ ਕਰ ਹੀ ਨਹੀਂ ਸਕਦਾ ਸੀ, ਕਿਉਂਕਿ ਮਿਸਰ ਦੇ ਵਿੱਚ ਕਿੰਨੇ ਲੋਕ ਹੋਣਗੇ ਜਿਹੜੇ ਫਿਰੌਨ ਦੇ ਜੰਮਣ ਤੋਂ ਪਹਿਲਾਂ ਦੇ ਜੰਮੇ ਹੋਏ ਸੀ, ਤੇ ਉਹਨਾਂ ਨੂੰ ਤਾਂ ਪਤਾ ਕਿ ਫਿਰੌਨ ਤੇ ਆਪ ਜੰਮਿਆ ਸੀਗਾ, ਤੇ ਇਹਦੇ ਜੰਮਣ ਤੋਂ ਪਹਿਲਾਂ ਦੇ ਅਸੀਂ ਆ, ਤੇ ਫਿਰ ਸਾਨੂੰ ਕਿ ਸਾਨੂੰ ਤਾਂ ਇਹਨੇ ਪੈਦਾ ਨਹੀਂ ਕੀਤਾ, ਇਹ ਕਿੱਦਾਂ ਕਹਿ ਸਕਦਾ ਮੈਂ ਪੈਦਾ ਕੀਤਾ? ਅਸਲ 'ਚ ਉਹ ਇਹ ਕਹਿੰਦਾ ਹੈ ਕਿ ਇਸ ਮੁਲਕ ਦੀ ਹੁਕਮਰਾਨੀ ਮੇਰੀ ਹੈ। ਜਿੱਦਾਂ ਸੂਰਾ ਜ਼ੁਖਰੁਫ 'ਚ ਆਇਆ ਨਾ, ਯਾ ਕੌਮ ਲਈਸਾ ਲੀ ਮੁਲਕੁ ਮਿਸਰ, क्या मिस्र दी बादशाही मेरी नहीं, वहाज़िहिल अनहार तजरी मिन तहती, ऐ और ऐ नहर या दरिया ये मेरे मताहत नहीं, मेरे हुक्म नाल नहीं चलदा। मतलब यह है कि जे एक जमीन दी हुक्मरानी जिन्हों इकतदार आला असीं कहने आ, इस इकतदार आला नूं वो कह रहा कि मैं तुहाडा रब हाँ, तुसीं मेरे मताहत हो, मेरे हुक्म ਨਾਲ ਤੁਹਾਨੂੰ ਜਿਹੜਾ ਨਾ ਇਸ ਨਹਿਰ ਚੋਂ ਪਾਣੀ ਮਿਲਦਾ ਹੈ। ਮੇਰੇ ਜਿੱਦਾਂ ਅੱਜ ਦੇ ਦੌਰ 'ਚ ਕਹਿੰਦਾ ਜੀ ਮੈਂ ਤੁਹਾਨੂੰ ਮੋਗਾ ਦਿੱਤਾ ਹੈ, ਮੈਂ ਤੁਹਾਨੂੰ ਪਾਣੀ ਦਿੱਤਾ ਹੈ, ਮੈਂ ਤੁਹਾਨੂੰ ਜ਼ਮੀਨ ਅਲਾਟ ਕੀਤੀ ਹੈ। ਇਹ ਇੱਦਾਂ ਦੀ ਇਹ ਮੁਲਕ ਦੇ ਵਿੱਚ ਜਿੱਦਾਂ ਇਖਤਿਆਰ ਹੁੰਦਾ। ਤੇ ਇਹ ਸਮਝ ਲਓ ਅੱਜ ਦੇ ਫਿਰੌਨ ਨੂੰ ਪਹਿਚਾਣਨਾ, ਜਿਹੜਾ ਅੱਲਾ ਦੇ ਹੁਕਮਾਂ ਦੀ ਜਗ੍ਹਾ ਆਪਣੇ ਹੁਕਮ ਚਲਾਉਂਦਾ। ਤੇ ਉਹਨਾਂ ਨੂੰ ਕਹਿੰਦਾ ਕਿ ਫਕਾਲ ਆਨਾ ਰੱਬੁਕੁਮੁਲ ਆਲਾ, ਮੈਂ ਤੁਹਾਡਾ ਸਭ ਤੋਂ ਵੱਡਾ ਰੱਬ। ਯਾਨੀ ਇਹ ਮੂਸਾ अलैहिस्सलाम ਜਿਹੜਾ ਕਹਿੰਦੇ ਆ ਨਾ, ਉਹ ਕੋਈ ਨਹੀਂ ਹੈਗਾ, ਮਤਲਬ ਉਹਦਾ ਕਹਿਣ ਦਾ ਆ। ਫਅਖਜ਼ਹੁल्लाहु नकाल आखिरत वल ऊला, ਤੇ ਅੱਲਾਹ ਤਾਲਾ ਨੇ ਪਕੜ ਲਿਆ ਉਹਨੂੰ ਦੁਨੀਆ ਔਰ ਆਖਰਤ ਦੀ ਸਜ਼ਾ ਦੇ ਵਿੱਚ। ਦੁਨੀਆ 'ਚ ਗਰਕ ਕੀਤਾ, ਆਖਰਤ ਜਹੰਨਮ ਸੁੱਟਿਆ। ਇਨ ਫੀ ਜ਼ਾਲਿਕ ਲਇਬਰਤ ਲਿਮਨ ਯਖਸ਼ਾ, ਬੇਸ਼ੱਕ ਇਹਦੇ ਵਿੱਚ ਨਸੀਹਤ ਹੈ ਜਿਹੜਾ ਵੀ ਡਰਨ ਵਾਲਾ ਉਹਦੇ ਵਾਸਤੇ। ਅੰਤੁਮ ਅਸ਼ਦ ਖਲਕਨ ਅਮਿਸ ਸਮਾ, ਕਿਆ ਤੁਹਾਨੂੰ ਲੋਕੋ ਇਨਸਾਨੋ ਕਿਆ ਤੁਹਾਨੂੰ ਬਣਾਉਣਾ, ਜਾਂ ਮੱਕੇ ਦੇ ਮੁਸ਼ਰਿਕੋ ਤੁਹਾਨੂੰ ਬਣਾਉਣਾ ਜ਼ਿਆਦਾ ਮੁਸ਼ਕਲ ਹੈ ਜਾਂ ਆਸਮਾਨ ਨੂੰ ਬਣਾਉਣਾ? ਇਹ ਹੁਣ ਅੱਜ ਦੀ ਕੋਈ ਸਾਇੰਸ ਦੱਸਿਆ ਨਾ ਕਿ ਆਸਮਾਨ ਜਿਹੜਾ ਇਹ ਕਿੰਨਾ ਪੇਚੀਦਾ ਕੰਮ ਆ, ਤੇ ਅੱਲਾ ਕਹਿੰਦਾ ਤੁਹਾਡਾ ਬਣਾਉਣਾ ਮੁਸ਼ਕਲ ਹੈ ਜਾਂ ਆਸਮਾਨ ਦਾ? ਬਣਾ ਹਾ, ਉਹ ਐਡਾ ਔਖਾ ਕੰਮ ਤੇ ਅਸੀਂ ਕਰ ਦਿੱਤਾ, ਤੇ ਤੁਸੀਂ ਕਹਿੰਦੇ ਸਾਨੂੰ ਕਿੱਦਾਂ ਬਣਾਏਗਾ? ਰਾਫਾ ਸਮ ਕਹਾ ਫਸਬਾਹਾ, ਤੇ ਉਹਨੇ ਇਸ ਛੱਤ ਨੂੰ ਕਿੰਨਾ ਉੱਚਾ ਰੱਖਿਆ ਹੈ, ਔਰ ਫਿਰ ਉਹਨੂੰ ਬਿਲਕੁਲ ਮੁਕੰਮਲ ਕੀਤਾ ਹਰ ਇਤਬਾਰ ਨਾਲ।
व अगतश लैलहा, और फिर ਇਹਦੇ ਵਿੱਚ ਜਿਹੜੀ ਰਾਤ ਹੈ, ਯਾਨੀ ਉੱਪਰ ਆਸਮਾਨ ਆ ਥੱਲੇ ਜ਼ਮੀਨ ਹੈ, ਵਿੱਚ ਰਾਤ ਆਉਂਦੀ ਹੈ। ਤੇ व अगतश लैलहा, ਔਰ ਉਹਨੇ ਇਸ ਦੀ ਰਾਤ ਨੂੰ ਜਿਹੜਾ ਬਗੈਰ ਰੋਸ਼ਨੀ ਵਾਲੀ ਤਾਰੀਕ ਕਰ ਦਿੱਤਾ, ਹਨੇਰੀ ਕਰ ਦਿੱਤਾ। ਰਾਤ ਹਨੇਰੀ ਹੁੰਦੀ ਹੈ। व अखरजा जुहाहा, ਔਰ ਇਹਦਾ ਜਿਹੜਾ ਦਿਨ ਹੈ ਉਹਨੂੰ ਰੋਸ਼ਨ ਕਰ ਦਿੱਤਾ, ਸੂਰਜ ਦੇ ਨਾਲ ਰੋਸ਼ਨ ਕਰ ਦਿੱਤਾ। ਯਾਨੀ ਜ਼ਮੀਨ ਔਰ ਆਸਮਾਨ ਦੇ ਵਿੱਚ ਜਿਹੜਾ ਦਿਨ ਹੈ ਉਹਨੂੰ ਸੂਰਜ ਦੇ ਨਾਲ ਰੋਸ਼ਨੀ ਦਿੱਤੀ, ਔਰ ਰਾਤ ਜਿਹੜੀ ਆਉਂਦੀ ਆ ਉਹਦੇ ਚ ਸੂਰਜ ਜਿਹੜਾ ਉਹ ਕੱਢ ਲੈਂਦਾ। ਇਹ ਇਦਾਂ ਹੀ ਸਮਝ ਲਓ ਜਿਵੇਂ ਇੱਕ ਕਮਰੇ ਚ ਅਸੀਂ ਹੈਗੇ ਆ, ਤੇ ਹੁਣ ਕਮਰੇ ਦੇ ਵਿੱਚ ਇੱਕ ਬੱਤੀ ਬਾਲੀ ਹੈ, ਤੁਸੀਂ ਲਾਲਟੈਨ ਜਾਂ ਲੈਂਪ। ਹੁਣ ਇੱਕ ਆਦਮੀ ਆਉਂਦਾ, ਉਹ ਲੈਂਪ ਲੈ ਕੇ ਤੇ ਬਾਹਰ ਨਿਕਲ ਜਾਂਦਾ, ਤੇ ਕਮਰੇ ਦੇ ਵਿੱਚ ਰਾਤ ਪੈ ਜਾਂਦੀ ਹੈ, ਹਨੇਰਾ ਹੋ ਜਾਂਦਾ। ਬਸ ਇਦਾਂ ਹੀ ਸਮਝ ਲਓ ਕਿ ਇਹ ਇੱਕ ਵੱਡਾ ਸਾਰਾ ਹਾਲ ਹੈ ਜ਼ਮੀਨ ਦਾ, ਤੇ ਇਹਦੇ ਵਿੱਚ ਜਦੋਂ ਆ ਜਾਂਦਾ ਵਾ ਉਹ ਲੈਂਪ ਸੂਰਜ, ਤੇ ਇਹ ਹਾਲ ਦੇ ਵਿੱਚ ਰੋਸ਼ਨੀ ਹੋ ਜਾਂਦੀ ਹੈ। ਔਰ ਜਿਸ ਵੇਲੇ ਉਹ ਲੈਂਪ ਜਿਹੜਾ ਉਹ ਪਰੇ ਚਲਾ ਜਾਂਦਾ, ਤੇ ਉਹ ਬਸ ਫਿਰ ਹਨੇਰਾ ਹੋ ਜਾਂਦਾ। वल अर्द बाद ज़ालिका दुहाहा, वल अर्द बाद ज़ालिका दहाहा, और इस तो बाद ज़मीन जिहड़ी आ उन्होंने भी उन्हें विछाया। अखरज मिनहा माहा व मराहा, और फिर उन्हें इस ज़मीन दे विचों ओदा पानी भी कढ़िया। यानी ज़मीन दे विच ही पानी जज़ब हुंदा ना, थल्लों ट्यूबवैल वगैरह इहदे नाल असीं पानी कढ़दे हां। यही पानी फिर जिहड़ा ना वो ਫਜ਼ਾ ਦੇ ਵਿੱਚ ਚਲਾ ਜਾਂਦਾ ਹੈ, ਫਿਰ ਬੱਦਲਾਂ ਦੇ ਜ਼ਰੀਏ ਬਣ ਜਾਂਦਾ, ਇੱਕ ਪੂਰਾ ਸਰਕਲ ਹੈ। ਅਖਰਾਜਾ ਮਿਨਹਾ ਮਾਹਾ ਵ ਮਰਾਹਾ, ਔਰ ਇਸੇ ਤਰ੍ਹਾਂ ਜ਼ਮੀਨ ਦਾ ਚਾਰਾ, ਯਾਨੀ ਜ਼ਮੀਨ ਦੇ ਵਿੱਚ ਸਲਾਹੀਅਤ ਹੈ ਕਿ ਉਹ ਇੱਥੇ ਸਬਜ਼ਾ ਪੈਦਾ ਕਰੇ, ਤੇ ਉਹਦਾ ਚਾਰਾ ਵਗੈਰਾ ਜਿਹੜੇ ਜਾਨਵਰ ਖਾਂਦੇ ਆ ਉਹ ਵੀ ਅਸੀਂ ਇਸੇ ਪਾਣੀ ਦੇ ਨਾਲ ਹੀ ਪੈਦਾ ਹੁੰਦੇ। ਫਸਲਾਂ ਪਾਣੀ ਦੇ ਨਾਲ ਹੀ ਪੈਦਾ ਹੁੰਦੀਆਂ ਨਾ, ਜਾਂ ਪਾਣੀ ਨਾਲ ਹੀ ਪਲਦੀਆਂ। ਵਲ ਜਿਬਾਲ ਅਰਸਾਹਾ, ਔਰ ਇਸੇ ਤਰ੍ਹਾਂ ਉਹਨੇ ਪਹਾੜਾਂ ਨੂੰ ਜਿਹੜਾ ਨਾ ਇੱਥੇ ਗੱਡ ਦਿੱਤਾ ਇਸ ਜ਼ਮੀਨ ਦੇ ਉੱਤੇ। ਮਤਾ ਲਕੁਮ ਵਾਲਿਆ ਨਾ ਆਮਿਕੁਮ, ਔਰ ਇਹ ਸਾਰਾ ਕੁਛ ਮਤਲਬ ਪਹਾੜ ਹੋਣ, ਬਾਰਿਸ਼ ਹੋਵੇ, ਇਹ ਸਬਜ਼ਾ ਵਾ, ਇਹ ਹੋਰ ਜੋ ਕੁਛ ਵੀ ਆ, ਇਹ ਤੁਸੀਂ ਵੀ ਫਾਇਦਾ ਚੱਕਦੇ ਹੋ। ਤੁਹਾਡੀਆਂ ਵੀ ਜ਼ਰੂਰਤਾਂ ਪੂਰੀਆਂ ਹੁੰਦੀਆਂ, ਔਰ ਤੁਹਾਡੇ ਜਾਨਵਰਾਂ ਦੀਆਂ ਵੀ ਪੂਰੀਆਂ ਹੁੰਦੀਆਂ। ਉਹਨਾਂ ਦਾ ਚਾਰਾ ਵੀ ਇੱਥੋਂ ਹੀ ਨਿਕਲਦਾ, ਤੁਹਾਡੀ ਰੋਟੀ ਵੀ ਇੱਥੋਂ ਹੀ ਬਣਦੀ ਆ ਜ਼ਮੀਨ ਚੋਂ। ਔਰ ਪਾਣੀ ਨਾਲ ਹੀ ਚਾਰਾ, ਤੇ ਪਾਣੀ ਨਾਲ ਹੀ ਅਨਾਜ ਪੈਦਾ ਹੁੰਦਾ। ਫਾਇਜ਼ਾ ਜਾਅਤ ਤਾਮਤੁਲ ਕੁਬਰਾ, ਤੇ ਫਿਰ ਜਿਸ ਵੇਲੇ ਉਹ ਵੱਡਾ ਖੜਕਾ ਹੋਏਗਾ, ਵੱਡਾ ਹੰਗਾਮਾ ਹੋਏਗਾ, यानी क्यामत ਉਹਨੂੰ ਕਿਹਾ ਗਿਆ। ਯੌਮ ਯਤਜ਼ੱਕरुल इंसान मा सआ, ਤੇ ਇਨਸਾਨ ਯਾਦ ਕਰੇਗਾ ਮੈਂ ਕਿੱਥੇ ਭੱਜਾ ਫਿਰਦਾ ਰਿਹਾ, ਮੈਂ ਕੀ ਕਰਦਾ ਰਿਹਾ। ਯਾਨੀ ਆਪਣੇ ਅਮਾਲ ਨੂੰ ਇਨਸਾਨ ਜਿਹੜਾ ਨਾ ਉਹ ਯਾਦ ਕਰੇਗਾ, ਮੈਂ ਕੀ ਕਰਦਾ ਰਿਹਾ। ਵਬੁਰਜ਼ਤਿਲ ਜਹੀਮ ਲਿਮਨ ਯਰਾ, ਔਰ ਜਹੰਨਮ ਜਿਹੜੀ ਹੈ ਉਹ ਜਿਹਨੇ ਜਹੰਨਮ 'ਚ ਜਿਹੜਾ ਨਾ ਜਾਣਾ ਉਹਨੂੰ ਦਿਸਣ ਲੱਗ ਪਏਗੀ, ਉਹਨੂੰ ਦਿਖਾ ਦਿੱਤੀ ਜਾਏਗੀ ਜਹੰਨਮ, ਜਿਹਨੂੰ ਜਹੰਨਮ 'ਚ ਸਿੱਟਣਾ। व अम्मा मन तगा, ਤੇ ਜਿਹਨੇ ਵੀ ਸਰਕਸ਼ੀ ਕੀਤੀ। व असर अल हयात दुनिया, और दुनिया की जिंदगी ਜਿਹੜੀ ਆ ਉਹਦੇ ਪਿੱਛੇ ਭੱਜਾ ਫਿਰਦਾ ਰਿਹਾ, ਉਹਨੂੰ ਤਰਜੀਹ ਦਿੱਤੀ। फ़इन्नल जहीम हियल मावा, ਉਹ ਆ ਉਹਨੂੰ ਜੰਨਤ ਜਹੰਨਮ ਦਿਖਾ ਦਿੱਤੀ ਜਾਏਗੀ, ਔਰ ਉਹਨੂੰ ਉਹਦੇ ਵਿੱਚ ਸੁੱਟਿਆ ਜਾਏਗਾ, ਉਹਦਾ ਠਿਕਾਣਾ ਬਣਨਾ ਜਹੰਨਮ। व अम्मा मन खाफा मुकाम रब्बे, ये बड़ी अजीम आयत है। वैसे तो कुरान की हर आयत ही अजीम है। फरमाया क्यों नहीं, ਜਿਹੜਾ ਵੀ ਡਰਦਾ ਰਿਹਾ ਇਸ ਗੱਲ ਤੋਂ ਕਿ ਮੈਂ ਆਪਣੇ ਰੱਬ ਨੂੰ ਹਿਸਾਬ ਦੇਣਾ, ਯਾਨੀ ਜਿਹਨੇ ਇਹ ਗੱਲ ਹਰ ਵੇਲੇ ਯਾਦ ਰੱਖੀ ਕਿ ਮੈਂ ਆਪਣੇ ਰੱਬ ਨੂੰ ਹਿਸਾਬ ਦੇਣਾ, ਬੋਲਦਿਆਂ ਹੋਇਆਂ, ਸੁਣਦਿਆਂ ਹੋਇਆਂ, ਦੇਖਦਿਆਂ ਹੋਇਆਂ, ਕਿਸੇ ਨਾਲ ਲੈਣ ਦੇਣ ਕਰਦਿਆਂ ਹੋਇਆਂ, ਕੋਈ ਜਿਹੜਾ ਨਾ ਡਿਊਟੀ ਕਰਦਿਆਂ ਹੋਇਆਂ, ਕਿਸੇ ਮਜ਼ਦੂਰ ਕੋਲੋਂ ਕੰਮ ਲੈਂਦਿਆਂ ਹੋਇਆਂ, ਕਿਸੇ ਦੀ ਮਜ਼ਦੂਰੀ ਕਰਦਿਆਂ ਹੋਇਆਂ, ਅਮੀਰ ਹੋਇਆ, ਗਰੀਬ ਹੋਇਆ, ਭੁੱਖਾ ਹੋਇਆ, ਰੱਜਿਆ ਹੋਇਆ, ਹਰ ਵੇਲੇ ਉਹਨੇ ਇਹ ਗੱਲ ਯਾਦ ਰੱਖੀ ਕਿ ਮੈਨੂੰ ਆਪਣੇ ਹਰ ਅਮਲ ਦਾ
ਆਪਣੇ ਰੱਬ ਦੇ ਸਾਹਮਣੇ ਖੜੋ ਕੇ ਜਵਾਬ ਦੇਣਾ। ਉਹ ਜਿੱਦਾਂ ਹਦੀਸ ਆਉਂਦਾ ਲਨ ਤਜ਼ੂਲਾ ਕਦਮ ਬਨੀ ਆਦਮ ਹਤਾ ਯੁਸਅਲ ਖਮਸਨ ਹਤਾ ਯੁਸਅਲ ਖਮਸਨ, ਉਹ 5 ਗੱਲਾਂ ਦਾ ਜਿੰਨਾ ਚਿਰ ਜਵਾਬ ਨਹੀਂ ਦੇਗਾ ਤੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਆ ਜਾਣਗੀਆਂ। व अम्मा मन खाफा मुकाम रब्बे, ਜਿਹੜਾ ਵੀ ਡਰਦਾ ਰਿਹਾ ਆਪਣੀ ਜ਼ਿੰਦਗੀ ਭਰ ਕਿ ਮੈਂ ਆਪਣੇ ਰੱਬ ਦੇ ਸਾਹਮਣੇ ਖੜਾ ਹੋਣਾ। व नहन नफ्सा अनिल हवा, और फिर ਉਹਨੇ ਆਪਣੇ ਦਿਲ ਦੀ ਮਰਜ਼ੀ ਨੂੰ ਰੋਕ ਦਿੱਤਾ। ਯਾਨੀ ਦਿਲ ਉਹਦਾ ਕੁਝ ਹੋਰ ਕਰਦਾ ਸੀਗਾ, ਪਰ ਉਹਨੇ ਕਿਹਾ ਮੈਂ ਤਾਂ ਰੱਬ ਦੇ ਸਾਹਮਣੇ ਖੜੋਣਾ, ਤੇ ਜੇ ਮੈਂ ਆਪਦੇ ਦਿਲ ਦੀ ਮੰਨ ਲਈ ਤੇ ਮੇਰੇ ਵਾਸਤੇ ਤੇ ਜੁਰਮ ਬਣ ਜਾਏਗਾ। ਯਾਨੀ ਅਗਰ ਤੇ ਉਹ ਦਿਲ ਉਹ ਗੱਲ ਕਹਿੰਦਾ ਜਿਹੜੀ ਰੱਬ ਨਾਰਾਜ਼ ਨਹੀਂ, ਤੇ ਫਿਰ ਤੇ ਕੋਈ ਦਿਲ ਦੀ ਮੰਨ ਲਓ। ਲੇਕਿਨ ਦਿਲ ਉਹ ਗੱਲ ਕਹਿੰਦਾ ਜਿਹੜੀ ਰੱਬ ਜਿਸ ਤੋਂ ਮਨਾ ਕਰਦਾ, ਤੇ ਫਿਰ ਮਨਾ ਹੋ ਗਿਆ। ਇਸ ਵਾਸਤੇ ਨਹੀਂ ਕਿ ਮੈਨੂੰ ਪੁਲਿਸ ਦੇਖਦੀ ਹੈ, ਮੈਨੂੰ ਮਾਸ਼ਰਾ ਦੇਖਦਾ, ਮੇਰੇ ਮਾਂ ਪਿਓ ਕੀ ਕਹਿਣਗੇ ਹੈਂ। ਇਹ ਜਿੱਦਾਂ ਬਾਅਦ ਔਕਾਤ ਬੰਦਾ ਸੋਚਦਾ ਯਾਰ ਮੈਂ ਐਡੀ ਦਾੜੀ ਰੱਖੀ ਆ, ਮੈਨੂੰ ਮਾਸ਼ਰੇ 'ਚ ਮੇਰੀ ਗੱਲ ਨਿਕਲ ਗਈ, ਕੋਈ ਕਿਸੇ ਨੇ ਜਿਹੜਾ ਨਾ ਉਹ ਕੋਈ ਵੀਡੀਓ ਬਣਾ ਲਈ ਹੈਂ, ਮੇਰੇ ਪੱਲੇ ਕੀ ਰਹਿ ਜਾਏਗਾ। ਇਹ ਨਹੀਂ, ਬਸ ਅੱਲਾ ਨੇ ਅੱਲਾ ਦੀ ਵੀਡੀਓ 'ਚ ਮੇਰੀ ਬਣ ਜਾਣੀ ਹੈ। ਹੋਰ ਪੁਲਿਸ ਵਾਲਿਆਂ ਨੂੰ ਪਤਾ ਲੱਗੇ ਨਾ ਲੱਗੇ ਹੈਂ ਕਿ ਮੈਂ ਘੱਟ ਤੋਲਦਾ, ਮੈਂ ਕੋਈ ਜ਼ਨਾ ਕਰਦਾ, ਮੈਂ ਕੋਈ ਸ਼ਰਾਬ ਪੀਨਾ, ਮੈਂ ਕਿਸੇ ਨੂੰ ਗਾਲ ਕੱਢਦਾ, ਮੈਂ ਕਿਸੇ ਦਾ ਹੱਕ ਮਾਰਦਾ, ਕੋਈ ਮੈਨੂੰ ਪੁੱਛਣ ਵਾਲਾ ਨਹੀਂ। ਪਰ ਮੇਰਾ ਰਿਕਾਰਡ ਜਿੱਥੇ ਜਾ ਰਿਹਾ ਉੱਥੇ ਮੈਂ ਹਿਸਾਬ ਦੇਣਾ, ਉੱਥੇ ਮੈਂ ਖੜੋ ਕੇ ਹਿਸਾਬ ਕਰਾਉਣਾ। ਫਰਮਾਇਆ ਵਨਨ ਨਫਸਾ ਅਨਿਲ ਹਵਾ, ਫਿਰ ਉਹਨੇ ਆਪਣੇ ਆਪ ਨੂੰ ਰੋਕ ਲਿਆ। ਫਇਨਲ ਜन्नत हियल मावा, तो फरमाया ਇਹਦਾ ਠਿਕਾਣਾ ਬਣ ਗਿਆ ਜੰਨਤ। ਇਦਾਂ ਦੇ ਬੰਦੇ ਜੰਨਤ ਲੈਂਦੇ ਆ। ਯਸਅਲੂਨਕ ਅਨਿਸਾਅਤ ਅਯਾਨ ਮੁਰਸਾਹਾ, ਤੇ ਹੁਣ ਫਿਰ ਉਹ ਮੁਸ਼ਰਕਾਂ ਕਾਫਰਾਂ ਦੀ ਗੱਲ ਆ ਗਈ ਆ। ਇਹ ਪੁੱਛਦੇ ਆ ਕਿਆਮਤ ਕਦੋਂ ਹੋਣੀ ਆ, ਕਦੋਂ ਕਿਆਮਤ ਕਾਇਮ ਹੋਣੀ ਹੈ। ਫਰਮਾਇਆ ਇਹ ਯਾਨੀ ਨਬੀ ਸੱਲੱਲਾਹੁ ਅਲੈहि ਵਸੱਲਮ ਨੂੰ ਪੁੱਛਦੇ ਆ ਨਾ ਕਿ ਚਲੋ ਇਹ ਤਾਂ ਦੱਸੋ ਵੀ ਕਦੋਂ ਤੱਕ ਆਉਣੀ, ਕੋਈ ਅਸੀਂ ਤਾਰੀਖ ਲਿਖ ਲਈਏ ਉਦੋਂ ਫਿਰ ਇੰਤਜ਼ਾਰ ਕਰੀਏ, ਤੁਸੀਂ ਤਾਂ ਕੋਈ ਤਾਰੀਖ ਵੀ ਨਹੀਂ ਦਿੰਦੇ। ਫਰਮਾਇਆ ਫੀਮਾ ਅੰਤ ਮਿਨ ਜ਼ਿਕਰਾਹਾ, ਤੁਹਾਨੂੰ ਕੀ ਲੱਗੇ ਉਹਦੇ ਟਾਈਮ ਨਾਲ, ਯਾਨੀ ਕਿਆਮਤ ਦਾ ਟਾਈਮ ਜਾਂ ਉਹਦੇ ਵਕੂਅ ਹੋਣ ਦੇ ਨਾਲ ਤੁਹਾਡਾ ਕੀ ਤਅਲਕ ਹੈ ਮੁਹੰਮਦ ਸੱਲੱਲਾਹੁ ਅਲੈहि ਵਸੱਲਮ। ਮਤਲਬ ਹੈ ਤੁਹਾਡਾ ਕੋਈ ਤਅਲਕ ਨਹੀਂ, ਇਹ ਅੱਲਾ ਦਾ ਤਅਲਕ ਹੈ। ਇਲਾ ਰੱਬਿਕਾ ਮੁਨਤਹਾਹਾ, ਇਹਦਾ ਇਖਤਤਾਮ ਹੈ, ਇਹਦੀ ਮੁਨਤਹਾ ਹੈ ਤੁਹਾਡੇ ਰੱਬ ਕੋਲ। ਯਾਨੀ ਇਹ ਫੈਸਲਾ ਤੇਰੇ ਰੱਬ ਦਾ ਹੈ। ਲਿਹਾਜ਼ਾ ਤੁਸੀਂ ਇਹਨੂੰ ਡਿਸਕਸ ਹੀ ਨਹੀਂ ਕਰਨਾ ਵੀ ਕਦੋਂ ਹੋਣਾ ਤੇ ਕਦੋਂ ਨਹੀਂ ਹੋਣਾ। ਬਸ ਤੁਸੀਂ ਇਹ ਨਾ ਦੱਸੋ ਕਿ ਹੋਣਾ ਵਾ, ਅੱਜ ਹੋ ਜਾਏ ਜਾਂ ਜਦੋਂ ਵੀ ਅੱਲਾ ਨੂੰ ਚਾਹੇਗਾ ਹੋ ਜਾਏਗਾ। ਇਨਮਾ ਅੰਤ ਮੁਨਜ਼ਿਰ ਮਨ ਯਖਸ਼ਾਹਾ, ਤੁਸੀਂ ਬਸ ਉਹਨੂੰ ਖਬਰਦਾਰ ਕਰੋ ਜਿਹੜਾ ਇਹ ਤੋਂ ਡਰਦਾ। ਯਾਨੀ ਜਿਹੜਾ ਅਗਲੇ ਸਵਾਲ ਜਵਾਬ ਕਰਦਾ ਤਾਂ ਉਹ ਤਾਂ ਫਿਰ ਕੁਝ ਹੋਰ ਹੀ ਚਾਹੁੰਦਾ ਨਾ। ਜਿਹੜਾ ਮੰਨਦਾ ਉਹਨੂੰ ਤੁਸੀਂ ਜਿਹੜਾ ਨਾ ਖਬਰਦਾਰ ਕਰੋ। ਕਾਅੰਨਹੁਮ ਯੌਮ ਯਰੌਨਹਾ, ਇਹਨਾਂ ਨੂੰ ਉਸ ਦਿਨ ਜਿੱਦਣ ਇਹ ਮਤਲਬ ਆ ਕਿ ਉਹ ਦਿਨ ਦੇਖ ਲੈਣਗੇ, ਉਹ ਕਿਆਮਤ ਨੂੰ ਵੇਖ ਲੈਣਗੇ, ਉਸ ਦਿਨ ਨੂੰ ਦੇਖ ਲੈਣਗੇ ਤੇ ਇਹਨਾਂ ਨੂੰ ਇਦਾਂ ਲੱਗੇਗਾ ਕਾਅੰਨਹੁਮ ਯੌਮ ਯਰੌਨਹਾ, ਇਹਨਾਂ ਨੂੰ ਇਦਾਂ ਲੱਗੇਗਾ ਲਮ ਯਲਬਸੂ, ਕਿ ਇਹ ਨਹੀਂ ਰਹੇ, ਕਿੱਥੇ ਨਹੀਂ ਰਹੇ ਦੁਨੀਆ ਵਿੱਚ, ਇਲਾ ਅਸ਼ੀਅਤਨ ਔ ਜ਼ੁਹਾਹਾ, ਜਾਂ ਤੇ ਇੱਕ ਸ਼ਾਮ ਤੇ ਜਾਂ ਇੱਕ ਸੁਬਹ। ਇਹ ਜਿਹੜੀ ਭਾਵੇਂ 70 ਸਾਲ ਦੀ ਜ਼ਿੰਦਗੀ ਕਿਸੇ ਨੇ ਕੱਢੀ, ਭਾਵੇਂ 1000 ਸਾਲ ਦੀ ਕੱਢੀ, ਉਹਨੂੰ ਉਸ ਵੇਲੇ ਜਦੋਂ ਕਿਆਮਤ ਦੀਆਂ ਸਖਤੀਆਂ ਆ ਗਈਆਂ ਔਰ ਉਹਨੇ ਕਿਆਮਤ ਦਾ ਹਿਸਾਬ ਕਿਤਾਬ ਨੂੰ ਮੰਨਿਆ ਨਹੀਂ ਸੀਗਾ, ਇਹ ਉਹਨੂੰ ਪਤਾ ਨਹੀਂ ਸੀ ਕਿ ਉੱਥੇ ਮੈਂ ਖੜੇ ਹੋ ਕੇ ਹਿਸਾਬ ਵੀ ਕਰਾਉਣਾ। ਤੇ ਹੁਣ ਉਹਨੂੰ ਇਹ ਮੌਜਾਂ ਲੱਗਣਗੀਆਂ ਐਵੇਂ ਜਿਵੇਂ ਕਹਿੰਦੇ ਜਰਾ ਕੁ ਜ਼ੁਬਾਨ ਦਾ ਸਵਾਦ ਸੀ, ਕਿੰਨਾ ਹੀ ਚੰਗਾ ਤੁਸੀਂ ਖਾ ਲਓ, ਉਹ ਬਸ ਸਵਾਦ ਥੋੜ੍ਹੀ ਦੇਰ ਲਈ ਹੁੰਦਾ, ਖਾਣ ਤੋਂ 10-15 ਮਿੰਟ ਬਾਅਦ ਸਵਾਦ ਖਤਮ ਹੋ ਜਾਂਦਾ ਹੈ। ਬਸ ਐਵੇਂ ਯਾਦ ਰਹਿ ਜਾਂਦਾ ਕਿ ਵਾਹ ਜ਼ਾਇਕਾ ਸੀ, ਅੱਛਾ ਜ਼ਾਇਕਾ ਸੀ, ਬਾਕੀ ਉਹਦਾ ਸਵਾਦ ਜ਼ੁਬਾਨ 'ਤੇ ਤਾਂ ਥੋੜ੍ਹੀ ਦੇਰ ਬਾਅਦ ਹੀ ਖਤਮ ਹੋ ਜਾਂਦਾ। ਤੇ ਇਸੇ ਤਰ੍ਹਾਂ ਇਹ 1000 ਸਾਲ ਦੀ ਜ਼ਿੰਦਗੀ ਦਾ ਸਵਾਦ ਵੀ ਜਿਹੜਾ ਖਤਮ ਹੋ ਜਾਣਾ ਜਦੋਂ ਜਹੰਨਮ 'ਚ ਗਏ। ਇੱਦਾਂ ਲੱਗਣਾ ਕਿ ਐਵੇਂ ਸ਼ਾਮ ਸਵੇਰ ਦਾ ਸਵਾਦ ਸੀ ਤੇ ਐਨੀ ਆਫਤ ਝੱਲ ਲਈ ਹੈ, ਐਨੀ ਮੁਸੀਬਤ ਨੂੰ ਦਾਵਤ ਦੇ ਲਈ ਹੈ। ਚਲੋ ਜੀ, ਅੱਗੇ ਸੂਰਤ ਅਬਸ ਜਿਹੜੀ ਹੈ ਇਹ ਹੁਣ ਅਸੀਂ
यानी 2 सूरतां पढ़ लियां ना, तो तीसरी सूरत पढ़न लगे हैं सूरा अबस। ये सूरत जिहड़ी है ना, ये बारे च समझ लो कि नबी एक वाक़या वा कि नबी सल्लल्लाहु अलैहि वसल्लम जिहड़े ना वो एक दफ़ा कुछ क्रैश दे जिहड़े सरदार सीगे उन्हां नूं दावत दे रहे सीगे, ते उन्हां नूं मतलब ज़ाहिर दीन दी दावत दे रहे सी। ते ਉਹ ਕੋਲ ਦੀ ਇੱਕ ਨਾਬੀਨਾ ਸਹਾਬੀ ਗੁਜ਼ਰੇ ਅਬਦੁੱਲਾ ਇਬਨ ਮਖਤੂਮ ਰਜ਼ੀ ਅੱਲਾਹ ਤਾਲਾ ਨੂੰ। ਤੇ ਉਹ ਅਬਦੁੱਲਾ ਇਬਨ ਮਖਤੂਮ ਰਜ਼ੀ ਅੱਲਾਹ ਤਾਲਾ ਨੂੰ ਜਿਹੜੇ ਆ ਨਾ, ਉਹ ਕਿਉਂਕਿ ਜ਼ਾਹਿਰ ਹੈ ਅੱਖਾਂ ਤੋਂ ਤਾਂ ਨਾਬੀਨਾ ਸੀ, ਮਾਹੌਲ ਨੂੰ ਤਾਂ ਨਹੀਂ ਉਹ ਪਛਾਣਦੇ ਸੀਗੇ, ਲੇਕਿਨ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਦੇ ਕਿਉਂਕਿ ਉਹ ਈਮਾਨ ਲਿਆ ਚੁੱਕੇ ਸੀ ਤੇ ਉਹ ਆਵਾਜ਼ ਨੂੰ ਵੀ ਪਹਿਚਾਣਦੇ ਸੀ, ਤੇ ਉਹ ਆਵਾਜ਼ ਪਹਿਚਾਣ ਕੇ ਉਧਰ ਨੂੰ ਆ ਗਏ। ਜਦੋਂ ਉਧਰ ਆਏ ਤੇ ਹੁਣ ਉਹ ਨਬੀ ਸੱਲੱਲਾਹੁ ਅਲੈहि ਵਸੱਲਮ ਨੂੰ ਕਹਿਣ ਲੱਗੇ, ਅੱਲਾ ਦੇ ਰਸੂਲ ਮੈਨੂੰ ਤੁਸੀਂ ਕੋਈ ਹਦਾਇਤ ਦੀ ਗੱਲ ਦੱਸੋ, ਮੈਨੂੰ ਕੋਈ ਤੁਸੀਂ ਖੈਰ ਦੀ ਗੱਲ ਦੱਸੋ, ਠੀਕ ਹੈ ਨਾ, ਮੈਨੂੰ ਕੋਈ ਨਸੀਹਤ ਕਰੋ। ਹੁਣ ਨਬੀ ਸੱਲੱਲਾਹੁ ਅਲੈहि ਵਸੱਲਮ ਉਹਨਾਂ ਦੇ ਨਾਲ ਗੁਫ਼ਤਗੂ ਕਰ ਰਹੇ ਸੀਗੇ ਤੇ ਵਿੱਚ ਅਬਦੁੱਲਾ ਇਬਨ ਮਖਤੂਮ ਰਜ਼ੀ ਅੱਲਾਹ ਤਾਲਾ ਨੂੰ ਆ ਗਏ ਤੇ ਨਬੀ ਸੱਲੱਲਾਹੁ ਅਲੈहि ਵਸੱਲਮ ਨੂੰ ਇਹ ਗੱਲ ਕੁਛ ਅੱਛੀ ਨਹੀਂ ਲੱਗੀ। ਇਹ ਨੋਟ ਕਰ ਲਓ, ਇਹਦੀ ਵਜ੍ਹਾ ਅਸਲ ਦੇ ਵਿੱਚ ਕੀ ਹੈ ਕਿ ਹਰ ਮਾਸ਼ਰਾ ਜਿਹੜਾ ਨਾ ਉਹਦੇ ਵਿੱਚ ਕੁਛ ਲੋਕ ਜਿਹੜੇ ਆ ਨਾ ਉਹਨਾਂ ਨੂੰ ਇੱਕ ਹੈਸੀਅਤ ਹਾਸਲ ਹੁੰਦੀ ਹੈ, ਔਰ ਉਹ ਲੋਕ ਜਿਹੜੇ ਆ ਨਾ ਉਹ ਬੜੇ ਮੁਅੱਸਰ ਹੁੰਦੇ ਆ ਹਰ ਮਾਸ਼ਰੇ 'ਚ, ਜਦੋਂ ਕਿ ਇੱਕ ਆਮ ਆਦਮੀ ਇੰਨਾ ਮੁਅੱਸਰ ਨਹੀਂ ਹੁੰਦਾ, ਠੀਕ ਹੈ ਨਾ। ਤੁਸੀਂ ਅਕਸਰ ਦੇਖੋਗੇ ਕਿ ਜਿਹੜੇ ਵੀ ਦਾਵਤ ਦਾ ਕੰਮ ਕਰਨ ਵਾਲੇ ਹੁੰਦੇ ਨਾ, ਜਿਹੜੇ ਦਾਈ ਹੁੰਦੇ ਆ, ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਮਾਸ਼ਰੇ ਦੇ ਵਿੱਚ ਇੱਦਾਂ ਦੇ ਜਿਹੜੇ ਲੋਕ ਆ ਨਾ ਉਹਨਾਂ ਨੂੰ ਆਪਣੀ ਦਾਵਤ ਪਹੁੰਚਾਈ ਜਾਵੇ ਜਿਨ੍ਹਾਂ ਦਾ ਮਾਸ਼ਰੇ ਤੇ ਹੋਲਡ ਹੈ, ਕਿਉਂਕਿ ਉਹਨਾਂ ਲੋਕਾਂ ਦੇ ਜ਼ਰੀਏ ਇਹ ਦਾਵਤ ਜਿਹੜੀ ਹੈ ਨਾ ਇਹ ਫੈਲਦੀ ਹੈ, ਆਮ ਆਦਮੀ ਦੇ ਜ਼ਰੀਏ ਘੱਟ ਫੈਲਦੀ ਹੈ, ਕਿਉਂਕਿ ਆਮ ਆਦਮੀ ਦਾ ਮਾਸ਼ਰੇ ਦੇ ਉੱਤੇ ਕੋਈ ਕੰਟਰੋਲ ਨਹੀਂ ਹੁੰਦਾ, ਕੋਈ ਅਸਰ ਨਹੀਂ ਹੁੰਦਾ। ਤੁਸੀਂ ਇਹਦੀ ਮਿਸਾਲ ਇੱਦਾਂ ਸਮਝ ਲਓ ਕਿ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਦੁਆ ਕੀਤੀ, ਐ ਅੱਲਾ ਤੂੰ ਜਾਂ ਉਮਰ ਬਿਨ ਹਸ਼ਾਮ ਜਾਂ ਉਮਰ ਬਿਨ ਖਤਾਬ ਨੂੰ ਜਿਹੜਾ ਉਹ ਈਮਾਨ ਦੀ ਤੌਫੀਕ ਦੇ ਦੇ। ਇਹ ਕਿਉਂ ਕੀਤੀ? ਕਦੀ ਤੁਸੀਂ ਇਹ ਸੋਚਿਆ ਕਿ ਬਲਾਲ ਰਜ਼ੀ ਅੱਲਾਹ ਤਾਲਾ ਨੂੰ ਵਾਸਤੇ ਤਾਂ ਨਹੀਂ ਕੀਤੀ, ਕਿਸੇ ਹੋਰ ਗਰੀਬ ਸਾਹਬੀ ਵਾਸਤੇ ਤਾਂ ਨਹੀਂ ਕੀਤੀ, ਇਹ ਇਹਨਾਂ ਦੇ ਵਾਸਤੇ, ਕਿਉਂਕਿ ਇਹ ਮਾਸ਼ਰੇ ਦੇ ਸਰਕਰਦਾ ਉਮਰ ਬਿਨ ਹਸ਼ਾਮ ਯਾਨੀ ਅਬੂ ਜਹਿਲ ਜਿਹੜਾ ਬੜਾ, ਜੇ ਕਿਧਰੇ ਈਮਾਨ ਲੈ ਆਉਂਦਾ ਤੇ ਉਹ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਨੂੰ ਦੇ ਪੱਲੇ ਦਾ ਬੰਦਾ ਸੀਗਾ ਕਿ ਬਸ ਇਹ ਅੱਲਾ ਦੀ ਤੌਫੀਕ ਸੀ ਕਿ ਅੱਲਾ ਨੇ ਉਹ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਨੇ ਨਸੀਬ ਕਰ ਦਿੱਤੀ। ਔਰ ਫਿਰ ਦੇਖੋ, ਯਾਨੀ ਇੱਕ ਬੰਦਾ ਉਹ ਹੁੰਦਾ ਹੈ ਜਿਹੜਾ ਸਮਝ ਲਓ ਕਿ ਬਸ ਆਪਣੇ ਜੋਗਾ ਹੀ ਹੁੰਦਾ, ਔਰ ਇੱਕ ਬੰਦਾ ਇਹ ਹੁੰਦਾ ਉਹ ਹਜ਼ਾਰਾਂ ਵਰਗਾ ਹੁੰਦਾ, ਸੌਵਾਂ ਵਰਗਾ ਹੁੰਦਾ, ਸੈਂਕੜਿਆਂ ਵਰਗਾ ਹੁੰਦਾ। ਹੁਣ ਜਿੱਦਾਂ ਮਤਲਬ ਇਹ ਕਿ ਹਜ਼ਰਤ ਹਮਜ਼ਾ ਰਜ਼ੀ ਅੱਲਾਹ ਤਾਲਾ ਨੂੰ, ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਨੂੰ, ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਨੂੰ, ਉਹ ਫਿਰ ਇੱਦਾਂ ਦੇ ਬੰਦੇ ਜਿਹੜਾ ਨਾ ਉਹਨਾਂ ਦੀ ਉਹ ਤਰਜੀਹ ਇਸ ਵਾਸਤੇ ਨਹੀਂ ਦੇਈਦੀ ਕਿ ਸਾਡਾ ਕੋਈ ਕੰਮ ਕਰਨਗੇ ਜਾਂ ਅਸੀਂ ਕੋਈ ਕੰਮ ਲੈਣਾ। ਅਸਲ ਤੇ ਕੰਮ ਉਹ ਹੀ ਹੈ ਜਿਹਦੇ ਵਾਸਤੇ ਅਸੀਂ ਦਾਵਤ ਤਬਲੀਗ ਕੁਰਾਨ ਪਹੁੰਚਾਉਂਦੇ ਹਾਂ, ਤੇ ਮਕਸਦ ਇਹ ਨਹੀਂ ਹੁੰਦਾ ਕਿ ਸਾਨੂੰ ਕੋਈ ਇਹਦੇ ਤੋਂ ਫਾਇਦਾ ਲੱਭੇਗਾ, ਇਸ ਦਾਵਤ ਨੂੰ ਤਰੱਕੀ ਮਿਲੇਗੀ, ਠੀਕ ਹੈ ਨਾ। ਤੇ ਜ਼ਾਹਿਰ ਹੈ ਫਿਰ ਉੱਥੇ ਉਹਨਾਂ ਨੂੰ ਕੁਛ ਤਰਜੀਹ ਦੇਣੀ ਪੈਂਦੀ ਹੈ, ਕੋਈ ਪ੍ਰੋਟੋਕੋਲ ਉਹਨਾਂ ਨੂੰ ਦੇਣਾ ਪੈਂਦਾ। ਤੇ ਇਹ ਕੁਦਰਤੀ ਗੱਲ ਹੈ ਕਿ ਹੁਣ ਜੇ ਤੁਸੀਂ ਕਿਸੇ MP MN ਨੂੰ ਜਿਹੜਾ ਚਾਹੁੰਦੇ ਹੋ ਕਿ ਅਸੀਂ ਆਪਣੀ ਦਾਵਤ ਪਹੁੰਚਾਈਏ, ਤੇ ਜ਼ਾਹਿਰ ਗੱਲ ਹੈ ਕਿ ਉਹਨੂੰ ਤੁਸੀਂ ਕਿਸੇ ਤਰੀਕੇ ਨਾਲ ਦਿਓਗੇ ਨਾ ਕਿ ਉਹਨੂੰ ਤੁਸੀਂ ਕਹੋ ਕਿ ਜੀ ਆ ਸਾਡੇ ਤੁਸੀਂ ਇੱਥੇ ਆ ਕੇ ਨਾ ਮਸੀਤੇ ਆ ਜਾ, ਤੇ ਉਹ ਤਾਂ ਮਸੀਤੇ ਨਹੀਂ ਆਉਂਦਾ ਤੁਹਾਡੀ। ਤੇ ਉਹਦੇ ਵਾਸਤੇ ਤੁਸੀਂ ਕੋਈ ਦਾਵਤ ਕੋਈ ਇੱਦਾਂ ਦਾ ਕਰ ਲਓ ਜੇ ਕੋਈ ਇਸ ਤਰ੍ਹਾਂ ਦਾ ਕਿ ਉਹ ਉੱਥੇ ਆ ਸਕੇ ਔਰ ਗੱਲ ਸੁਣ ਸਕੇ। ਜਿੱਦਾਂ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਵੀ ਸ਼ੁਰੂ 'ਚ ਦਾਵਤ ਦਿੱਤੀ, ਆਪਣੇ ਘਰਾਂ 'ਚ ਬੁਲਾਇਆ ਕੁਰੈਸ਼ ਦੇ ਸਰਦਾਰਾਂ ਨੂੰ, ਔਰ ਫਿਰ ਉਹਨਾਂ ਦੇ ਸਾਹਮਣੇ ਪੈਗਾਮ ਰੱਖਿਆ, ਅਗਰਚੇ ਉਹਨਾਂ ਨੇ ਨਹੀਂ ਮੰਨਿਆ, ਲੇਕਿਨ ਮਤਲਬ ਇਹ ਕਿ ਇੱਕ ਤਰੀਕਾ ਹੈ ਨਾ। ਤੇ ਇਸ ਤਰ੍ਹਾਂ ਹੁਣ ਉਹਦੇ ਵਿੱਚ ਫਿਰ ਜ਼ਾਹਿਰ ਹੈ ਉਹਨਾਂ ਵਾਸਤੇ ਕੋਈ ਪ੍ਰੋਟੋਕੋਲ ਹੁੰਦਾ। ਔਰ ਹੁਣ ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਨਜ਼ਦੀਕ ਤੇ ਅਬਦੁੱਲਾ ਇਬਨ ਮਖਤੂਮ ਰਜ਼ੀ ਅੱਲਾਹ ਤਾਲਾ ਨੂੰ ਦਾ ਇੱਕ ਮੁਕਾਮ ਹੈ, ਲੇਕਿਨ ਉਹਨਾਂ ਸਰਦਾਰਾਂ ਦੇ ਕੋਲ ਤਾਂ ਨਹੀਂ। ਉਹਨਾਂ ਦੇ ਵਾਸਤੇ ਤਾਂ ਇੱਕ ਗਰੀਬ ਜਿਹਾ ਬੰਦਾ, ਮਸਕੀਨ ਬੰਦਾ, ਸੜਕਾਂ ਦੇ ਵਿੱਚ ਨਾਬੀਨਾ ਤੁਰਿਆ ਫਿਰਦਾ ਹੈ,
ਉਹ ਤੇ ਜਾਂਦੇ ਆਉਂਦੇ ਸਲਾਮ ਵੀ ਨਹੀਂ ਕਰਦੇ ਹੋਣੇ, ਨਾ ਉਹ ਪਛਾਣਦੇ ਹੋਣੇ ਆ, ਨਾ ਕੋਈ ਅਹਿਮੀਅਤ ਦਿੰਦੇ ਹੋਣੇ ਆ ਕਿਸੇ ਗੁਲਾਮ ਨੂੰ, ਕਿਸੇ ਮਜ਼ਦੂਰ ਨੂੰ, ਕਿਸੇ ਫਕੀਰ ਨੂੰ। ਜਿੱਦਾਂ ਹੁਣ ਕਿਧਰੇ MP ਜਾ ਰਿਹਾ ਹੋਵੇ, MNA ਜਾ ਰਿਹਾ ਹੋਵੇ, ਕੋਈ ਵਜ਼ੀਰ ਜਾ ਰਿਹਾ ਹੋਵੇ, ਅੱਗੋਂ ਕਿੰਨੇ ਫਕੀਰ ਲੰਘਦੇ ਆ, ਗਰੀਬ ਲੰਘਦੇ ਆ, ਉਹ ਕੋਈ ਸਲਾਮ ਕਰਦਾ। ਲੇਕਿਨ ਅਗਰ ਉਹ ਜਾ ਰਿਹਾ ਔਰ ਅੱਗੋਂ ਕੋਈ ਉਸੇ ਤਰ੍ਹਾਂ ਦਾ ਬੰਦਾ ਆ ਰਿਹਾ ਜਿਹਦੀ ਗੱਡੀ ਨੂੰ ਝੰਡਾ ਲੱਗਾ ਆ, ਤੇ ਉਹ ਉਹਦੇ ਕੋਲ ਰੁਕ ਜਾਏਗਾ, ਠੀਕ ਹੈ ਨਾ, ਕਿਉਂਕਿ ਉਹਦੇ ਲੈਵਲ ਦਾ ਉੱਥੇ ਰੁਕਦਾ, ਜਿੱਥੇ ਲੈਵਲ ਨਹੀਂ ਬਣਦਾ ਉੱਥੇ ਨਹੀਂ ਰੁਕਦਾ। ਬਹਰਹਾਲ ਇਹਦੇ ਵਿੱਚ ਇਹ ਗੱਲ ਹੈਗੀ ਹੈ ਕਿ ਦਾਈ ਜਿਹੜਾ ਨਾ, ਉਹਨੂੰ ਇਹ ਵੇਖਣਾ ਪੈਂਦਾ ਕਿ ਇਹ ਬੰਦਾ ਜਿਹੜਾ ਨਾ ਠੀਕ ਹੈ, ਇਹ ਗਰੀਬ ਹੈ, ਮੁਖਲਸ ਹੈ, ਠੀਕ ਹੈ ਨਾ, ਵੈਲਕਮ, ਇਹਨੂੰ ਵੀ ਵੈਲਕਮ ਕਵੇ, ਔਰ ਕੋਸ਼ਿਸ਼ ਕਰੇ ਕਿ ਉਹ ਲੋਕ ਵੀ ਜਿਹੜੇ ਆ ਨਾ ਉਹ ਵੀ ਇਸ ਦਾਵਤ ਨੂੰ ਕਬੂਲ ਕਰ ਲੈਣ। ਉਹਦਾ ਫਾਇਦਾ ਇਸ ਤਹਿਰੀਕ ਨੂੰ ਹੀ ਹੋਣਾ। ਹੁਣ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਨੂੰ ਤਾਂ ਕੋਈ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਜ਼ਾਤੀ ਫਾਇਦੇ ਤਾਂ ਨਹੀਂ ਲਏ, ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਨੂੰ ਕੋਲੋਂ ਜਾਂ ਕਿਸੇ ਹੋਰ ਵੀ ਕੋਲੋਂ ਵੀ, ਉਹ ਇਹ ਫਾਇਦੇ ਤਾਂ ਤਹਿਰੀਕ ਵਾਸਤੇ ਹੀ ਸੀ ਨਾ, ਤਹਿਰੀਕ ਨੂੰ ਫਾਇਦਾ ਪਹੁੰਚਾ। ਤੋ ਇਸ ਤਰ੍ਹਾਂ ਉਹ ਜ਼ਰਾ ਅਬਦੁੱਲਾ ਇਬਨ ਮਕਤੂਮ ਰਜ਼ੀ ਅੱਲਾਹ ਤਾਲਾ ਨੂੰ ਜਿਹੜੇ ਥੋੜੇ ਨਜ਼ਰ ਅੰਦਾਜ਼ ਹੋ ਗਏ, ਤੇ ਅੱਲਾਹ ਤਾਲਾ ਨੇ ਫਿਰ ਇਸ ਦੇ ਉੱਤੇ ਨਬੀ ਸੱਲੱਲਾਹੁ ਅਲੈहि ਵਸੱਲਮ ਨੂੰ ਮੁਖਾਤਬ ਕੀਤਾ ਕਿ ਇਹ ਗੱਲ ਜਿਹੜੀ ਹੈ ਨਾ ਕੁਛ ਜ਼ਿਆਦਾ ਹੋ ਗਈ ਹੈ। ਮਤਲਬ ਇਹ ਹੈ ਵੀ ਇਹਦੇ ਵਿੱਚ ਇਹਤਿਆਤ ਰੱਖਣੀ ਪੈਂਦੀ ਹੈ ਕਿ ਉਹ ਗਰੀਬ ਜਿਹੜੇ, ਉਹਨਾਂ ਦਾ ਦਿਲ ਵੀ ਨਹੀਂ ਟੁੱਟਣਾ ਚਾਹੀਦਾ। ਫਰਮਾਇਆ ਬਿਸਮਿल्लाह रहमान रहीम, ਆਬਾਸਾ व ਤਵੱਲਾ, ਮੱਥੇ ਤੇ ਵੱਟ ਪਾਇਆ ਤੇ ਮੂੰਹ ਮੋੜ ਲਿਆ। ਉਹ ਹੁਣ ਅਬਦੁੱਲਾ ਇਬਨ ਮਕਤੂਮ ਰਜ਼ੀ ਅੱਲਾਹ ਤਾਲਾ ਨੂੰ ਨੇ ਜਦੋਂ ਆ ਕੇ ਕਿਹਾ ਕਿ ਅੱਲਾਹ ਦੇ ਰਸੂਲ, ਮੈਨੂੰ ਕੁਛ ਹਦਾਇਤ ਦੀ ਗੱਲ ਦੱਸੋ, ਤਾਂ ਨਬੀ ਸੱਲੱਲਾਹੁ ਅਲੈहि ਵਸੱਲਮ ਨੂੰ ਇਹ ਗੱਲ ਚੰਗੀ ਨਹੀਂ ਲੱਗੀ, ਲੇਕਿਨ ਆਪ ਨੇ ਉਹਨੂੰ ਕੋਈ ਜਵਾਬ ਨਹੀਂ ਦਿੱਤਾ। ਥੋੜ੍ਹਾ ਜਿਹਾ ਜਿੱਦਾਂ ਬੰਦੇ ਨੂੰ ਨਾਗਵਾਰ ਹੁੰਦਾ ਤਾਂ ਉਹਦੇ ਮੱਥੇ ਦੇ ਉੱਤੇ ਆ ਜਾਂਦਾ, ਵੱਟ ਜਿਹਾ ਪੈ ਜਾਂਦਾ ਕਿ ਇਹ ਕਿਹੜੇ ਟਾਈਮ 'ਤੇ ਆ ਗਿਆ, ਜਾਂ ਮੇਰੀ ਗੱਲ ਜਿਹੜੀ ਆ ਉਹ ਕੋਈ ਜ਼ਰੂਰੀ ਗੱਲ ਹੋ ਰਹੀ ਹੈ ਤੇ ਵਿੱਚ ਆ ਗਿਆ। ਤੇ ਆਪ ਨੇ ਉੱਧਰੋਂ ਮੂੰਹ ਮੋੜ ਕੇ ਤੇ ਕੁਰੈਸ਼ ਦੇ ਜਿਹੜੇ ਸਰਦਾਰ ਸੀ ਉਹਨਾਂ ਦੇ ਨਾਲ ਗੱਲ ਕਰਦੇ ਰਹੇ। ਅਨਜਾਹੁਲ ਆਮਾ, ਇਸ ਵਾਸਤੇ ਕਿ ਉਹਨਾਂ ਦੇ ਕੋਲ ਚੱਲ ਕੇ ਆ ਗਿਆ ਇੱਕ ਅੰਨਾ, ਇੱਕ ਨਾਬੀਨਾ ਆ ਗਿਆ, ਤੇ ਨਬੀਨੇ ਦੀ ਵਜ੍ਹਾ ਤੋਂ ਮੂੰਹ ਮੋੜ ਲਿਆ, ਜਿੱਦਾਂ ਕਹਿੰਦੇ ਆ ਵਮਾ ਯੁਦਰਿਕਾ ਅੱਲਾਹੂ ਯਜ਼ੱਕਾ, ਤੁਹਾਨੂੰ ਕੀ ਪਤਾ, ਹੋ ਸਕਦਾ ਉਹ ਜਿਹੜਾ ਨਾਬੀਨਾ ਹੈ ਉਹ ਫਾਇਦਾ ਚੱਕ ਜਾਂਦਾ, ਯਾਨੀ ਉਹਦਾ ਤਜ਼ਕੀਆ ਹੋ ਜਾਂਦਾ। ਉਹ ਤੁਹਾਡੇ ਕੋਲ ਹਦਾਇਤ ਕਹਿੰਦਾ ਸੀ ਨਾ ਕਿ ਮੈਨੂੰ ਕੋਈ ਹਦਾਇਤ ਦੀ ਗੱਲ ਦੱਸੋ, ਤੇ ਤੁਹਾਡੀ ਹਦਾਇਤ ਦੇ ਨਾਲ ਉਹਨੂੰ ਫਾਇਦਾ ਪਹੁੰਚ ਜਾਂਦਾ, ਉਹਦਾ ਤਜ਼ਕੀਆ ਹੋ ਜਾਂਦਾ। ਔ ਯਜ਼ੱਕਰਾ, ਜਾਂ ਉਹ ਕੋਈ ਹੋਰ ਨਸੀਹਤ, ਉਹਨੂੰ ਕਿਸੇ ਜਿਹੜਾ ਉਹ ਨਸੀਹਤ ਇਖਤਿਆਰ ਕਰ ਲੈਂਦਾ, ਕੋਈ ਉਹਦੀ ਇਸਲਾਹ ਹੋ ਜਾਂਦੀ, ਯਾਨੀ ਉਹ ਨਸੀਹਤ ਨੂੰ ਮੰਨ ਲੈਂਦਾ। ਔ ਯਜ਼ੱਕਰਾ, ਜਾਂ ਫਿਰ ਉਹ ਨਸੀਹਤ ਨੂੰ ਮੰਨਦਾ। ਫਤਨਫਾਹੁ ਜ਼ਿਕਰਾ, ਤੇ ਉਹਨੂੰ ਇਹ ਨਸੀਹਤ ਜਿਹੜੀ ਹੈ ਉਹ ਫਾਇਦੇਮੰਦ ਦੇ ਜਾਂਦੀ, ਉਹ ਮਤਲਬ ਹੈ ਕਿ ਫਾਇਦੇਮੰਦ ਹੁੰਦੀ ਉਹਦੇ ਵਾਸਤੇ। ਤੇ ਵ ਅੰਮਾ ਮਨ ਇਸਤਗਨਾ, ਔਰ ਜਿਹੜਾ ਪਰਵਾਹ ਹੀ ਨਹੀਂ ਕਰਦਾ, ਯਾਨੀ ਹੁਣ ਉਹ ਕੁਰੈਸ਼ ਦੇ ਸਰਦਾਰ ਤੇ ਉਹਨਾਂ ਨੂੰ ਤਾਂ ਕਾਇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ, ਉਹ ਅੱਗੋਂ ਮੰਨ ਨਹੀਂ ਰਹੇ, ਠੀਕ ਹੈ ਨਾ। ਇਹ ਖੁਦ ਆਇਆ, ਫਰਮਾਇਆ ਅੰਮਾ ਮਨ ਇਸਤਗਨਾ, ਜਿਹੜਾ ਪਰਵਾਹ ਹੀ ਨਹੀਂ ਕਰਦਾ, ਫਅੰਤ ਲਹੂ ਤਸੱਦਾ, ਤੇ ਤੁਸੀਂ ਉਹਦੀ ਫਿਕਰ ਕੀਤੀ। ਵਮਾ ਅਲੈਕਾ ਅੱਲਾ ਯਜ਼ੱਕਾ, ਔਰ ਤੁਹਾਡੇ ਉੱਤੇ ਕੋਈ ਜ਼ਿੰਮੇਦਾਰੀ ਨਹੀਂ ਹੈ ਕਿ ਤੁਸੀਂ ਉਹਨੂੰ ਲਾਜ਼ਮੀ ਜਿਹੜਾ ਨਾ ਉਹਦਾ ਤਜ਼ਕੀਆ ਕਰਨਾ, ਯਾਨੀ ਉਹ ਜਿਹੜਾ ਤੁਹਾਡੀ ਪਰਵਾਹ ਨਹੀਂ ਕਰਦਾ ਹੈ, ਉਹ ਮੁਸ਼ਰਕ ਸਰਦਾਰ, ਤੇ ਤੁਸੀਂ ਕੋਈ ਲਾਜ਼ਮੀ ਨਹੀਂ ਹੈ। ਮਤਲਬ ਇਹ ਹੈ ਕਿ ਦਾਵਤ ਦੇਣਾ ਤਾਂ ਲਾਜ਼ਮੀ ਹੈ, ਲੇਕਿਨ ਤੁਸੀਂ ਉਹਨੂੰ ਜਿਹੜਾ ਨਾ ਉਹ ਜਿਹੜਾ ਪਰਵਾਹ ਹੀ ਨਹੀਂ ਕਰਦਾ, ਅੱਗੋਂ ਬਹਿਸ ਕਰਦਾ, ਤੇ ਉਹਨੂੰ ਤੁਸੀਂ ਤਰਜੀਹ ਦੇ ਰਹੇ ਹੋ ਤੇ ਉਹਨੂੰ ਨਹੀਂ ਦੇ ਰਹੇ। ਮਤਲਬ ਇਹ ਵ ਅੰਮਾ ਮਨ ਜਾ ਕਾ ਯਾਸਾ, ਤੇ ਜਿਹੜਾ ਕੋਸ਼ਿਸ਼ ਕਰਕੇ ਤੁਹਾਡੇ ਕੋਲ ਆਇਆ, ਸਹੀ ਕਹਿੰਦੇ ਆ ਨਾ ਦੌੜ ਧੂਪ ਕਰਨਾ, ਤੇ ਜਿਹੜਾ ਦੌੜ ਧੂਪ ਕਰਕੇ ਖੁਦ ਯਾਨੀ ਚੱਲ ਕੇ ਆਇਆ ਤੁਹਾਡੀ ਆਵਾਜ਼ ਸੁਣ ਕੇ, ਵਹ ਹੁਆ ਯਖਸ਼ਾ, ਔਰ ਫਿਰ ਉਹ ਅੱਲਾਹ को ਡਰਨ ਵਾਲਾ ਵੀ ਹੈ। ਫਅੰਤਾ ਅਨਹੁ ਤਲਖਾ, ਤੇ ਤੁਸੀਂ ਉਹਦੇ ਤੋਂ ਜਿਹੜਾ ਨਾ ਉਹ ਉਹਦੀ ਤੁਸੀਂ ਫਿਕਰ ਹੀ ਨਹੀਂ ਕਰਦੇ, ਦੂਸਰੇ ਲਫ਼ਜ਼ਾਂ ਸਮਝ ਲਓ, ਯਾਨੀ ਉਹਦੀ ਤੁਹਾਨੂੰ ਫਿਕਰ ਨਹੀਂ ਹੈਗੀ, ਜਿਹੜਾ ਖੁਦ ਕੋਸ਼ਿਸ਼ ਕਰਕੇ ਜਿਹੜਾ ਤੁਹਾਡੇ ਕੋਲ ਆਇਆ
कल्ला बिल्कुल ये ठीक नहीं जिदा कहते हैं। इन्नहा तस्करा, ये कुरान जिहड़ा ये तो नसीहत है। फमन शाह ज़ाकरा, जिहड़ा चाहे नसीहत कबूल करे, यानी वो नसीहत कबूल करने वाला जिहड़ा सी उन्होंने तुसी पिछे कीता ते वो जिहड़ा मनदे नहीं सी उन्हां नूं तरजीह दित्ती कि ये नसीहत लै लैण। फी सोहफिम मुकर्रमा, और ये नसीहत कित्थे आ, ये हैगी आ बड़े बाइज़त औराक दे विच। यानी ये कुरान जिहड़ा ना वो बाइज़त औराक कित्थे आ, सहीफे कित्थे आ, अगे अगे आ रही है। मरफूआत मुतहरा, बड़े ही बुलंद मर्तबा और इंतहाई पाकीज़ा, यानी बेअदीन साफारा, जड़ा वो लिखने वाले हाथ, यानी ऐसे पाकीज़ा आला दर्जे दे वो फरिश्ते आ जिन्हां दे हत्थां विच ये हुंदा या जेड़े इहदे लिखण वाले आ। ते फरमाया, यानी वो लोहे महफूज की गल अल्लाह फरमा रहा है कि ये कोई मामूली चीज़ नहीं है कि ये उत्थे ते जिदा कुरान करीम च आउंदा ना, ला यमस्सूना इल्ला मुततहिरीन, वो उन्होंने छू नहीं सकते ओह पाकीज़ा फरिश्ते। अल्लाह ताला कहंदा ये ओह इनू छूण वाले उन्हां दे हत्थां दे विच हुंदा। ये मामूली सरदार ये कहे कि मैं जी मैं नहीं मानदा कुरान नूं इनकार करे तो तुसी उन्होंने जिहड़ा ना वो बहुत ज़्यादा अहमियत दिओ। मतलब यह है कि ये इन्नी बहुती अहमियत जिहड़ी है ना वो फिर इन्नी भी नहीं होनी चाहिए वो कुरान की बेकदरी हो जाए। ये मतलब है ये जिहड़े बजुर्ग लिखण वाले नेकोकार है उन्हां दे हत्थां विच ये बुलंद दर्जा कलाम जिहड़ा ये तो उन्हां दे कोल हुंदा है। वो इहदे मतलब मुहाफिज है या ओहदे निगरान हुंदे आ उत्थे लोहे महफूज दे विच। किरामन बारारा, बड़े ही बुजुर्ग है, बड़े नेकोकार है। कोतिलाल इंसान मा अकफरा, और मारिया जावे इंसान किड्डा ना शुक्रा। मिन अये शैन खाला का, केड़ी शै तो पैदा होया, यानी पैदा होया नुतफे तो मनी तो, और केड़े अमल के जरिए पैदा हो। जरा उस अमल नूं बंदा याद करे जिहदे नाल हर आदमी पैदा हुंदा ते गल्लां करदा कुरान नहीं ठीक, कोई अल्लाह किदां बनाएगा हैं, यानी क्या बातां करदा है, अपने आप नूं नहीं वेखदा। मैं नुतफा, नुतफे तो बन के इदां दीयां गल्लां करदा। खलकहू फकद्दरा, वो जिन्हें इस नुतफे तो जिहड़ा ना पैदा किया और फिर इहदे पैदा करन दे विच हर चीज़ नूं एक तनासब दिता है, हर चीज़ का एक हिसाब रखा, एक अंदाज़ा रखा कि इहदियां हत्थ किन्ने होने चाहिए, उंगलियां किन्नियां होनी चाहिए, किन्ना कद होना चाहिए, किन्ना दिमाग होना चाहिए, हर चीज़ जिहड़ी है ਉਹਦਾ एक तनासब रखा। ये नहीं किया भी एक हत्थ बहुता लम्मा कर दिता, एक लत्त बहुती लम्मी कर दी। हुण तुसीं हिसाब ला लो कि अगर एक लत्त जिहड़ी आ वो 2 इंच वड्डी हो जाए तो दूसरी 2 इंच छोटी रह जाए तो वो बंदा तो सीधा चल ही नहीं सकता। तो इस तरीके नाल जिहड़ा एक अख वड्डी हो जाए एक छोटी हो जाए, ये माजूर कहलांदा बंदा फिर ना। तो यानी अक्सरीयत माजूर नहीं है, ये तो कोई विचों विचों अल्लाह दसदा भी तुसीं ये माजूर भी बन सकते सी, लेकिन अल्लाह ने नहीं बनाया तुहानूं। फरमाया सुम्म सबीला यस्सरा, फिर उन्होंने ਉਹਦਾ रस्ता भी ਉਹਦੇ वास्ते आसान कर दिता। यानी ਉਹਨੂੰ कोई हदायत हासिल करना ये भी ਉਹਦੇ वास्ते आसान कर दिता, जमीन ते रहना भी आसान कर दिता। यानी ये दुनिया की जिंदगी ਦੀਆਂ ਜ਼ਰੂਰਤਾਂ ਉਹਦੀਆਂ आसानी नाल पूरियां हो गई। फिर ਉਹਦੇ अंदर फितरत रख दी ਜਿਹੜੀ ਉਹਦੀ रहनुमाई करती है। फिर अल्लाह ने हदायत का इंतजाम कर दिता। सुम्मा अमातहू फअकबरा, फिर ਉਹਨੂੰ मौत भी दिंदा ते ਉਹਨੂੰ कबर दे विच भी रखवा दिंदा। सुम्मा इज़ा शाअ अंशरा, फिर जदों चाहेगा उठा लेगा। हुण ये सारियां गल्लां जिहड़ियां इत्थे कीतियां गईयां ना, अल्लाह ताला ने कहा कि इंसान जिहड़ा है वो गौर नहीं करता किहड़ी शै तो असीं पैदा कीता, लुत्फे तो, फिर ਉਹਨੂੰ पैदा किया तो हर चीज़ जिहड़ी आ पूरी पूरी जिहड़ी दित्ती है। फिर हदायत हासिल करना ਉਹਦੇ वास्ते आसान बनाता, दुनिया ਦੀਆਂ ਜ਼ਰੂਰਤਾਂ आसान बनातियां, और फिर ਉਹਨੂੰ मारिया तो ਉਹਨੂੰ ਜ਼ਮੀਨ ਦੇ ਵਿੱਚ कबर 'ਚ संभाल दिता। ये सारा कुछ एवें ही कीता, इन्ना एहतमाम एवें ही कीता
ਇਹ ਇਸ ਵਾਸਤੇ ਕੀਤਾ ਸੁਮਾ ਇਜ਼ਾ ਸ਼ਾਅ ਅਨਸ਼ਰਾ, ਜਦੋਂ ਚਾਹੇਗਾ ਉਠਾ ਲਏਗਾ। ਉਠਾਣਾ ਹੈਗਾ ਤੁਹਾਨੂੰ ਉਹਨੇ, ਜਦੋਂ ਉਹਨੇ ਚਾਹਿਆ ਉਹਨੇ ਉਠਾ ਲੈਣਾ ਮਰਿਆ ਹੋਇਆਂ ਨੂੰ, ਮਿੱਟੀ 'ਚ ਰਲਿਆ ਹੋਇਆਂ ਨੂੰ। ਕੱਲਾ ਲੰਮਾ ਯਕਜ਼ੀ ਮਾ ਅਮਰਾ, ਕੱਲਾ ਲੰਮਾ ਯਕਜ਼ੀ ਮਾ ਅਮਰਾ, ਕਿਉਂ ਨਹੀਂ ਇਹਨੇ ਪੂਰਾ ਨਹੀਂ ਕੀਤਾ ਜਿਹੜਾ ਇਹਨੂੰ ਹੁਕਮ ਦਿੱਤਾ ਸੀਗਾ। ਯਾਨੀ ਜਿਸ ਮਕਸਦ ਲਈ ਇਹਨੂੰ ਪੈਦਾ ਕੀਤਾ ਸੀ ਇਹਨੇ ਪੈਦਾ ਨਹੀਂ ਕੀਤਾ, ਉਹ ਮਕਸਦ ਪੂਰਾ ਨਹੀਂ ਕੀਤਾ। ਫਲ ਯੰਜ਼ੁਰਿਲ ਇਨਸਾਨ ਇਲਾ ਤਾਮੇ, तो ज़रा इंसान अपने खाने वाल वेखे। अन्ना सबब नाल मा सब्बा, कि ਅਸੀਂ किस तरीके नाल उतों बरसदा होया पानी, वरदा होया पानी बदलां दे जरिए ਜਿਹੜਾ ना ਉਹ ਲਾने आ। सुम्मा शकक नाल अर्दा शक्का, फिर ਜ਼ਮੀਨ ਨੂੰ ਕਿੱਦਾਂ ਅਸੀਂ ਫਾੜਦੇ ਆ, यानी ਜ਼ਮੀਨ ਦੇ ਵਿੱਚ ਉਹ ਪਾਣੀ ਦੀ ਵਜ੍ਹਾ ਤੋਂ ਪੌਦਾ ਉੱਗਦਾ ਤੇ ਜ਼ਮੀਨ ਫਟਦੀ ਹੈ ਨਾ। ਫਅੰਬਤਨਾ ਫੀਹਾ ਹੱਬਾ, ਫਿਰ ਇਸੇ ਪਾਣੀ ਦੇ ਨਾਲ ਅਸੀਂ ਜਿਹੜਾ ਨਾ ਉਹ ਇਸੇ ਇਹਨਾਂ ਵਾਸਤੇ ਅਨਾਜ ਪੈਦਾ ਕਰਦੇ ਹਾਂ। व इनबम व कस्बा, अंगूर भी पैदा करते हैं, सब्जियां भी पैदा करते हैं। व जैतूनम व नखला, जैतून और खजूरा भी पैदा करते हैं। व हदाइक गुलबा, और बड़े घने जेड़े बाग भी पैदा करते हैं। व फाकिहतन कसीरा, और बड़े सारे मेवे पैदा करते हैं। वफा के हतम व अब्बा, वफा के हातम व अब्बा, और मेवे भी पैदा करते हैं, और इन्हां वास्ते जड़ा ना वो चारा भी पैदा करते हैं। मताल लकुम वाले अनामिकुम, ये सब फायदेमंद चीज़ां वा, जरूरतां वा तुहाडे वास्ते भी और तुहाडे जानवरां वास्ते, डंगरां वास्ते भी। फायदा जा अति सौख, और जिस वेले फिर वो कन्न पाड़न वाली आवाज़ आ जाएगी, वो मतलब सूर की आवाज़, सूर फूकिया जाएगा, क्यामत दा जलजला वगैरह, बड़ी सख्त आवाज़ होएगी। यौमा यफिरुल मरउ मिन अखी, जिस वेले एक आदमी जिहड़ा वो भजेगा अपने भरा तो, व उम्मिही व अबी, और भजेगा अपनी माँ तो भी और अपने बाप तो भी। व साहिबत ही व बनी, और भजेगा अपनी बीवी तो भी और अपने बेटे तो भी। लिकुल इमरिइन मिनहुम यौमइज़िन शाअनुन युगनी, और उस दिन हर आदमी जड़ा उन्होंने एक ही फिक्र काफ़ी होएगी। मतलब वो फिक्र कहदी होएगी, अपनी फिक्र। हर आदमी नूं उस वेले जड़ा ना वो अपनी फिक्र ही काफ़ी होगी, दूसरे की फिक्र तो ज़ाहिर अपनी फिक्र खत्म होए तो दूसरे की करे ना। वजूह यौमइज़िन मुस्फिरा, और जिस दिन कुछ चेहरे जेड़े आ वो तो बड़े चमकते होणगे, यानी वो जन्नती नेक लोग, उन्हां दे चेहरे तो बड़े चमकते होणगे। ज़ाहिकतुम मुस्तबशिरा, हसदे खुशियां मनांदे। वजूह यौमइज़िन अलैहा गबरा, और उस दिन कुछ चेहरे वो होणगे जिन्हां ते मिट्टी पई हुई होगी, गबार गबारा, गबार ज़दा, गस्या उतरे हुए हैं, उदास, जो भी कह लो। तरहकुहा कतरा, और उन्हां दे उत्ते स्याही छाई होएगी उन्हां दे चेहरिਆਂ ते। उलाइका हुमुल कफरतुल फजरा, ये वो आ जेड़े नाशुक्रे सी, कुफर करन वाले सी, गुनाहगार सी, इन्हां दे चेहरे जेड़े ना वो हुण काले कर दिते गए। हुण असी जेड़ा जी इस चौथी सूरत पढ़न लगे हां, सूरत तकवीर। बिस्मिल्लाहिर रहमानिर रहीम। इज़ा शम्सु कुव्विरत, जदों सूरज जिहड़ा है वो लपेट दिता जाएगा, इकट्ठा कर दिता जाएगा। व इज़न नुजूमुन कदरत, और जिस वेले सितारे जिहड़े आ वो बेनूर हो जाएंगे, यानी उन्हां दी चमक खत्म हो जाएगी। व इज़ल जिबाल सुय्यरत, और जिस वेले पहाड़ जिहड़े आ वो चलन लग पैणगे, यानी वो गड्ढे हुए पहाड़ जिहड़े ना जिद्दां बदल टुरे फिरदे इदां दे हो जाणगे। वाइजल इशार उत्तलत, और जिस वेले जिहड़ा ना वो 10 माह दी 10 महीनों की गब्बन उठनी, जिहड़ी बच्चा जन्नण वाली हुंदी है, बिल्कुल 10वां महीना बाद जमदी है ना उठनी, ते
ਅਸਲ ਦੇ ਵਿੱਚ ਅਰਬ ਦੇ ਵਿੱਚ ਊਠਣੀਆਂ ਦੀ ਬੜੀ ਕਦਰ ਹੁੰਦੀ ਸੀ, ਔਰ ਸਭ ਤੋਂ ਜ਼ਿਆਦਾ ਕੀਮਤੀ ਊਠਣੀ ਹੁੰਦੀ ਉਹ ਉਸ ਜ਼ਮਾਨੇ 'ਚ ਹੁੰਦੀ ਸੀ। ਉਸ ਜ਼ਮਾਨੇ 'ਚ ਉਹਦੀ ਕੇਅਰ ਬਹੁਤ ਕਰਦੇ ਸੀਗੇ, ਖਿਆਲ ਰੱਖਦੇ ਸੀ ਕਿ ਜਿਸ ਦਿਨ ਉਹ ਜਦੋਂ ਉਹ ਜਿਹੜਾ ਨਾ ਗੱਭਣ ਹੋ ਜਾਂਦੀ ਸੀ, ਔਰ ਖ਼ਾਸ ਤੌਰ 'ਤੇ ਫਿਰ 10ਵੇਂ ਮਹੀਨੇ ਜਾ ਕੇ ਤੇ ਫਿਰ ਉਹਨੇ ਬੱਚਾ ਜੰਮਣਾ ਹੁੰਦਾ ਸੀ ਨਾ। ਤੇ ਅੱਲਾਹ ਤਾਲਾ ਫਰਮਾਉਂਦਾ ਕਿ ਉਦਣ ਹਾਲਾਤ ਇਹ ਹੋਣਗੇ ਕਿ ਇੰਨੀ ਕੀਮਤੀ ਸ਼ੈ ਨੂੰ ਵੀ ਕੋਈ ਪੁੱਛਣ ਵਾਲਾ ਨਹੀਂ ਹੋਏਗਾ। ਵਾਇਜ਼ਲ ਵਹੂਸ਼ ਹੁਸ਼ਿਰਤ, ਔਰ ਜਿਸ ਵੇਲੇ ਜੰਗਲੀ ਜਾਨਵਰ ਜਿਹੜੇ ਆ ਉਹ ਇਕੱਠੇ ਕੀਤੇ ਜਾਣਗੇ। ਮਤਲਬ ਇਹ ਹੈ ਐਡਾ ਖੌਫ ਦੀ ਕੈਫੀਅਤ ਬਣ ਜਾਏਗੀ ਕਿ ਅਗਰ ਕਿਸੇ ਜਗ੍ਹਾ ਦੇ ਉੱਤੇ ਕੋਈ ਜ਼ਾਹਰ ਹੈ ਜਾਨਵਰ ਭੱਜਣਗੇ। ਜਿੱਦਾਂ ਹੁਣ ਤੁਸੀਂ ਸਮਝ ਲਓ ਕਿ ਜਦੋਂ ਕੋਈ ਬੜਾ ਵੱਡਾ ਬੰਬ ਮਿਜ਼ਾਈਲ ਚੱਲਦਾ ਤੇ ਉੱਥੇ ਨੇੜੇ ਤੇੜੇ ਪਰਿੰਦੇ ਉਹ ਭੱਜਦੇ ਆ ਨਾ, ਜਾਂ ਜੰਗਲ ਦੇ ਜਾਨਵਰ ਹੋਣਗੇ ਉਹ ਭੱਜਣਗੇ, ਰੱਸੀਆਂ ਤੜਾ ਕੇ, ਜਾਨ ਡੰਗਰ ਵੀ ਡਰਨਗੇ, ਬੰਦੇ ਵੀ ਭੱਜਣਗੇ। ਤੇ ਉਹ ਫਿਰ ਜਿਹੜਾ ਨਾ ਅਗਰ ਕੋਈ ਸਮਝ ਲਓ ਕਿ ਜੋ ਹਰਨ ਜਿਹੜਾ ਉਹ ਉਸ ਜ਼ਲਜ਼ਲੇ ਦੇ ਵਿੱਚ ਜਾਂ ਉਸ ਕੜਕ ਦੇ ਵਿੱਚ ਡਰ ਕੇ ਕਿਸੇ ਜਗ੍ਹਾ ਤੇ ਜਾ ਕੇ ਲੁਕਿਆ ਨਾ, ਤੇ ਹੁਣ ਇੱਕ ਸ਼ੇਰ ਜਾਂ ਚੀਤਾ ਉਹ ਵੀ ਭੱਜਾ ਫਿਰਦਾ ਕਿ ਮੈਨੂੰ ਲੁਕਣ ਦੀ ਜਗ੍ਹਾ ਲੱਭੇ, ਔਰ ਉਹਨੂੰ ਜਾ ਕੇ ਉਹਨੇ ਵੇਖਿਆ ਤੇ ਅੱਗੇ ਉਹੀ ਕੋਈ ਗਾਰ ਮਿਲੀ ਆ ਜਿਹਦੇ 'ਚ ਪਹਿਲੇ ਯਾਨੀ ਇੱਕ ਹਰਨ ਵੜਿਆ ਸੀਗਾ। ਇਹ ਵੀ ਜਾ ਕੇ ਉੱਥੇ ਵੜ ਜਾਏਗਾ ਨਾ। ਤੇ ਹਰਨ ਨੂੰ ਇਹ ਫਿਕਰ ਪੈਦਾ ਹੋਏਗੀ ਕਿ ਇੱਥੇ ਸ਼ੇਰ ਵੀ ਆ ਗਿਆ ਜਾਂ ਚੀਤਾ ਵੀ ਆ ਗਿਆ ਜਾਂ ਕੋਈ ਸੱਪ ਵੀ ਆ ਗਿਆ, ਕੋਈ ਹੋਰ ਸ਼ੈ ਵੀ ਆ ਗਈ। ਤੇ ਨਾ ਸ਼ੇਰ ਨੂੰ ਇਹ ਖਿਆਲ ਹੋਏਗਾ ਕਿ ਇੱਥੇ ਪਹਿਲਾਂ ਹੀ ਪਹਿਲਾਂ ਇੱਕ ਹਰਨ ਵੜਿਆ ਤੇ ਮੈਂ ਉਹਨੂੰ ਖਾ ਲਵਾਂ। ਯਾਨੀ ਉਹ ਵੀ ਜਾ ਕੇ ਆਪਣੀ ਜਾਨ ਲੁਕਾਉਣ ਵਾਸਤੇ ਉੱਥੇ ਛੁਪਿਆ ਹੋਏਗਾ। ਇਹ ਗੱਲ ਵਾਇਜ਼ਲ ਬਿਹਾਰ ਸੁਜਰਤ, ਔਰ ਜਿਸ ਵੇਲੇ ਜਿਸ ਵੇਲੇ ਸਮੁੰਦਰ ਉਬਲਣ ਲੱਗ ਪੈਣਗੇ। ਵਾਇਜ਼ਨ ਨਫੂਸ ਜ਼ੁਵਜਤ, ਔਰ ਜਿਸ ਵੇਲੇ ਜਿਹੜਾ ਉਹ ਜਾਨਾਂ ਦੇ ਜੋੜੇ ਬਣਾਏ ਜਾਣਗੇ। ਮਤਲਬ ਇਹ ਕਿ ਇਨਸਾਨਾਂ ਦੀ ਗਰੁੱਪ ਬੰਦੀ ਕੀਤੀ ਜਾਏਗੀ ਨਾ, ਕਿ ਇਹ ਇੱਕ ਤਰ੍ਹਾਂ ਦੇ ਬੰਦੇ ਇਸ ਲੈਵਲ ਦੇ ਇੱਕ ਜਗ੍ਹਾ, ਇਸ ਲੈਵਲ ਦੇ ਇੱਕ ਜਗ੍ਹਾ, ਇਸ ਲੈਵਲ ਦੇ ਇੱਕ ਜਗ੍ਹਾ, ਆਪਣੇ ਲੈਵਲ ਦੇ ਨਾਲ ਫਿਰ ਜੰਨਤ ਜਹੰਨਮ ਮਿਲਣੀ ਹੈ ਨਾ। ਵਾਇਜ਼ਲ ਮਊਊਦਤ ਸੁਇਲਤ, ਔਰ ਜਦੋਂ ਪੁੱਛਿਆ ਜਾਏਗਾ ਉਸ ਲੜਕੀ ਨੂੰ ਜਿਹਨੂੰ ਜ਼ਮੀਨ ਦੇ ਵਿੱਚ ਜ਼ਿੰਦਾ ਹੀ ਨੱਪ ਦਿੱਤਾ ਗਿਆ ਸੀ, ਉਹ ਜ਼ਿੰਦਾ ਬੱਚੀਆਂ ਨੂੰ ਦੱਬ ਦਿੰਦੇ ਸੀ ਨਾ। ਬੇਅਯ ਜ਼ੰਬਿਨ ਕੁਤਿਲਤ, ਕਿਸ ਗੁਨਾਹ ਤੋਂ ਮਾਰੀ ਗਈ, ਕਿਉਂ ਤੈਨੂੰ ਕਤਲ ਕੀਤਾ। ਅੱਜ ਉਹਨੂੰ ਬਦਲਾ ਮਿਲਣਾ ਨਾ। ਇਹ ਹੈ ਬਦਲੇ ਦਾ ਦਿਨ। ਇਹ ਹੈ ਉਹ ਜਿਹਨੂੰ ਤੁਸੀਂ ਨਹੀਂ ਮੰਨਦੇ ਕਿ ਅੱਲਾ ਦੇ ਸਾਹਮਣੇ ਖੜੇ ਹੋਣ ਦਾ ਦਿਨ ਜਾਂ ਕਿਆਮਤ ਦਾ ਦਿਨ। ਵਾਇਜ਼ਾ ਸੁਹਫ ਨੁਸ਼ਿਰਤ, ਜਿਸ ਵੇਲੇ ਅਮਾਲਨਾਮੇ ਖੋਲੇ ਜਾਣਗੇ। ਹੁਣ ਉਹ ਜੋ ਕੁਛ ਵੀ ਹਰ ਇੱਕ ਦਾ ਅਮਾਲਨਾਮਾ ਲਿਆ ਜਾਏਗਾ। ਵਾਇਜ਼ਾ ਸਮਾ ਕੁਸ਼ਿਤਤ, ਔਰ ਜਿਸ ਵੇਲੇ ਆਸਮਾਨ ਦੀ ਖੱਲ ਲਾ ਦਿੱਤੀ ਜਾਏਗੀ। ਇਹ ਸੂਰਾ ਰਹਿਮਾਨ ਦੀ ਆਇਤ ਨੰਬਰ 37 ਚ ਆਉਂਦਾ ਕਿ ਆਸਮਾਨ ਗੁਲਾਬੀ ਹੋ ਚੁੱਕਿਆ ਹੋਏਗਾ। ਜਿਵੇਂ ਕਿਸੇ ਜਾਨਵਰ ਦਾ ਹੁਣ ਕਾਲਾ ਵੀ ਜਾਨਵਰ ਹੋਵੇ, ਸਫੈਦ ਵੀ ਹੋਵੇ, ਬਾਜ਼ ਔਕਾਤ ਮੱਝਾਂ ਵਗੈਰਾ ਕਾਲੀਆਂ ਹੁੰਦੀਆਂ ਨਾ, ਕੱਟੇ ਕਾਲੇ ਹੁੰਦੇ ਆ। ਹੁਣ ਕਾਲੇ ਕੱਟੇ ਦੀ ਖੱਲ ਲਾਓ ਤੇ ਗੋਸ਼ਤ ਲਾਲ ਹੁੰਦਾ। ਇਸੇ ਤਰ੍ਹਾਂ ਚਿੱਟੀ ਗਾਂ ਦੀ ਖੱਲ ਲਾਓ ਤੇ ਗੋਸ਼ਤ ਲਾਲ ਹੁੰਦਾ, ਤੇ ਅਸਮਾਨ ਦਾ ਰੰਗ ਵੀ ਗੁਲਾਬੀ ਹੋਏਗਾ। ਵਾਇਜ਼ਲ ਜਹੀਮ ਸੁਇਰਤ, ਔਰ ਜਿਸ ਵੇਲੇ ਜਹੰਨਮ ਜਿਹੜੀ ਆ ਉਹ ਭੜਕਾ ਦਿੱਤੀ ਜਾਏਗੀ। ਯਾਨੀ ਉਹ ਭੜਕਦੀ ਤੇ ਪਹਿਲਾਂ ਹੀ ਹੋਣੀ ਆ। ਬਹਰਾਲ ਉਹ ਮਤਲਬ ਇਹ ਆ ਕਿ ਉਹ ਹੋਰ ਉਹਦੇ ਵਿੱਚ ਭੜਕਦੀ ਹੋਈ ਦਿਖਾਈ ਦਿੱਤੀ ਜਾਏਗੀ। ਵਾਇਜ਼ਲ ਜੰਨਤ ਉਜ਼ਲਿਫਤ, ਔਰ ਜਿਸ ਵੇਲੇ ਜੰਨਤ ਨੇੜੇ ਕਰ ਦਿੱਤੀ ਜਾਏਗੀ। ਮਤਲਬ ਜਿਨ੍ਹਾਂ ਨੇ ਜੰਨਤ ਜਾਣਾ ਉਹਨਾਂ ਨੂੰ ਜੰਨਤ ਦਿਖਾ ਦਿੱਤੀ ਜਾਏਗੀ, ਔਰ ਜਿਨ੍ਹਾਂ ਨੂੰ ਜਹੰਨਮ 'ਚ ਜਾਣਾ ਉਹਨਾਂ ਨੂੰ ਭੜਕਦੀ ਹੋਈ ਜੰਨਤ ਦਿਖਾ ਦਿੱਤੀ ਜਾਏਗੀ। ਆਲਿਮਤ ਨਫਸੁਮ ਮਾ ਅਹਜ਼ਰਤ, ਔਰ ਹਰ ਇੱਕ ਜਿਹੜਾ ਨਾ ਉਹ ਵੇਖ ਲਏਗਾ ਕਿ ਉਹਨੇ ਇੱਥੇ ਉਹਦੇ ਵਾਸਤੇ ਇੱਥੇ ਕੀ ਹਾਜ਼ਰ ਹੈ। ਯਾਨੀ ਉਹਨੇ ਕਿਹੜੇ ਅਮਲ ਭੇਜੇ ਸੀ ਇੱਥੇ ਜਿਹੜੇ ਹੁਣ ਉਹਦੇ ਸਾਹਮਣੇ ਆ ਗਏ ਆ, ਹਾਜ਼ਰ ਹੋ ਗਏ ਆ। ਜੇ ਉਹਦੇ ਅਮਾਲ ਉਹਦੇ ਸਾਹਮਣੇ ਹਾਜ਼ਰ ਕਰ ਦਿੱਤੇ ਜਾਣਗੇ। ਫਲਾ ਉਕਸਮ ਬਿਲ ਖੁੰਨਸ, ਤੇ ਨਹੀਂ ਮੈਂ ਕਸਮ ਖਾਨਾ ਉਹ ਸਿਤਾਰੇ ਦੀ ਜਿਹੜਾ ਪਿੱਛੇ ਹਟਣ ਵਾਲਾ ਹੈ। ਅਲ ਜਵਾਰਿਲ ਕੁੰਨਸ, ਔਰ ਜਿਹੜਾ ਸਿੱਧਾ ਚੱਲਦਾ ਹੈ ਔਰ ਛੁਪ ਜਾਂਦਾ ਹੈ। ਇਹ ਵੈਸੇ ਆਯਾਤ ਮੁਤਸ਼ਾਬਿਹਾਤ ਹੀ ਹੈ, ਕਿਉਂਕਿ ਸਿਤਾਰਿਆਂ ਦੇ ਬਾਰੇ 'ਚ ਕਿਹੜੇ ਸਿਤਾਰਿਆਂ ਦੀ ਕੀ ਹਰਕਤ ਹੈ ਇਹ ਹੁਣ ਕੋਈ ਸਾਇੰਸਦਾਨ ਜਾਣਦੇ ਹੋਣਗੇ। ਮੁਮਕਿਨ ਹੈ ਹਜੇ ਤੱਕ ਇਹਨਾਂ ਦਾ ਨਾਂ ਹੀ ਪਤਾ ਲੱਗਾ ਹੋਵੇ। ਤੇ ਵੱਲੈਲ ਇਜ਼ਾ ਅਸ, ਔਰ ਰਾਤ ਦੀ ਜਿਸ ਵੇਲੇ ਉਹ ਜਿਹੜੀ ਹੈ ਨਾ ਉਹ
ਮੁੜਨ ਲੱਗੇ, ਯਾਨੀ ਕਹਿੰਦੇ ਨਾ ਰਾਤ ਮੁੱਕਣ ਲੱਗੀ ਹੈ, ਦਿਨ ਚੜ੍ਹਨ ਲੱਗਾ। ਤੇ ਵਸੁਬਹ ਇਜ਼ਾ ਤਨਫਸ, ਔਰ ਜਿਸ ਵੇਲੇ ਸੁਬਹ ਜਿਹੜੀ ਹੈ ਉਹ ਸ਼ੁਰੂ ਹੋਣ ਲੱਗੇ। ਤਨਫਸ ਯਾਨੀ ਸਾਹ ਲੈਣ ਲੱਗੇ, ਜਾਂ ਜਿਹਨੂੰ ਕਹਿੰਦੇ ਆ ਕਿ ਸ਼ੁਰੂ ਹੋਣ ਲੱਗੀ, ਜ਼ਿੰਦਾ ਹੋਣ ਲੱਗੀ, ਸਵੇਰ ਜ਼ਿੰਦਾ ਹੋਣ ਲੱਗੀ ਹੈ ਨਾ, ਜ਼ਿੰਦਾ ਸਾਹ ਲੈਂਦਾ ਨਾ। ਤਨਫਸ ਯਾਨੀ ਰਾਤ ਸੀ, ਰਾਤ ਨੇ ਪਿੱਛਾ ਫੇਰਿਆ ਤੇ ਸੂਰਜ ਜਿਹੜਾ ਉਹਦੇ ਆਉਣ ਨਾਲ ਦਿਨ ਜਿਹੜਾ ਉਹ ਜ਼ਿੰਦਾ ਹੋ ਗਿਆ, ਉਹਨੂੰ ਉਹ ਸਾਹ ਲੈਣ ਲੱਗ ਪਿਆ। ਮਤਲਬ ਇਨਹੁ ਲਕੌਲ ਰਸੂਲ ਕਰੀਮ, ਬੇਸ਼ੱਕ ਇਹ ਕੁਰਾਨ ਜਿਹੜਾ ਇਹ ਇੱਕ ਮੁਅੱਜ਼ਜ਼ ਫਰਿਸ਼ਤੇ ਦਾ ਮਤਲਬ ਆ ਕਿ ਲਿਆਂਦਾ ਹੋਇਆ ਕਲਾਮ ਹੈ, ਜਿਬਰਾਈਲ ਅਮੀਨ ਦਾ ਲਿਆਂਦਾ ਹੋਇਆ ਕਲਾਮ ਆ। ਕਿਉਂਕਿ ਉਹ ਕਹਿੰਦੇ ਸੀ ਨਾ ਕਿ ਇਹ ਜਿਹੜਾ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੇ ਕੁਰਾਨ ਖੁਦ ਬਣਾ ਲਿਆ। ਇਸ ਗੱਲ ਦਾ ਜਵਾਬ ਦਿੱਤਾ ਜਾ ਰਿਹਾ। ਜ਼ੀ ਕੁਵਾ, ਜਿਹੜਾ ਬੜਾ ਤਾਕਤਵਰ ਹੈ, ਯਾਨੀ ਉਹ ਫਰਿਸ਼ਤਾ ਜਿਹੜਾ ਕਲਾਮ ਲੈ ਕੇ ਆਉਂਦਾ ਬੜਾ ਤਾਕਤਵਰ ਹੈ। ਇੰਦਜ਼ਿਲ ਅਰਸ਼ਿਲ ਮਕੀਨ, ਅਰਸ਼ ਦੇ ਜਿਹੜੇ ਮਤਲਬ ਹੈ ਕਿ ਅਰਸ਼ ਦਾ ਜਿਹੜਾ ਮਾਲਕ ਹੈ, ਯਾਨੀ ਅੱਲਾਹ ਤਾਲਾ ਦੇ ਨਜ਼ਦੀਕ ਉਹਦਾ ਬੜਾ ਮਰਤਬਾ, ਯਾਨੀ ਉਹ ਬੜੇ ਉਹ ਅੱਲਾਹ ਤਾਲਾ ਦੇ ਹਾਂ ਉਸ ਫਰਿਸ਼ਤੇ ਦਾ ਬੜਾ ਮਰਤਬਾ ਵਾ। ਅਰਸ਼ ਦੇ ਮਾਲਕ ਦੇ ਨਜ਼ਦੀਕ ਇਹਦਾ ਬੜਾ ਮੁਕਾਮ ਆ, ਜਿਹੜਾ ਇਹ ਵਹੀ ਲੈ ਕੇ ਆਉਂਦਾ ਹੈ। ਕੋਈ ਐਵੇਂ ਫਰਿਸ਼ਤਾ ਨਹੀਂ। ਮਤਲਬ ਇਹ ਆ ਮੁਤਾਇਨ, ਸਭ ਉਹਦੀ ਮੰਨਦੇ ਆ। ਮੁਤਾਇਨ ਯਾਨੀ ਸਭ ਫਰਿਸ਼ਤੇ ਉਹਦੀ ਮੰਨਦੇ ਆ, ਸਭ ਫਰਿਸ਼ਤੇ ਉਹਦੇ ਮੁਤਹਿਦ ਆ। ਸਮਮੀਨ, ਔਰ ਉੱਥੇ ਦਾ ਸਭ ਤੋਂ ਜ਼ਿਆਦਾ ਅਮਾਨਤਦਾਰ ਹੈ, ਯਾਨੀ ਉਸੇ ਫਰਿਸ਼ਤਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਨ ਹੈ। ਉਹਨੂੰ ਅੱਲਾ ਨੇ ਇਸ ਕੰਮ ਤੇ ਲਾਇਆ ਕਿ ਇਹ ਕੁਰਾਨ ਪਹੁੰਚਾ ਤੂੰ ਪੈਗੰਬਰਾਂ ਨੂੰ, ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੂੰ। ਲਿਹਾਜ਼ਾ ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਗੜਬੜ ਨਹੀਂ, ਇਹ ਉਹੋ ਹੀ ਆ ਜਿਹੜਾ ਅੱਲਾ ਨੇ ਭੇਜਿਆ ਸੀ। ਵਮਾ ਸਾਹਿਬੁਕੁਮ ਬੇਮਜਨੂਨ, ਤੇ ਤੁਸੀਂ ਕਹਿੰਦੇ ਹੋ ਕਿ ਜੀ ਇਹ ਜਾਦੂਗਰ ਹੈ ਜਾਂ ਇਹ ਦੀਵਾਨੇ ਹੋ ਗਏ। ਨਹੀਂ, ਤੁਹਾਡੇ ਸਾਥੀ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੂੰ ਕੋਈ ਦੀਵਾਨਗੀ ਲਾਹਕ ਨਹੀਂ ਹੈ। ਇਹ ਤਾਂ ਵਾਕਿਆ ਹੀ ਅੱਲਾ ਦਾ ਕਲਾਮ ਹੈ, ਉਹੋ ਹੀ ਕਲਾਮ ਹੈ, ਔਰ ਐਡਾ ਤਾਕਤਵਰ ਅਮੀਨ, ਔਰ ਜਿਹਦੇ ਸਭ ਮੁਤਹਿਦ ਆ ਉਹ ਇਹਨੂੰ ਪਹੁੰਚਾਉਣ ਵਾਲਾ। ਵਲਕਦ ਰਾਹੂ ਬਿਲ ਉਫੁਕਿਲ ਮੁਬੀਨ, ਬੇਸ਼ੱਕ ਉਹਨਾਂ ਤੇ ਇਸ ਫਰਿਸ਼ਤੇ ਨੂੰ ਦੇਖਿਆ ਸੀ ਖੁੱਲੇ ਅਸਮਾਨ ਤੇ, ਉਫਕ ਤੇ, ਅਸਮਾਨ ਦੇ ਕਿਨਾਰੇ ਤੇ, ਸੱਜੇ ਤੋਂ ਖੱਬੇ ਜਿਹੜਾ ਨਾ ਉਹ। ਇਹ ਸੂਰਾ ਨਜਮ ਦੇ ਵੀ ਆਇਤ ਨੰਬਰ 5 ਤੋਂ 13 ਦੇ ਵਿੱਚ ਇਹ ਗੱਲ ਆ ਚੁੱਕੀ ਹੈ ਕਿ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਜਿਬਰਾਈਲ ਅਮੀਨ ਨੂੰ ਉਹਦੀ ਅਸਲੀ ਹਾਲਤ 'ਚ, ਫਰਿਸ਼ਤੇ ਵਾਲੀ ਹਾਲਤ ਦੇ ਵਿੱਚ ਦੇਖਿਆ ਸੀ, ਜਿਹੜਾ ਨਾ ਉਫਕ ਦੇ ਉੱਤੇ ਪੂਰਾ ਉਫਕ ਜਿਹੜਾ ਨਾ ਉਹ ਭਰਿਆ ਹੋਇਆ ਸੀਗਾ। ਦੂਸਰੀ ਦਫਾ ਫਿਰ ਦੇਖਿਆ ਸੀ ਉਹਨਾਂ ਨੂੰ ਜਿੱਥੇ ਸਿਦਰਤੁਲ ਮੁੰਤਹਾ। 2 ਦਫਾ ਵੈਸੇ ਆਮ ਤੌਰ ਤੇ ਜਿਬਰਾਈਲ ਆਉਂਦੇ ਸੀ ਤੇ ਉਹ ਵਹੀ ਕਰਦੇ ਸੀਗੇ ਤੇ ਉਹ ਨਜ਼ਰ ਨਹੀਂ ਸੀ ਆਉਂਦੇ, ਠੀਕ ਹੈ ਨਾ, ਵਹੀ ਕਰ ਦਿੰਦੇ ਸੀ। ਤੇ ਕਈ ਵਾਰੀ ਆਉਂਦੇ ਸੀ ਤੇ ਇਨਸਾਨ ਦੀ ਸ਼ਕਲ 'ਚ ਆ ਜਾਂਦੇ ਸੀ। ਇੱਕ ਸਹਾਬੀ ਦਹੀਆ ਕਲਬੀ ਉਹਨਾਂ ਦੀ ਸ਼ਕਲ ਦੇ ਵਿੱਚ ਆ ਜਾਂਦੇ ਸੀਗੇ। ਇਸੇ ਤਰ੍ਹਾਂ ਕੋਈ ਹੋਰ ਵੀ ਕੋਈ ਸ਼ਕਲ ਦੇ 'ਚ ਆ ਗਿਆ। ਜਿੱਦਾਂ ਇੱਕ ਉਹ ਵਾਕਿਆ ਨਾ ਕਿ ਹਦੀਸੇ ਜਿਬਰਾਈਲ ਉਹ ਦਾ ਗਾਲਬਨ ਉਹ ਵਾਕਿਆ ਕਿ ਨਬੀ ਸੱਲੱਲਾਹੁ ਅਲੈहि ਵਸੱਲਮ ਸਾਹਬਾ 'ਚ ਬੈਠੇ ਸੀ ਤੇ ਇੱਕ ਆਦਮੀ ਆ, ਬੜੇ ਸਾਫ ਸੁਥਰੇ ਕੱਪੜੇ ਸੀ, ਉਹਨੇ ਕੋਈ ਸਵਾਲਾਤ ਕੀਤੇ, ਸਵਾਲ ਜਵਾਬ ਹੋਏ, ਚਲਾ ਗਿਆ। ਤੇ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਸਾਹਬਾ ਨੂੰ, ਪਤਾ ਹੈ ਬੰਦਾ ਕੌਣ ਸੀਗਾ? ਤੇ ਉਹ ਸਾਹਬਾ ਕਹਿੰਦੇ ਅੱਲਾਹ ਤੇ ਉਹਦੇ ਰਸੂਲ ਨੂੰ ਪਤਾ। ਫਰਮਾਇਆ ਜਿਬਰਾਈਲ ਅਮੀਨ ਸੀ, ਤੁਹਾਨੂੰ ਤੁਹਾਡਾ ਦੀਨ ਸਿਖਾਉਣ ਆਇਆ ਸੀ, ਲੇਕਿਨ ਇੱਕ ਇਨਸਾਨ ਦੀ ਸ਼ਕਲ। ਇਹ 2 ਦਫਾ ਅੱਲਾਹ ਦੇ ਰਸੂਲ ਨੇ ਦੇਖਿਆ ਉਹਨਾਂ ਨੂੰ ਉਸੇ ਹੀ ਸ਼ਕਲ 'ਚ ਜਿਹੜੀ ਅੱਲਾਹ ਨੇ ਉਹਨਾਂ ਨੂੰ ਫਰਿਸ਼ਤੇ ਦੀ ਸ਼ਕਲ ਦਿੱਤੀ ਹੈ। ਤੇ ਇਹ ਉਹ ਗੱਲ ਇੱਥੇ ਆ ਰਹੀ ਆ। ਵਲਕਦ ਰਾਹੂ ਬਿਲ ਉਫੁਕਿਲ ਮੁਬੀਨ, ਬੇਸ਼ੱਕ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਉਹਨੂੰ ਵੇਖਿਆ ਹੋਇਆ ਖੁੱਲੇ ਅਸਮਾਨ ਦੇ ਉੱਤੇ, ਖੁੱਲੇ ਉਫਕ ਤੇ। ਵਮਾ ਹੁਆ ਅਲਲ ਗੈਬ ਬਜ਼ਨੀਨ, ਔਰ ਉਹ ਯਾਨੀ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਉਹ ਕੋਈ ਗੈਬ ਜਿਹੜਾ ਨਾ ਉਹਦੀ ਖਾਹਿਸ਼ ਰੱਖਣ ਵਾਲੇ ਨਹੀਂ ਹੈਗੇ। ਯਾਨੀ ਤੁਸੀਂ ਸਮਝੋ ਕਿ ਬਈ ਇਹ ਆਪ ਕੋਸ਼ਿਸ਼ ਕਰਦੇ ਆ ਕਿ ਮੈਨੂੰ ਕੋਈ ਗੈਬ ਦੀਆਂ ਖਬਰਾਂ ਲੱਭ ਜਾਣ, ਕੋਈ ਮੇਰੀ ਕਿਸੇ ਜਿੰਨ ਨਾਲ ਮੁਲਾਕਾਤ ਹੋ ਜਾਏ, ਕਿਸੇ ਜਿਹੜਾ ਨਾ ਉਹ ਫਰਿਸ਼ਤੇ ਨਾਲ ਹੋ ਜਾਏ। ਹੁਣ ਇੱਕ ਬੰਦੇ ਹੁੰਦੇ ਮੁੱਢੋਂ ਤੋਂ ਹੀ ਉਹਨਾਂ ਦੇ ਜ਼ਿਹਨ ਇੱਦਾਂ ਦੇ ਹੁੰਦੇ ਆ, ਠੀਕ ਹੈ ਨਾ,
कोई दम दरूद, कोई इधर उधर, कोई जादू, ये सीखण लगे हुंदे आ। वो समझदे आ कि इहदे विच असीं बड़े माहिर हो जाइए। ਤੇ ਮੁਹੰਮਦ ਔਰ ਰਸੂਲullah ਸੱਲੱਲਾਹੁ ਅਲੈहि ਵਸੱਲਮ ਤੇ 40 ਸਾਲ ਤੁਹਾਡੇ ਵਿੱਚ ਰਹੇ ਯਾਰ। ਉਹਨਾਂ ਦੀ ਤੇ ਕੋਈ ਇਦਾਂ ਦੀ ਕੋਸ਼ਿਸ਼ ਜਾਂ ਉਹਨਾਂ ਦੀ ਕੋਈ ਇਦਾਂ ਦੀ ਜ਼ਹਿਨੀਅਤ ਜਾਂ ਉਹਨਾਂ ਦਾ ਕੋਈ ਰੁਝਾਨ ਹੀ ਨਹੀਂ ਸੀਗਾ। ਯਾਨੀ ਜੇ ਤੇ ਉਹ ਪਹਿਲਾਂ ਹੀ ਕੋਈ ਇਦਾਂ ਦੇ ਮਤਲਬ ਜਿਹੜੇ ਕੋਈ ਇਦਾਂ ਦੀਆਂ ਵਾਧੇ ਘਾਟੇ ਟੇਵੇ ਲਾਉਣ ਵਾਲੇ ਆ, ਹੈ ਹੱਥ ਦੇਖਣ ਵਾਲੇ ਆ, ਪੁੱਛਾਂ ਦੇਣ ਵਾਲੇ ਆ, ਹੈ ਇਦਾਂ ਦੇ ਕੋਈ ਕੰਮ ਕਰਦੇ ਹੁੰਦੇ ਤੇ ਫਿਰ ਕਹਿੰਦੇ ਜੀ ਮੇਰੇ ਕੋਲ ਫਰਿਸ਼ਤਾ ਆਇਆ, ਤਾਂ ਫਿਰ ਤੁਸੀਂ ਕਹਿੰਦੇ ਯਾਰ ਇਹ ਪਹਿਲਾਂ ਵੀ ਇਦਾਂ ਦੀਆਂ ਹੀ ਗੱਲਾਂ ਕਰਦੇ ਸੀ। ਤੇ ਮੁਹੰਮਦ ਔਰ ਰਸੂਲullah ਸੱਲੱਲਾਹੁ ਅਲੈहि ਵਸੱਲਮ ਤੇ ਇਦਾਂ ਦੀ ਕੋਈ ਖਾਹਿਸ਼ ਹੀ ਨਹੀਂ ਰੱਖਦੇ ਸੀਗੇ। ਇਹ ਉਹਨਾਂ ਦੀ ਕੋਈ ਕੋਸ਼ਿਸ਼ ਹੀ ਨਹੀਂ ਸੀ। ਇਹ ਤੇ ਅੱਲਾਹ ਤਾਲਾ ਨੇ ਉਹਨਾਂ ਨੂੰ ਗੈਬ ਦੀਆਂ ਖਬਰਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਯਾਨੀ ਇਹ ਫਰਿਸ਼ਤਾ ਆਉਣ ਲੱਗ ਪਿਆ, ਫਰਿਸ਼ਤਾ ਵੀ ਗਾਇਬ ਆ, ਵਹੀ ਆਉਣ ਲੱਗ ਪਈ, ਵਹੀ ਵੀ ਗਾਇਬ ਆ, ਤੇ ਇਹ ਖਬਰਾਂ ਆਉਣ ਲੱਗ ਪਈਆਂ, ਇਹ ਖਬਰਾਂ ਵੀ ਗਾਇਬ ਆ। ਤੇ ਉਹ ਕੌਮ ਨੂਹ, ਕੌਮ ਸਮੂਦ ਦੇ ਕਿੱਸੇ ਵੀ ਗਾਇਬ ਆ, ਉਹ ਵੀ ਅੱਲਾ ਨੇ ਸੁਣਾ ਦਿੱਤੇ। ਤੇ ਇਹ ਤਾਂ ਅਸਲ ਦੇ ਵਿੱਚ ਆਪਣੀ ਜ਼ਿੰਮੇਵਾਰੀ ਹੈ ਜਿਸ ਵਜ੍ਹਾ ਤੋਂ ਤੁਹਾਨੂੰ ਸੁਣਾ ਰਿਹਾ। ਬਾਕੀ ਉਹ ਕੋਈ ਤੁਹਾਨੂੰ ਸੁਣਾ ਕੇ ਕੋਈ ਇਨਾਮ ਲੈਣਾ ਜਾਂ ਕੋਈ ਤੁਹਾਡੇ ਤੇ ਰੋਹਬ ਗੰਢਣਾ, ਤੁਹਾਨੂੰ ਇਹ ਕਹਿਣ ਕਿ ਦੇਖੋ ਜੀ ਮੈਂ ਕਿੱਡਾ ਵੱਡਾ ਜਿਹੜਾ ਨਾ ਉਹ ਮਾਹਿਰ ਹੈ ਇਸ ਕੰਮ ਦਾ, ਮੇਰੇ ਕੋਲ ਫਰਿਸ਼ਤਾ ਆਉਂਦਾ, ਮੇਰੇ ਕੋਲ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਉਹ ਇੱਦਾਂ ਦੀ ਖਾਹਿਸ਼ ਕੋਈ ਨਹੀਂ ਰੱਖਦੇ। ਤੇ ਦੂਸਰਾ ਇਹ ਹੈ, ਇਹਦਾ ਮਤਲਬ ਇਹ ਹੁੰਦਾ ਬਖੀਲ ਵੀ। ਤੇ ਉਹ ਬਖੀਲ ਵੀ ਨਹੀਂ ਕਿ ਹੁਣ ਇਹ ਤੁਹਾਨੂੰ ਨਾ ਦੱਸਣ। ਯਾਨੀ ਆਮ ਤੌਰ 'ਤੇ ਜਿਹੜੇ ਜਾਦੂਗਰ ਹੁੰਦੇ ਆ ਅੱਗੇ ਪਿੱਛੇ, ਉਹ ਕਿਸੇ ਨੂੰ ਜਾਦੂ ਨਹੀਂ ਸਿਖਾਉਂਦੇ। ਇਸੇ ਤਰ੍ਹਾਂ ਜਿੱਦਾਂ ਮਤਲਬ ਪੈਸੇ ਲੈਂਦੇ ਆ ਫਿਰ ਸਿਖਾਉਂਦੇ ਆ, ਜਾਂ ਇਸੇ ਤਰ੍ਹਾਂ ਤੁਸੀਂ ਦੇਖਿਓ ਕਈ ਹਕੀਮ ਹੁੰਦੇ ਆ, ਉਹ ਸਾਰੀ ਜ਼ਿੰਦਗੀ ਜਿਹੜਾ ਨਾ ਉਹ ਕੋਈ ਨੁਸਖੇ ਆਪਣੇ ਕੋਲ ਰੱਖਦੇ ਆ, ਆਪਣੇ ਸ਼ਾਗਿਰਦਾਂ ਨੂੰ ਵੀ ਨਹੀਂ ਦੱਸਦੇ, ਠੀਕ ਹੈ ਨਾ, ਐਦਾਂ ਹੀ ਮਰ ਜਾਂਦੇ ਆ। ਤੇ ਇਸੇ ਤਰ੍ਹਾਂ ਜਾਦੂਗਰ ਵਗੈਰਾ ਕਰਦੇ ਆ, ਪੁੱਛਾਂ ਦੇਣ ਵਾਲੇ ਕਰਦੇ ਆ। ਤੇ ਇਹ ਗੱਲ ਦੱਸੀ ਜਾ ਰਹੀ ਹੈ ਕਿ ਮੁਹੰਮਦ ਔਰ ਰਸੂਲullah ਸੱਲੱਲਾਹੁ ਅਲੈहि ਵਸੱਲਮ ਤੇ ਬਗੈਰ ਕਿਸੇ ਅਜਰ ਤੋਂ, ਤਨਖਾਹ ਤੋਂ ਤੁਹਾਨੂੰ ਇਹ ਗੈਬ ਦੀਆਂ ਖਬਰਾਂ ਦੱਸ ਰਿਹਾ, ਤੇ ਫਿਰ ਇਹ ਕਿੱਦਾਂ ਜਾਦੂਗਰ ਜਾਂ ਕਾਹਨ ਹੋ ਸਕਦੇ ਆ। ਵਮਾ ਹੁਆ ਬਿਕੌਲ ਸ਼ੈਤਾਨ ਰਜੀਮ। ਔਰ ਇਹ ਜਿਹੜਾ ਤੁਹਾਨੂੰ ਗੈਬ ਦੀਆਂ ਖਬਰਾਂ ਦਿੰਦੇ ਆ, ਇਹ ਕੋਈ ਜਿਹੜਾ ਨਾ ਸ਼ੈਤਾਨ ਮਰਦੂਦ ਦਾ ਕਲਾਮ ਨਹੀਂ ਹੈਗਾ। ਯਾਨੀ ਇਹ ਤਾਂ ਅੱਲਾ ਦਾ ਕਲਾਮ ਹੈ। ਫਾਇਨ ਤਜ਼ਹਬੂਨ, ਤੇ ਇਹਨੂੰ ਛੱਡ ਕੇ ਤੁਸੀਂ ਕਿੱਧਰ, ਮੱਕੇ ਵਾਲਿਓ ਮੁਸ਼ਰਕੋ ਕਿੱਧਰ ਤੁਰੇ ਫਿਰਦੇ ਹੋ। ਇਨ ਹੁਆ ਇਲਾ ਜ਼ਿਕਰੁ ਲਿਲ ਆਲਮੀਨ, ਬੇਸ਼ੱਕ ਇਹ ਜ਼ਿਕਰ ਹੈ, ਨਸੀਹਤ ਹੈ ਤਮਾਮ ਜਹਾਨ ਵਾਲਿਆਂ ਵਾਸਤੇ। ਲਿਮਨ ਸ਼ਾ ਮਿਨਕੁਮ ਅਨ ਯਸਤਕੀਮ, ਤੇ ਜਿਹੜਾ ਕੋਈ ਤੁਹਾਡੇ ਵਿੱਚੋਂ ਚਾਹਵੇ ਫਿਰ ਉਹ ਸਿੱਧਾ ਰਸਤਾ ਜਿਹੜਾ ਨਾ ਉਹਨੂੰ ਪਕੜ ਲਵੇ। ਵਮਾ ਤਸ਼ਾਊਨਾ ਇਲਾ ਅਨ ਯਸ਼ਾ ਅੱਲਾਹੁ ਰੱਬਲ ਆਲਮੀਨ, ਔਰ ਤੁਸੀਂ ਇਹ ਚਾਹ ਵੀ ਨਹੀਂ ਸਕਦੇ ਉਨੀ ਦੇਰ ਤੱਕ ਜਦੋਂ ਅੱਲਾ ਰੱਬੁਲ ਆਲਮੀਨ ਨਹੀਂ ਚਾਹੇਗਾ। ਯਾਨੀ ਤੁਹਾਡੇ ਚਾਹਣ ਨਾਲ ਵੀ ਕੁਛ ਨਹੀਂ ਹੋਣ ਲੱਗਾ, ਅਸਲ ਅੱਲਾ ਰੱਬੁਲ ਆਲਮੀਨ ਹੀ ਚਾਹੇਗਾ, ਤੇ ਫਿਰ ਹੀ ਤੁਹਾਨੂੰ ਇਹ ਤੌਫੀਕ ਜਿਹੜੀ ਨਾ ਮਿਲਦੀ ਹੈ। ਚਲੋ ਜੀ, ਅੱਗੇ ਸੂਰਾ ਆ ਗਈ ਹੈ ਇਨਫਿਤਾਰ। ਬਸ ਇਹ ਪੜ੍ਹ ਕੇ ਤੇ ਆਪਣੀ ਇਹ ਮਜਲਿਸ ਮੁਕੰਮਲ ਇਨਸ਼ਾ ਅੱਲਾਹ ਹੋ ਜਾਏਗੀ। ਬਿਸਮਿल्लाह रहमान रहीम। इज़ समा उनफतरत, जिस वेले आसमान जड़ा फट जाएगा। व इज़ल कवाकिबुन तसरत, जिस वेले सितारे जड़े आ वो खिलर जाणगे, बिखर जाणगे। व इज़ल बिहार फुजरत, और जिस वेले दरिया समुंदर ये उबलण लग पैणगे। ਉਹ ਕਿਆਮਤ ਦਾ ਜ਼ਲਜ਼ਲਾ ਔਰ ਪਤਾ ਨਹੀਂ ਕਿੰਨੀ ਉਹ ਤੁਸੀਂ ਸਮਝ ਲਓ ਕਿ ਜ਼ਮੀਨ ਦੀ ਕੀ ਹਾਲਤ ਹੋਏਗੀ। ਇਹਦੇ ਥੱਲੇ ਅੱਗ ਹੈ, ਅੱਗ ਬਣਨ ਲੱਗ ਪੈਗੀ। ਇਹ ਜਿਹੜਾ ਜ਼ਲਜ਼ਲਾ ਆਉਂਦਾ ਤੇ ਥੱਲਿਓਂ ਲਾਵੇ ਫੁੱਟਦੇ ਆ, ਥੱਲੇ ਪਤਾ ਨਹੀਂ ਪੈਟਰੋਲ ਆ ਡੀਜ਼ਲ ਆ, ਇਹ ਜ਼ਮੀਨ 'ਚੋਂ ਨਿਕਲਦਾ। ਇਹਨਾਂ ਨੂੰ ਜਦੋਂ ਅੱਗਾਂ ਲੱਗਣਗੀਆਂ ਤੇ ਜ਼ਮੀਨ 'ਚ ਪਤਾ ਨਹੀਂ ਕਿੰਨੀਆਂ ਗੈਸਾਂ, ਤੇ ਉਹ ਤਾਂ ਸਮੁੰਦਰਾਂ 'ਚ ਅੱਗ ਲੱਗ ਜਾਏਗੀ। ਤੇ ਫਰਮਾਇਆ ਇਜ਼ਲ ਬਿਹਾਰ ਫੁਜਰਤ, ਜਿਸ ਵੇਲੇ ਪਹਾੜ ਜਿਸ ਵੇਲੇ ਦਰਿਆ ਜਿਹੜੇ ਆ ਉਹ ਉਬਲਣ ਲੱਗ ਪੈਣਗੇ। ਵਾਇਜ਼ਲ ਕਬੂਰ ਬੁਅਸਿਰਤ, ਔਰ ਜਦੋਂ ਕਬਰਾਂ ਖੋਲ੍ਹ ਦਿੱਤੀਆਂ ਜਾਣਗੀਆਂ, ਯਾਨੀ ਮੁਰਦੇ ਨਿਕਲਣਗੇ ਤੇ ਕਬਰਾਂ ਖੁੱਲ੍ਹ ਜਾਣਗੀਆਂ। ਆਲਿਮਤ ਨਫਸੁਮ ਮਾ ਕਦਮਤ ਵਅਖਰਤ, ਔਰ ਜਾਣ ਲਏਗਾ ਹਰ ਕੋਈ ਕਿ ਉਹਨੇ ਅੱਗੇ ਕੀ ਭੇਜਿਆ ਔਰ ਪਿੱਛੇ ਕੀ ਰਹਿ ਗਿਆ। ਇਹ ਪਹਿਲੇ ਵੀ ਜ਼ਿਕਰ ਹੋ ਚੁੱਕਿਆ ਕਿ ਜਦੋਂ ਕੋਈ ਇਨਸਾਨ ਅਮਲ ਕਰਦਾ ਨਾ ਤਾਂ ਉਹਦੇ ਅਮਲ ਦਾ ਇੱਕ ਉਹਦਾ ਅਮਲ ਅੱਗੇ ਚਲਾ ਜਾਂਦਾ, ਯਾਨੀ ਮਰ ਜਾਂਦਾ ਹੈ ਤੇ ਉਹ ਆਪਣੇ ਅਮਲ ਉਹਦੇ ਨਾਲ
चले गए। लेकिन उन्हें ਇੱਥੇ कोई रीत रिवाज पाए सी ना, ਉਹਦੇ अमल ਦੀ देख के दूसरे लोगों ने भी अमल ਕੀਤੇ ਸੀ। ਹੁਣ ਕਿਸੇ ਚੰਗੇ ਅਮਲ ਕੀਤੇ ਸੀ ਤੇ ਦੂਸਰਿਆਂ ਨੇ ਦੇਖ ਕੇ ਉਹਨੂੰ ਚੰਗੇ ਅਮਲ ਕਰਨ ਲੱਗ ਪਏ। ਹੁਣ ਇਹ ਉਹਦਾ ਅਮਲ ਪਿੱਛੇ ਰਹਿ ਗਿਆ। ਔਰ ਕਿਸੇ ਨੇ ਬੁਰੇ ਕੰਮ ਕੀਤੇ ਸੀ ਤੇ ਪਿੱਛੇ ਲੋਕ ਜਿਹੜਾ ਆ ਉਹਨਾਂ ਨੇ ਉਹਦੇ ਬੁਰੇ ਕੰਮਾਂ ਦਾ ਅਸਰ ਲਿਆ। ਉਹ ਮੈਂ ਜਿਹੜੀ ਮਿਸਾਲ ਦਿੰਦਾ ਹੁੰਦਾ ਕਿ ਇੱਕ ਆਦਮੀ ਆ ਕੇ ਤੁਹਾਨੂੰ ਗੱਲ ਸੁਣਾਉਂਦਾ ਇੱਕ ਆਮ ਨੌਜਵਾਨਾਂ 'ਚ ਬਹਿ ਕੇ ਕਿ ਜੀ ਮੈਂ ਇਸ ਤਰ੍ਹਾਂ ਜ਼ਨਾ ਕੀਤਾ, ਇਹ ਕੀਤਾ, ਉਹ ਕੀਤਾ ਹੈ। ਹੁਣ ਉਹਨਾਂ ਦੇ ਨੌਜਵਾਨਾਂ ਨੂੰ ਉਹਨੇ ਗੱਲ ਸੁਣਾਈ ਹੈ। ਉਹ ਹੁਣ ਨੌਜਵਾਨਾਂ ਦੇ ਵਿੱਚੋਂ ਕਈਆਂ ਦਾ ਜ਼ਿਹਨ 'ਚ ਇਹ ਗੱਲ ਆਏਗੀ ਕਿ ਯਾਰ ਇੱਦਾਂ ਕੋਈ ਸਾਡਾ ਵੀ ਦਾ ਲੱਗੇ, ਕੋਈ ਅਸੀਂ ਵੀ ਇਸ ਤਰ੍ਹਾਂ ਕਰੀਏ। ਹੁਣ ਉਹਨਾਂ ਨੂੰ ਇਹ ਤਬਲੀਗ ਕਰ ਦਿੱਤੀ ਆ ਉਹਨੇ ਬੁਰਾਈ ਦੀ, ਠੀਕ ਹੈ ਨਾ। ਇਸੇ ਤਰ੍ਹਾਂ ਬੰਦਾ ਆਪਣੇ ਪਿੱਛੇ ਬੁਰਾਈ ਵੀ ਛੱਡ ਕੇ ਜਾਂਦਾ ਤੇ ਨੇਕੀਆਂ ਵੀ ਛੱਡ ਕੇ ਜਾਂਦਾ, ਤੇ ਇਹ ਨੇਕੀਆਂ ਬੁਰਾਈਆਂ ਚੱਲਦੀਆਂ ਰਹਿਣਗੀਆਂ ਤੇ ਉਹਦੇ ਅਮਾਲ ਦੇ ਵਿੱਚ ਵਾਧਾ ਹੁੰਦਾ ਰਹੇਗਾ, ਜਿਹੜਾ ਉਹ ਭਾਵੇਂ ਮਾਰੀ ਗਿਆ। ਤੇ ਫਰਮਾਇਆ आलिमत नफ्स मा कद्दमत व अखरत, ਉੱਥੇ ਸਭ ਕੁਝ ਜਮਾ ਹੋ ਜਾਏਗਾ, ਆਖਰੀ ਇਨਸਾਨ ਵੀ ਖਤਮ ਹੋ ਜਾਏਗਾ। ਤੁਹਾਨੂੰ ਪਤਾ ਲੱਗੇਗਾ ਕਿ ਮੈਂ ਪਿੱਛੇ ਕੀ ਛੱਡ ਕੇ ਆਇਆ ਸੀ ਜਿਹੜਾ ਇੱਥੇ ਹੁਣ ਆ ਕੇ ਜਮਾ ਹੋ ਗਿਆ, ਤੇ ਮੈਂ ਪਹਿਲਾਂ ਕੀ ਆਪਣੇ ਖੁਦ ਹੱਥਾਂ ਨਾਲ ਕਰਕੇ ਕੀ ਭੇਜਿਆ ਸੀ। ਹੋ ਸਕਦਾ ਉਹ ਜਿਹੜਾ ਪਿੱਛੇ ਛੱਡ ਕੇ ਆਇਆ ਉਹ ਉਦੋਂ ਵੱਧ ਜਾਵੇ ਜਿਹੜਾ ਉਹਨੇ ਆਪ ਕੀਤਾ ਸੀ। ਯਾ ਅਯੁਹਲ ਇਨਸਾਨ, ਐ ਇਨਸਾਨ, ਮਾ ਗਰਰਕ ਬਿਰੱਬਿਕਲ ਕਰੀਮ, ਕਿਸ ਚੀਜ਼ ਨੇ ਤੈਨੂੰ ਧੋਖੇ 'ਚ ਮੁਬਤਲਾ ਕਰ ਦਿੱਤਾ ਆਪਣੇ ਰੱਬੇ ਕਰੀਮ ਦੇ ਬਾਰੇ 'ਚ। अल्लाह जी खालका, जिन्हें तैनू पैदा किया, फसव्वाका, और फिर तैनू हर एतबार नाल ठीक किया। किन्नियां तेरियां लत्तां दा साइज होना चाहिए, बाजुआं दा साइज होना चाहिए, अखां दी की हालत होनी चाहिए, दिमाग किन्ना होना चाहिए, ये सारे दा इहतमाम किया। फ़अदलका, और फिर जिहड़ा एक एतदाल रखिया तेरे वजूद दे विच, एक एतदाल तैनू जिहड़ा ना अता किया। फी आई सूरत माशार कबक, और फिर जिस सूरत दे विच चाहया तैनू जोड़ दिता, यानी बना दिता। ते तू अपने रब्बे करीम दे बारे च धोखे च मुबतला वा। कल्ला बल तुकज़्ज़िबून बिद्दीन। अच्छा, इत्थे जिहड़ी गल आई आ कि मा गर्रका बिरब्बिकल करीम, तैनू किस गल ने धोखे च मुबतला कीता तेरे रब्बे करीम दे बारे च, यानी तैनू अपने रब दे करम दे उत्ते कोई धोखा हो गया। ये धोखा की है, जरा समझण वाली गल है। ये धोखा ये है कि जिहड़ा असीं कह दिंदे हां अल्लाह करीम है, अल्लाह रहीम है, वो अल्लाह ने बख्श देना, ते ये असीं फिर गुनाह नहीं छड्डदे। ते अल्लाह कहंदा कि तू इस गल नहीं सोचदा कि अल्लाह ने किड्डे एहतमाम नाल तैनू पैदा कीता, हर चीज़ नू तैनू बराबर कीता, तेरे विच जिहड़ा वो तवादन रखिया। फिर जिस सूरत अल्लाह ने चाहा तैनू पैदा किया, तो तू जिहड़ा ना ये कहना कि रब करीम है, उन्हें सब कुछ माफ़ कर देना, उन्हें पूछना ही नहीं है, तो उन्हें ओदी ते रहमत जिहड़ी है वो हर पासे छाई हुई है। इदां दीयां गल्लां करके तू कड्ढना की चाहना। कल्ला बल तुकज़्ज़िबून बिद्दीन, असल गल यह है कि तू हिसाब नू नहीं मानदा, हिसाब देण नू नहीं मानदा। यानी तू ये नहीं चाहता कि मेरे को कोई हिसाब लवे। वो जिदा बाज़ औकात इंसान दे अपने दिल च हुंदी है कि इदां हो जावे ना, तो वो फिर इनू इदां ही लग जाता कि इदां हो जाना। तो बस वो इस तरह, यानी ये गल्लां जिहड़ियां तू करदा ना, ये इस वास्ते करदा कि तेरा दिल कहंदा कि हिसाब नहीं होना चाहिए, क्योंकि तू हिसाब की तैयारी कोई नहीं करता ना। बल तुकज़्ज़िबून बिद्दीन, बल्कि तू जिहड़ा ना वो चटलाना वा, हक नहीं समझदा, यानी तू ये नहीं समझदा कि हिसाब देना पैना। व इन्ना अलैकुम लहाफ़िज़ीन, जदों कि असीं तेरे उत्ते मुहाफ़िज़ मुकर्रर कीते होए हैं, असीं तेरे उत्ते जिहड़ा चौकीदार मुकर्रर कीते, 2 फरिश्ते लाए, एवें ही इन्ना काम कीता। यानी एवें ये सारा फिर की होया, इहदा फायदा बई कुछ भी फायदा नहीं, जे हिसाब ही नहीं लेना था, जे सज़ा नहीं देनी तो इनाम नहीं देना, तो फिर ये सारा कादे वास्ते आ। किरामन कातिबीन, और बड़े ही यानी इज्जत वाले फरिश्ते आ, यानी कोई एवें नहीं चोर चक्के तुहाडे उत्ते बहा दिते कि जी इन्हां दे लिखी जा, एवें डरावा नहीं। एक बड़े ईमानदार किस्म के इज्जत वाले फरिश्ते है जिन्हां नूं असीं काम दिता तुहाडे उत्ते, वो हर वेले यही हिसाब ही रखते आ। या लमूना मा तफलून, और वो
ਉਹਨਾਂ ਨੂੰ ਉਹ ਜਾਣਦੇ ਆ ਤੁਸੀਂ ਜੋ ਕਰਦੇ ਹੋ, ਤੇ ਫਿਰ ਉਹ ਨਾਲ ਹੀ ਲਿਖਦੇ ਰਹਿੰਦੇ ਆ। ਲਿਹਾਜ਼ਾ ਇਹ ਗੱਲ ਨੋਟ ਕਰ ਲਓ ਕਿ ਉਹ ਰੱਬ ਕਰੀਮ ਜ਼ਰੂਰ ਹੈ, ਪਰ ਇਨਲ ਅਬਰਾਰ ਲਫੀ ਨਈਮ, ਜਿਹੜੇ ਨੇਕ ਲੋਕ ਹੈ ਉਹੋ ਹੀ ਨਿਮਤਾਂ ਦੇ ਹੱਕਦਾਰ ਬਣਨਗੇ। व इन्नल फुज्जारा लफ़ी जहीम, और ਜਿਹੜੇ ਫਾਸਕ ਫਾਜਰ ਨਾਫਰਮਾਨ ਆ ਉਹ ਜਹੰਨਮ ਦੇ ਮੁਸਤਹਿਕ ਬਣਨਗੇ। ਯਸਲਊਨਹਾ ਯੌਮੁद्दीन, ਔਰ ਉਸ ਦਿਨ ਢੱਕ ਦਿੱਤੇ ਜਾਣਗੇ ਬਦਲੇ ਦੇ ਦਿਨ, ਯਾਨੀ ਉਹ ਜਹੰਨਮ ਜਿਹੜੀ ਹੈ ਉਹਦੇ ਵਿੱਚ ਉਸ ਦਿਨ ਬਦਲੇ ਦੇ ਦਿਨ ਇਹਨਾਂ ਨੂੰ ਢੱਕ ਦਿੱਤਾ ਜਾਏਗਾ ਉਹਦੇ ਵਿੱਚ। ਵਮਾ ਹੁਮ ਅਨਹਾ ਬਿਗਾਇਬੀਨ, ਔਰ ਉੱਥੋਂ ਇਹ ਕਿਤੇ ਗਾਇਬ ਨਹੀਂ ਹੋ ਸਕਣਗੇ, ਲੁਕ ਨਹੀਂ ਸਕਣਗੇ, ਬਚ ਨਹੀਂ ਸਕਣਗੇ, ਭੱਜ ਨਹੀਂ ਸਕਣਗੇ। ਵਮਾ ਅਦਰਾਕ ਮਾ ਯੌਮੁद्दीन, ਔਰ ਤੁਹਾਨੂੰ ਕੀ ਪਤਾ ਕਿ ਉਹ ਯੌਮੁद्दीन ਕੀ ਹੈ, ਬਦਲੇ ਦਾ ਦਿਨ ਕੀ ਹੈ, ਯਾਨੀ ਕਿੱਡਾ ਉਹ ਸਖਤ ਦਿਨ ਹੈ, ਭਾਰਾ ਦਿਨ ਹੈ, ਕਿੱਡਾ ਮੁਸ਼ਕਲ ਦਿਨ ਹੈ। ਸੁੰਮਾ ਮਾ ਅਦਰਾਕ ਮਾ ਯੌਮੁद्दीन, ਫਿਰ ਅਸੀਂ ਤੁਹਾਨੂੰ ਇਹ ਦੱਸੀ ਜਾਂਦੇ ਹਾਂ ਕਿ ਤੁਹਾਨੂੰ ਨਹੀਂ ਪਤਾ ਉਹ ਬਦਲੇ ਦਾ ਦਿਨ ਕੀ ਕਿੱਡਾ ਭਾਰਾ ਵਾ। ਯੌਮ ਲਾ ਤਮਲਿਕੁ ਨਫਸੁਨ ਲਿਨਫਸਿਨ ਸ਼ੈਆ, ਜਿਸ ਦਿਨ ਕੋਈ ਨਫਸ ਕਿਸੇ ਦੂਸਰੇ ਨਫਸ ਦਾ, ਕੋਈ ਨਫਸ ਦੇ ਬਾਰੇ ਕੋਈ ਇਖਤਿਆਰ ਨਹੀਂ ਰੱਖਦਾ ਹੋਏਗਾ। ਯਾਨੀ ਹਰ ਕੋਈ ਕੋਈ ਆਦਮੀ ਦੂਸਰੇ ਆਦਮੀ ਦੇ ਬਾਰੇ 'ਚ ਕੁਛ ਇਖਤਿਆਰ ਨਹੀਂ ਰੱਖਦਾ ਹੋਗਾ, ਬਲਕਿ ਆਪਣੇ ਬਾਰੇ ਕੋਈ ਨਹੀਂ ਰੱਖਦਾ ਹੋਏਗਾ, ਆਪ ਵੀ ਮਸਕੀਨ ਹੀ ਹੋਏਗਾ। ਵਲ ਅਮਰ ਯੌਮਇਜ਼ਿਨ ਲਿल्लाह, ਇਸ ਵਾਸਤੇ ਕਿ ਉਦਣ ਅਮਰ ਸਿਰਫ ਅੱਲਾ ਦਾ ਹੋਣਾ, ਉਦਣ ਹੁਕਮ ਸਿਰਫ ਇੱਕ ਹੀ ਚੱਲਣਾ, ਔਰ ਉਹ ਚੱਲਣਾ ਅੱਲਾ ਦਾ। ਅਲਹਮਦੁਲਿल्लाह जी, ये सूरत भी मुकम्मल हो गई। तो अकूल कौली हाजा वस्तगफिरहु ली वलकुम वलिसाइरिल मुस्लिमीन वल मुस्लिमात।